ਅਸੀਂ ਹੁਣ ਇੰਡੀਆਨਾ ਸਟੇਟ ਦੇ ਵਿੱਚ ਇੰਡੀਅਨਐਪਲਸ ਸ਼ਹਿਰ ਦੇ ਵਿੱਚ ਬੈਠੇ ਆ। ਮੈਂ ਜੀ ਇੱਥੇ ਸਭ ਤੋਂ ਪਹਿਲੀ ਆਪਣੇ ਟਰੱਕਾਂ ਦੇ ਵਾਸਤੇ ਟਰੱਕ ਪਾਰਕਿੰਗ ਦਾ ਕੰਮ ਸ਼ੁਰੂ ਕੀਤਾ ਤੇ ਆਪਣੇ ਪੰਜਾਬੀਆਂ ਦੀ ਜਿੱਥੇ ਪਹਿਲੀ ਪਾਰਕਿੰਗ ਸੀਗੀ ਉਹ। ਇਹ ਜਿਹੜਾ ਸਿਟੀ ਹੈਗਾ ਸਾਡੇ ਵਾਸਤੇ ਬਹੁਤ ਵੱਡੀ ਬਲੈਸਿੰਗ ਹੈ। ਜਦੋਂ ਇੱਥੇ ਆ ਕੇ ਸਾਰਿਆਂ ਨੇ ਕੰਮ ਕਰ ਸ਼ੁਰੂ ਕੀਤਾ, ਹਰ ਇੱਕ ਬੰਦੇ ਦੇ ਕੋਲ ਸੋਰਸ ਬਹੁਤ ਥੋੜ੍ਹੇ ਸੀਗੇ ਜੀ, ਜਿਵੇਂ ਇਨਕਮ ਦੇ। ਹੌਲੀ ਹੌਲੀ ਸਟਰਗਲ ਕੀਤੀ। ਅੱਜ ਜਣੀ ਮੈਂ ਇੰਨੀ ਗੱਲ ਕਹਿ ਸਕਦਾ ਵੀ ਜਿਹੜੀ ਇੰਡੀਆਨਾ ਸਟੇਟ ਹੈ ਜੀ, ਇੱਕ ਤਾਂ ਸਾਡੇ ਮੰਨ ਲਓ ਇੰਡੀਆ ਦੇ ਨਾਂ ਨਾਲ ਹੀ ਮਿਲਦੀ ਹੈ ਜੀ, ਉਸ ਕਰਕੇ ਵੀ ਸਾਨੂੰ ਥੋੜ੍ਹਾ ਜਿਹਾ ਹੁੰਦਾ ਜੀ, ਆਪਣਾ ਜਿਹਾ ਮਹਿਸੂਸ ਹੁੰਦਾ ਉਹਦੇ ਵਿੱਚ। $20-22 ਦੀ ਜਿਹੜੀ ਜੋਬ ਆਮ ਅਵੇਲੇਬਲ ਹੈ, ਉਹਦੇ ਵਾਸਤੇ ਜਿਹੜੀ ਕੁਆਲੀਫਿਕੇਸ਼ਨ ਹੈ ਨਾ, ਅਸੀਂ ਕਈ ਵਾਰ ਹੱਸਦੇ ਹੁੰਦੇ ਹਾਂ ਮੈਂ ਤੇ ਛੋਟੀ ਭਾਜੀ ਕਿ ਉਹਦੇ ਵਾਸਤੇ ਕੁਆਲੀਫਿਕੇਸ਼ਨ ਹੈ ਕਿ ਤੁਹਾਡੇ ਸਾਹ ਚੱਲਣੇ ਚਾਹੀਦੇ। ਤੁਸੀਂ ਗ੍ਰੀਨਵੁੱਡ ਚਲੇ ਜਾਓ ਜੀ, ਸਟਰੀਟਾਂ ਦੀਆਂ ਸਟਰੀਟਾਂ ਪੰਜਾਬੀਆਂ ਦੀ ਮਿਲਣਗੀਆਂ ਤੁਹਾਨੂੰ। ਤੇ ਇੱਕ ਆਪਣੀ ਹੋਮ ਕਮਿੰਗ ਕਮਿਊਨਿਟੀ ਹੈ ਜੀ, ਉੱਥੇ ਮੈਨੂੰ ਇਹ ਲੱਗਦਾ ਵੀ ਘੱਟੋ ਘੱਟ ਅਸੀਂ 85% ਅਸੀਂ ਪੰਜਾਬੀ ਬੈਠੇ ਹਾਂ। ਪਾਰਕ 'ਚ ਜਾਓ, ਤੁਹਾਨੂੰ ਬਜ਼ੁਰਗਾਂ ਦੀਆਂ ਢਾਣੀਆਂ ਵੱਖਰੀਆਂ ਮਿਲਣਗੀਆਂ ਕੈਨੇਡਾ ਦੀ ਤਰ੍ਹਾਂ ਜੀ। ਪਹਿਲੇ ਸਮਿਆਂ ਦੇ ਵਿੱਚ ਸੈਨਾ ਦੇ ਕੋਲ ਹਾਥੀ ਘੋੜੇ ਕਿੱਦਾਂ ਦੇ, ਉਹਨਾਂ ਦੀ ਉਹ ਸਥਿਤੀ ਦੱਸ ਦਿੰਦੇ ਸੀ ਵੀ ਇਹ ਸੂਬਾ ਕਿੰਨਾ ਕੁ ਕਮਜ਼ੋਰ ਆ ਜਾਂ ਸੂਬਾ ਕਿੰਨਾ ਕੁ ਸਟਰੋਂਗ ਆ, ਉੱਥੋਂ ਦੇ ਲੋਕਾਂ ਨੇ ਹਾਥੀ ਘੋੜੇ ਕਿੰਨੇ ਕੁ ਰੱਖੇ ਤੇ ਕਿੱਦਾਂ ਦੇ ਰੱਖੇ। ਵਧੀਆ ਵਧੀਆ ਕਾਰਾਂ ਰੱਖੀਆਂ ਜੀ ਇੱਥੇ, ਪਰਮਾਤਮਾ ਦੀ ਕਿਰਪਾ। ਤੁਸੀਂ ਕਿਤੇ ਕਮਿਊਨਿਟੀ 'ਚ ਘੁੰਮ ਕੇ ਤਾਂ ਦੇਖੋ ਜੀ, ਹਰ ਇੱਕ ਬੰਦੇ ਕੋਲ ਪੂਰੀ ਟੌਪ ਕਲਾਸ ਕਾਰ ਹੈ ਜੀ। ਟਰੱਕਾਂ ਦਾ ਬਿਜ਼ਨਸ ਜੀ, ਜਿਹੜੀ ਸਾਡੀ ਸਟੇਟ ਆ ਜੀ, ਇਹ ਮੇਨ ਟਰੱਕਾਂ ਦੇ ਬਿਜ਼ਨਸ ਲਈ ਕਾਫੀ ਜ਼ਿਆਦਾ ਮਸ਼ਹੂਰ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਮੈਂ ਜੋਗਰਾਜ ਸਿੰਘ ਕਾਲੋਂ। ਅਮਰੀਕਾ ਘੁੰਮਦਿਆਂ ਸਾਨੂੰ ਪਿਛਲੇ ਕਈ ਦਿਨ ਹੋ ਗਏ ਤੇ ਅਸੀਂ ਵੱਖੋ-ਵੱਖ ਸ਼ਹਿਰਾਂ ਦੀਆਂ ਵੱਖੋ-ਵੱਖ ਕਹਾਣੀਆਂ, ਉੱਥੋਂ ਦੀਆਂ ਸਕਸੈਸ ਸਟੋਰੀਜ਼, ਉੱਥੋਂ ਦੇ ਫਾਇਦੇ, ਉੱਥੋਂ ਦੇ ਨੁਕਸਾਨ, ਉਹ ਤੁਹਾਡੇ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਵੈਦਰ ਤੋਂ ਲੈ ਕੇ ਇੱਥੋਂ ਦੇ ਬਿਜ਼ਨਸਿਸ ਦੇ ਵਿੱਚ ਕੀ ਕੁਛ ਚੱਲ ਰਿਹਾ, ਕਿਹਦੇ ਵਿੱਚ ਛਾਲ ਵੱਜੀ ਤੇ ਕਿਹਦੇ ਵਿੱਚ ਨਵਾਣ ਆਈ, ਉਹ ਸਾਰੀਆਂ ਚੀਜ਼ਾਂ ਦੇ ਉੱਤੇ ਪੰਜਾਬੀਆਂ ਦੀ ਕਿੰਨੀ ਕੁ ਪਕੜ ਆ, ਭਾਈਚਾਰਾ ਕਿੱਥੋਂ ਤੱਕ ਪਹੁੰਚਿਆ, ਕਿਹੜੇ ਕਿੱਤਿਆਂ ਦੇ ਵਿੱਚ ਮੱਲਾਂ ਮਾਰੀਆਂ ਤੇ ਕਿਹੜੇ ਕਿੱਤੇ ਨੇ ਜਿਹੜੇ ਨਵੇਂ ਆਏ ਅਪਣਾ ਰਹੇ ਨੇ। ਅਸੀਂ ਹੁਣ ਇੰਡੀਆਨਾ ਸਟੇਟ ਦੇ ਵਿੱਚ ਇੰਡੀਅਨਐਪਲਸ ਸ਼ਹਿਰ ਦੇ ਵਿੱਚ ਬੈਠੇ ਆ। ਬਹੁਤ ਸੋਹਣਾ ਸ਼ਹਿਰ ਆ ਤੇ ਜੇ ਅਸੀਂ ਅਮਰੀਕਾ ਦੇ ਵਿੱਚ ਸਾਰੀ ਜੀਓਗ੍ਰਾਫੀ ਤੇ ਝਾਤ ਮਾਰੀਏ ਤੇ ਚੰਦ ਕੋ ਸ਼ਹਿਰ ਨੇ ਜਿੱਥੇ ਬਹੁਤ ਜ਼ਿਆਦਾ ਜਿਹੜੀ ਇਸ ਵਕਤ ਮਾਈਗ੍ਰੇਸ਼ਨ ਹੋ ਰਹੀ, ਉਹਨਾਂ ਦੇ ਵਿੱਚੋਂ ਇੰਡੀਅਨਐਪਲਸ ਇੱਕ ਸ਼ਹਿਰ ਆਉਂਦਾ। ਸੋ ਕੀ ਇਹਦੇ ਕਾਰਨ ਨੇ, ਇਹਦੇ ਪਿੱਛੇ ਵਜ੍ਹਾ ਕੀ ਆ? ਕੀ ਵੈਦਰ ਕਾਰਨ ਆ, ਕਿ ਬਹੁਤ ਜ਼ਿਆਦਾ ਇੱਥੇ ਲੋੜ ਆ ਕਿਸੇ ਕੰਮਕਾਰਾਂ ਦੀ? ਉਹਦੇ ਸਾਰੇ ਬਾਬਤ ਗੱਲਬਾਤ ਕਰਨ ਲਈ ਸਾਡੇ ਨਾਲ ਸ਼ਹਿਰ ਦੇ ਉੱਘੇ ਬਿਜ਼ਨਸਮੈਨ ਤੇ ਵੱਖੋ-ਵੱਖ ਕਿੱਤਿਆਂ ਦੇ ਵਿੱਚ ਮਹਾਰਤ ਰੱਖਦੇ ਤੇ ਲੰਮੇ ਸਮੇਂ ਤੋਂ ਇਸ ਸ਼ਹਿਰ ਦੇ ਵਿੱਚ ਰਹਿ ਰਹੇ ਭਾਈ ਸਾਹਿਬ ਨੇ ਮੌਜੂਦ ਨੇ। ਮੈਂ ਚਾਹੁੰਦਾ ਇੱਕ ਇੱਕ ਕਰਕੇ ਆਪਾਂ ਇਹਨਾਂ ਦੇ ਕੋਲੋਂ ਇਹਨਾਂ ਦੀ ਇੰਟਰੋਡਕਸ਼ਨ ਲਈਏ ਕਿ ਇਹ ਕੌਣ ਨੇ, ਕਿੰਨਾ ਚਿਰ ਹੋ ਗਿਆ ਇੱਥੇ ਰਹਿੰਦੇ ਆ ਤੇ ਕਿਹੜੇ ਕਿੱਤੇ ਦੇ ਵਿੱਚ ਅੱਜ ਕੱਲ੍ਹ ਜਿਹੜਾ ਕੰਮਕਾਰ ਕਰਦੇ ਨੇ। ਬਾਸ਼ਲ ਸਾਹਿਬ, ਤੁਹਾਡੇ ਤੋਂ ਸ਼ੁਰੂਆਤ ਕਰਨਾ ਚਾਹਾਂਗਾ। ਆਪਣੇ ਬਾਰੇ, ਕਦੋਂ ਤੋਂ ਸ਼ਹਿਰ ਦੇ ਵਿੱਚ ਰਹਿ ਰਹੇ ਹੋ ਤੇ ਕਿੱਤਾ ਕਿਹੜਾ ਕਰਦੇ ਹੋ, ਉਹਦੇ ਬਾਰੇ ਦੱਸਿਓ ਪਲੀਜ਼। ਮੇਰਾ ਨਾਮ ਬੈਨ ਸਿੰਘ ਬਾਸ਼ਲ ਹੈ ਤੇ ਮੈਂ 2007 'ਚ ਇੱਥੇ ਮੂਵ ਹੋਇਆ ਸੀ ਕੈਲੀਫੋਰਨੀਆ ਤੋਂ। ਤੇ 2007 ਤੋਂ ਹੁਣ ਤੱਕ ਮਤਲਬ ਅਸੀਂ ਸੇਮ ਬਿਜ਼ਨਸ 'ਚ ਹੈ। ਮੈਂ ਐਕਚੁਅਲੀ ਸਟਾਰਟਿੰਗ ਸਾਡੀ ਜਿਹੜੀ ਸੀਗੀ ਉਹ ਸੀਗੀ ਟੈਕਸ ਦਾ ਬਿਜ਼ਨਸ ਸੀ ਸਾਡਾ, ਅਤੇ ਟਰੱਕਾਂ ਦੇ ਪਰਮਿਟ ਦਾ ਬਿਜ਼ਨਸ ਸੀ, ਜਿਹੜਾ ਅਸੀਂ ਕੈਲੀਫੋਰਨੀਆ ਤੋਂ ਇੱਥੇ ਕੰਟੀਨਿਊ ਕੀਤਾ ਸੀ ਕਿਉਂਕਿ ਮੇਰੇ ਕੈਲੀਫੋਰਨੀਆ ਤੋਂ ਕਾਫੀ ਜਿਹੜੇ ਕਲਾਇੰਟ ਸੀਗੇ ਉਹ ਇੱਥੇ ਮੂਵ ਕਰ ਗਏ ਸੀ। ਉਹਨਾਂ ਕਰਕੇ ਮੈਂ ਐਕਚੁਅਲੀ ਇੱਥੇ ਇੱਕ ਸੈਪਰੇਟ ਆਫਿਸ ਖੋਲ੍ਹਣ ਵਾਸਤੇ ਆਇਆ ਸੀ। ਦੈਨ ਆਈ ਐਂਡ ਅਪ ਸੈਟਲਿੰਗ ਹੇਅਰ। ਰੀਅਲ ਸਟੇਟ ਜਦੋਂ ਅਸੀਂ ਆਏ ਹਾਂ ਇੱਥੇ ਬਹੁਤ ਸਸਤੀ ਸੀ। 2007 ਦੇ ਵਿੱਚ ਐਵਰੇਜ ਜਿਹੜੀ ਹਾਊਸ ਹੈ 150,000 'ਚ 3 ਜਾਂ 4 ਬੈਡਰੂਮ ਦਾ ਤੁਹਾਨੂੰ ਘਰ ਮਿਲ ਜਾਂਦਾ ਸੀ। ਅਤੇ ਉਹਦੇ ਕਰਕੇ ਜਿਹੜੇ ਕੈਲੀਫੋਰਨੀਆ ਉਸ ਵੇਲੇ ਕਾਫੀ ਜ਼ਿਆਦਾ ਐਕਸਪੈਂਸਿਵ ਹੋਣ ਕਰਕੇ, ਨਿਊਯਾਰਕ ਕਾਫੀ ਐਕਸਪੈਂਸਿਵ ਹੋਣ ਕਰਕੇ, ਨਿਊਯਾਰਕ ਅਤੇ ਕੈਲੀਫੋਰਨੀਆ ਤੋਂ ਬਹੁਤ ਲੋਕ ਉਦੋਂ ਇੱਥੇ ਮੂਵ ਹੋਏ। ਉਹਨਾਂ 'ਚ ਅਸੀਂ ਵੀ ਮੂਵ ਹੋਏ ਹਾਂ। ਅਤੇ ਉਹ ਸਾਡਾ ਜਿਹੜਾ ਬਿਜ਼ਨਸ ਇੱਥੇ ਆ ਕੇ ਉਹ ਬਹੁਤ ਜ਼ਿਆਦਾ ਫਲਰਿਸ਼ ਹੋਇਆ। ਅਸੀਂ ਫਿਰ ਰੀਅਲ ਸਟੇਟ ਦੇ ਵਿੱਚ ਪੈ ਗਏ। ਰੀਅਲ ਸਟੇਟ ਐਜ਼ ਅ ਰੀਅਲ ਸਟੇਟ ਬ੍ਰੋਕਰ ਐਂਡ ਰੀਅਲ ਸਟੇਟ ਇਨਵੈਸਟਰ ਕਾਫੀ ਸਾਨੂੰ ਸਕਸੈਸ ਮਿਲੀ। ਫਿਰ ਅਸੀਂ ਨਾਲ ਟਰੱਕਿੰਗ ਇੰਸ਼ੋਰੈਂਸ ਦਾ ਬਿਜ਼ਨਸ ਵੀ ਸ਼ੁਰੂ ਕੀਤਾ। ਅਤੇ ਮਤਲਬ ਓਵਰਆਲ ਜੇ ਤੁਹਾਨੂੰ ਦੱਸੀਏ ਤਾਂ ਮਤਲਬ ਇਹ ਜਿਹੜਾ ਸਿਟੀ ਹੈਗਾ ਸਾਡੇ ਵਾਸਤੇ ਬਹੁਤ ਵੱਡੀ ਬਲੈਸਿੰਗ ਹੈ। ਅਤੇ ਮਤਲਬ ਇੱਥੇ ਹੁਣ ਵੀ ਅਜੇ ਵੀ ਸਕਸੈਸ ਦੇ ਕਿਸੇ ਬੰਦੇ ਵਾਸਤੇ ਵੀ ਬਹੁਤ ਜ਼ਿਆਦਾ ਅਪਰਚੁਨਿਟੀਜ਼ ਹੈਗੀਆਂ ਜਿਹੜੀਆਂ ਤੁਸੀਂ ਕਿਸੇ ਵੀ ਬਿਜ਼ਨਸ 'ਚ ਪੈ ਜਾਓ, ਕਿਉਂਕਿ ਐਕਸਪੈਂਸਿਸ ਘੱਟ ਹੋਣ ਕਰਕੇ, ਤੁਹਾਡੀ ਸੇਵਿੰਗ ਜ਼ਿਆਦਾ ਹੋਣ ਕਰਕੇ ਤੁਸੀਂ ਆਈ ਥਿੰਕ ਡਜ਼ਨਟ ਮੈਟਰ ਕਿਹੜੇ ਵੀ ਬਿਜ਼ਨਸ ਤੁਸੀਂ ਕਰਦੇ ਹੋ, ਐਸ ਇੰਡੀਆਨਾ ਦੇ ਵਿੱਚ ਤੁਸੀਂ ਬਹੁਤ ਵਧੀਆ ਪ੍ਰੋਸਪਰ ਕਰ ਸਕਦੇ ਹੋ। ਬਿਲਕੁਲ ਠੀਕ ਹੈ।
ਬਾਸ਼ਲ ਸਾਹਿਬ ਧੰਨਵਾਦ। ਹੋਰ ਵੀ ਬਹੁਤ ਸਾਰੇ ਸਵਾਲ ਨੇ ਤੁਹਾਡੇ ਤਜਰਬੇ ਦੇ ਵਿੱਚੋਂ, ਅਸੀਂ ਬਹੁਤ ਸਾਰੀਆਂ ਹੋਰ ਚੀਜ਼ਾਂ ਜੇ ਕੱਢਣੀਆਂ ਨੇ ਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਾਂਝੀਆਂ ਕਰਨੀਆਂ ਨੇ। ਸਾਡੇ ਨਾਲ ਚੀਮਾ ਸਾਹਿਬ ਤੇ ਸੋਢੀ ਸਾਹਿਬ ਨੇ। ਚੀਮਾ ਸਾਹਿਬ, ਪਹਿਲਾਂ ਤੁਸੀਂ ਆਪਣੇ ਬਾਰੇ ਥੋੜ੍ਹਾ ਜਿਹਾ ਵੀ ਕਦੋਂ ਤੋਂ ਇਸ ਸੂਬੇ ਦੇ ਵਿੱਚ ਆਏ, ਕਦੋਂ ਤੋਂ ਸ਼ਹਿਰ 'ਚ ਰਹਿ ਰਹੇ ਹੋ ਤੇ ਮੁੱਖ ਕਿੱਤਾ ਤੁਸੀਂ ਕਿਹੜਾ ਆ ਕੇ ਅਪਣਾਇਆ, ਫਿਰ ਆਪਾਂ ਡਿਟੇਲ 'ਚ ਗੱਲਾਂ ਫਿਰ ਕਰਦੇ ਹਾਂ। ਠੀਕ ਹੈ ਜੀ। ਮੇਰਾ ਨਾਂ ਜੀ ਅਵਤਾਰ ਸਿੰਘ ਚੀਮਾ ਅਤੇ ਮੈਂ ਜੀ 2006 ਦੇ ਵਿੱਚ ਅਗਸਤ 'ਚ ਇੱਥੇ ਮੂਵ ਹੋਇਆ ਸੀ। ਉਦੋਂ ਇੰਡੀਆ ਤੋਂ ਫੈਮਿਲੀ ਆਈ ਸੀ ਜੀ। ਮੈਂ ਕੈਲੀਫੋਰਨੀਆ ਸੈਨ ਹੋਜੇ ਦੇ ਵਿੱਚ ਰਹਿੰਦਾ ਸੀ ਜੀ। ਉੱਥੇ ਐਕਸਪੈਂਸਿਵ ਹੋਣ ਕਰਕੇ ਫੈਮਿਲੀ ਨੂੰ ਸੈੱਟ ਕਰਨਾ ਸੀ ਅਤੇ ਉਦੋਂ ਜੀ ਯਾਰਾਂ ਦੋਸਤਾਂ ਦੀ ਸਲਾਹ ਦੇ ਉੱਤੇ ਅਸੀਂ ਇੰਡੀਆਨਾ ਗੇੜਾ ਮਾਰਿਆ ਸੀ ਅਤੇ ਇੱਥੇ ਆ ਕੇ ਸਾਨੂੰ ਬੜਾ ਵਧੀਆ ਲੱਗਿਆ। ਅਤੇ ਇੱਥੇ ਆ ਕੇ ਜੀ ਮਾਹੌਲ ਇੱਕ ਤਾਂ ਬਹੁਤ ਵਧੀਆ ਲੱਗਿਆ ਸਾਨੂੰ ਜੀ। ਦੂਜਾ, ਜੇ ਅਸੀਂ ਜਿਹੜੀ ਲਿਵਿੰਗ ਕੋਸਟ ਦੇਖੀ ਹੈ ਜੀ, ਜੇ ਘਰਾਂ ਦੀਆਂ ਪ੍ਰਾਈਸਾਂ ਦੇਖੀਆਂ ਤੇ ਉੱਥੇ 7-7 8-8 ਲੱਖ ਦੇ ਘਰ ਸੀ ਜੀ। ਇੱਥੇ ਬੜਾ ਵਧੀਆ ਮਿਡਲ ਫੈਮਿਲੀ ਹੋਮ ਜਿੱਦਾਂ 1.5 ਤੇ 2 ਲੱਖ ਦੇ ਵਿੱਚ ਮਿਲ ਜਾਂਦਾ ਸੀ ਜੀ ਉਹਨਾਂ ਦਿਨਾਂ ਦੇ ਵਿੱਚ। ਤੇ ਆ ਕੇ ਜੀ ਪਹਿਲਾਂ ਤਾਂ ਤੁਹਾਨੂੰ ਲੱਗਦਾ ਵੀ ਜਿਵੇਂ ਇੰਡੀਆ ਤੋਂ ਆ ਕੇ ਅਮਰੀਕਾ 'ਚ ਨਹੀਂ ਦਿਲ ਲੱਗਦਾ ਹੈਗਾ, ਤੇ ਇੱਥੇ ਵੀ ਆ ਕੇ ਥੋੜ੍ਹਾ ਜਿਹਾ ਹੋਇਆ ਕਿ ਮੌਸਮ ਦਾ ਥੋੜ੍ਹਾ ਜਿਹਾ ਫਰਕ ਸੀ, ਪਰ ਕੋਈ ਮੌਸਮ ਚੱਲ ਜਾਂਦਾ ਜੀ। ਤੇ ਮੁੜ ਕੇ ਹੌਲੀ ਚਲੋ ਸਟਰਗਲ ਕਰੀ ਸ਼ੁਰੂ ਕੀਤਾ ਜੀ। ਮੈਂ ਕੈਲੀਫੋਰਨੀਆ ਸਨੋਜੇ 'ਚ ਜੀ ਮੈਂ ਟੈਕਸੀ ਚਲਾਉਂਦਾ ਸੀ, ਯੈਲੋ ਕੈਬ ਚਲਾਉਂਦਾ ਸੀ। ਪਰ ਇੱਥੇ ਆ ਕੇ ਵੀ ਦੇਖਿਆ ਵੀ ਕਿਹੜੇ ਕੰਮ ਦੇ ਵਿੱਚ ਹੱਥ ਪਏ। ਟੈਕਸੀ ਚਲਾ ਕੇ ਦੇਖੀ, ਟੈਕਸੀ 'ਚ ਇੰਨੀ ਗੱਲ ਨਹੀਂ ਬਣੀ ਵੀ ਉਹ ਏਰੀਆ ਵਧੀਆ ਹੋਣ ਕਰਕੇ ਵੀ ਜ਼ਿਆਦਾ ਟੂਰਿਸਟ ਉੱਥੇ ਆਉਣ ਕਰਕੇ ਵਧੀਆ ਸੀ। ਪਰ ਉਹ ਤੋਂ ਬਾਅਦ ਅਸੀਂ ਜੀ ਟਰੱਕਿੰਗ ਦਾ ਕੰਮ ਸ਼ੁਰੂ ਕੀਤਾ ਅਤੇ ਟਰੱਕਿੰਗ ਦੇ ਵਿੱਚ ਜੀ ਠੀਕ ਆ ਸਟਰਗਲ ਕਰਨੀ ਪਈ ਆ, ਪਰ ਟਰੱਕਿੰਗ ਦੇ ਵਿੱਚ ਵੀ ਪ੍ਰਮਾਤਮਾ ਨੇ ਬੜਾ ਵਧੀਆ ਹੱਥ ਫੜਿਆ ਜੀ। ਉਹ ਤੋਂ ਬਾਅਦ ਹੌਲੀ ਕਰਦੇ ਹੋਏ ਮੈਂ ਜੀ ਇੱਥੇ ਸਭ ਤੋਂ ਪਹਿਲੀ ਆਪਣੇ ਟਰੱਕਾਂ ਦੇ ਵਾਸਤੇ ਟਰੱਕ ਪਾਰਕਿੰਗ ਦਾ ਕੰਮ ਸ਼ੁਰੂ ਕੀਤਾ ਅਤੇ ਆਪਣੇ ਪੰਜਾਬੀਆਂ ਦੀ ਜਿੱਥੇ ਪਹਿਲੀ ਪਾਰਕਿੰਗ ਸੀਗੀ ਉਹ ਬੜੀ ਵਧੀਆ ਸਫਲ ਹੋਈ ਜੀ। ਸਾਰੇ ਹੀ ਸਾਡੇ ਬੰਦਿਆਂ ਨੇ ਬੜਾ ਵਧੀਆ ਸਾਥ ਦਿੱਤਾ ਜੀ ਅਤੇ ਪ੍ਰਮਾਤਮਾ ਦੀ ਕਿਰਪਾ। ਅਤੇ ਅੱਜ ਜੀ ਮੇਰਾ ਖਿਆਲ ਵੀ 25-30 ਵੀ ਇੱਥੇ ਬਣੀਆਂ ਹੋਈਆਂ ਜੀ ਟਰੱਕ ਪਾਰਕਿੰਗਾਂ, ਅਤੇ ਉਹ ਵੀ ਅਜੇ ਇਨਫ ਨਹੀਂ ਹੈਗੀਆਂ ਕਿਉਂ ਟਰੱਕਾਂ ਦਾ ਬਿਜ਼ਨਸ ਜੀ ਜਿਹੜੀ ਸਾਡੀ ਸਟੇਟ ਆ ਜੀ, ਇਹ ਮੇਨ ਟਰੱਕਾਂ ਦੇ ਬਿਜ਼ਨਸ ਲਈ ਕਾਫੀ ਜ਼ਿਆਦਾ ਮਸ਼ਹੂਰ ਹੈ ਜੀ। ਕਾਫੀ ਜ਼ਿਆਦਾ ਜਾਣੀ ਕੋਈ ਵੀ ਬੰਦਾ ਇੱਥੇ ਆਉਣਾ ਚਾਹੁੰਦਾ ਕਿਸੇ ਵੀ ਪੱਖ ਤੋਂ ਜੀ, ਕਿਸੇ ਵੀ ਫੀਲਡ 'ਚ ਆ ਜਾਓ। ਮੰਨ ਲਓ ਇੱਥੇ ਗੈਸ ਸਟੇਸ਼ਨਾਂ ਦੇ ਉੱਤੇ ਵੀ ਆਪਣੇ ਬੰਦੇ ਸਾਰੇ ਕਾਮਯਾਬ ਆ ਜੀ, ਲੀਕਰ ਸਟੋਰਾਂ ਦੇ ਉੱਤੇ। ਅਤੇ ਜੇ ਕਰੀਏ ਗੱਲ ਇਹਦੀ ਹੋਟਲਾਂ ਦੀ ਜੀ, ਹੋਟਲ ਕੋਈ ਵੀ ਫੀਲਡ ਇੱਦਾਂ ਦਾ ਨਹੀਂ ਹੈਗਾ ਜੀ। ਬਾਕੀ ਇਹ ਵੀ ਜਦੋਂ ਇੱਥੇ ਆ ਕੇ ਸਾਰਿਆਂ ਨੇ ਕੰਮ ਕਰਨਾ ਸ਼ੁਰੂ ਕੀਤਾ, ਹਰ ਇੱਕ ਬੰਦੇ ਦੇ ਕੋਲ ਸੋਰਸ ਬਹੁਤ ਥੋੜ੍ਹੇ ਸੀਗੇ ਜੀ, ਜਿਵੇਂ ਇਨਕਮ ਦੇ। ਹੌਲੀ ਸਟਰਗਲ ਕੀਤੀ। ਅੱਜ ਜਿਹੜੀ ਮੈਂ ਇੰਨੀ ਗੱਲ ਕਹਿ ਸਕਦਾ ਵੀ ਜਿਹੜੀ ਇੰਡੀਆਨਾ ਸਟੇਟ ਹੈ ਜੀ, ਇੱਕ ਤਾਂ ਸਾਡੇ ਮੰਨ ਲਓ ਇੰਡੀਆ ਦੇ ਨਾਂ ਨਾਲ ਹੀ ਮਿਲਦੀ ਆ ਜੀ, ਉਸ ਕਰਕੇ ਵੀ ਸਾਨੂੰ ਥੋੜ੍ਹਾ ਜਿਹਾ ਹੁੰਦਾ ਜੀ, ਆਪਣਾ ਜਿਹਾ ਮਹਿਸੂਸ ਹੁੰਦਾ ਉਹਦੇ ਵਿੱਚ। ਉਸ ਕਰਕੇ ਤਕਰੀਬਨ ਇੰਡੀਆ ਨੂੰ ਵੀ ਜੇ ਫੋਨ ਕਰਦੇ ਹੋ, ਜੇ ਕਿਸੇ ਨੂੰ ਕਹੀਏ ਨਾ ਕਿੱਥੋਂ ਬੋਲਦੇ ਆ, ਅਸੀਂ ਕਹੀਦਾ ਵੀ ਇੰਡੀਆਨਾ ਸਟੇਟ ਤੋਂ, ਉਹ ਕਈ ਵਾਰ ਤਾਂ ਗੱਲੇ ਨਹੀਂ ਸੁਣਦੇ ਵੀ ਇੰਡੀਆ ਤੋਂ ਹੀ ਬੋਲ ਰਿਹਾ ਕੋਈ ਨਾ ਕੋਈ। ਪਰ ਨਹੀਂ, ਇੱਥੇ ਜੀ ਮੈਂ ਕਹਿੰਦਾ ਵੀ ਸਾਡੇ ਲਈ ਇਹ ਇੱਕ ਵਰਦਾਨ ਹੈ ਜੀ, ਸਾਡੇ ਪੰਜਾਬੀਆਂ ਲਈ। ਕੋਈ ਵੀ ਬੰਦਾ ਮੰਨ ਲਓ 2005-06 ਤੋਂ ਆਇਆ, ਮੈਂ ਨਹੀਂ ਕਹਿੰਦਾ ਵੀ ਉਹ ਇਹ ਗੱਲ ਕਹੇ ਵੀ ਅਸੀਂ ਘੱਟ ਹਾਂ ਜੀ ਕਿਸੇ ਨਾਲੋਂ। ਪਰਮਾਤਮਾ ਨੇ ਇੰਨਾ ਕੁਛ ਦਿੱਤਾ ਸਾਰਿਆਂ ਨੂੰ। ਅਸੀਂ ਰੀਅਲ ਸਟੇਟ ਦੇ ਵਿੱਚ ਵੀ ਹੈ ਜੀ, ਮੇਰੇ ਐਗਰੀਕਲਚਰ ਲੈਂਡ ਜਾਂ ਡਿਵੈਲਪਿੰਗ ਲੈਂਡ ਆ 200 ਏਕੜ ਹੈਗਾ ਸਾਡੇ ਕੋਲ ਲਿਆ ਹੋਇਆ। ਅਤੇ ਬਾਕੀ ਹੋਰ ਵੀ ਜਿੱਦਾਂ ਵਰਕਸ਼ਾਪਾਂ ਵਗੈਰਾ ਵੀ ਬਹੁਤ ਵਧੀਆ ਰਹਿਮਤ ਹੈ ਜੀ। ਅਸੀਂ ਤਾਂ ਹੋਰ ਵੀ ਆਪਣੀ ਕਮਿਊਨਿਟੀ ਨੂੰ ਸੱਦਾ ਪੱਤਰ ਦੇਵਾਂਗੇ। ਇੱਕ ਇੱਥੇ ਦੀ ਜਿਹੜੀ ਖਾਸੀਅਤ ਹੈ ਜੀ, ਇੱਕ ਇੱਥੋਂ ਦੇ ਲੋਕ ਬਹੁਤ ਵਧੀਆ ਨੇ, ਬਹੁਤ ਹੀ ਵਧੀਆ ਨੇ। ਜਿਹੜਾ ਸਕੂਲ ਸਿਸਟਮ ਆ ਉਹ ਵੀਰ ਜੀ ਇੰਨਾ ਵਧੀਆ ਹੈ ਵੀ ਜਿਹੜੇ ਕੈਲੀਫੋਰਨੀਆ 'ਚ ਮੰਨ ਲਓ ਪਬਲਿਕ ਸਕੂਲ ਨੇ, ਪ੍ਰਾਈਵੇਟ ਸਕੂਲ ਕਹਿ ਸਕਦੇ ਹਾਂ ਅਸੀਂ, ਅਤੇ ਪ੍ਰਾਈਵੇਟ ਅਤੇ ਇੱਥੇ ਪਬਲਿਕ ਸਕੂਲ ਜਿਹੜੇ ਗੌਰਮੈਂਟ ਵਾਲੇ ਆ ਉਹਨੂੰ ਵੀ ਇਹ ਵੇਟ ਕਰਦੇ ਆ। ਮੇਰਾ ਬੇਟਾ ਆ ਕੇ ਜੀ ਇੱਥੇ ਕਲਾਸ 6th ਗ੍ਰੇਡ ਦੇ ਵਿੱਚ ਲੱਗਿਆ ਸੀ ਜੀ। ਉਸ ਸਕੂਲ ਦੇ ਵਿੱਚੋਂ ਜੀ ਅੱਜ ਉਹ ਡਾਕਟਰ MD ਬਣ ਰਿਹਾ। ਹਾਂਜੀ, ਵੀ ਇਸ ਪੱਖੋਂ ਵੀ ਸਟੱਡੀ ਪੱਖੋਂ ਜੇ ਸਕੂਲ ਦੇ ਵਿੱਚ ਵੀ ਜਾਈਏ ਕੋਈ ਡਿਸਕ੍ਰਿਮੀਨੇਸ਼ਨ ਨਹੀਂ। ਪਿਊਪਲ ਖਾਸ ਕਰਕੇ ਜੇ ਤੁਸੀਂ ਇੱਥੇ ਸਟੋਰਾਂ 'ਤੇ ਕਿਤੇ ਜਾਓ ਨਾ, ਜਿੱਦਾਂ ਵਾਲਮਾਰਟ ਦੇ ਵਿੱਚ, ਤੁਹਾਨੂੰ ਇੱਦਾਂ ਫੀਲ ਹੁੰਦਾ ਵੀ ਜਿਵੇਂ ਆਪਣੇ ਇੰਡੀਆ 'ਚ ਨਹੀਂ ਫੈਮਿਲੀ ਆਉਂਦੀ, ਦਾਦੇ ਨਾਲ ਪੋਤੇ ਫਿਰਿਆ, ਜਿਹੜੇ ਵਾਈਟ ਪੀਪਲ ਆ, ਗੋਰੇ ਪੀਪਲ ਆ ਨਾ, ਆਪਣੇ ਪੋਤਿਆਂ ਨੂੰ ਨਾਲ ਹੀ ਫਿਰਦੇ ਆ। ਜਦ ਕਿ ਜੇ ਤੁਸੀਂ ਆਪਾਂ ਦੇਖੀਏ ਕੈਲੀਫੋਰਨੀਆ ਮੰਨ ਲਓ ਜਿਹੜਾ ਵੇ ਏਰੀਆ ਹੋ ਗਿਆ ਜਾਂ ਨਿਊਯਾਰਕ ਹੋ ਗਿਆ, ਜਿਹੜੇ ਮੇਨ ਨੇ ਸ਼ਿਕਾਗੋ, ਉੱਥੇ ਜੀ ਉਹ ਪਣਤ ਨਹੀਂ ਹੈਗੀ ਉਹਨਾਂ ਲੋਕਾਂ ਦੇ ਵਿੱਚ ਜਿੱਦਾਂ, ਠੀਕ ਹੈ ਨਾ। ਇਸ ਕਰਕੇ ਸਾਨੂੰ ਤਾਂ ਜੀ ਬਹੁਤ ਵਧੀਆ ਲੱਗਿਆ। ਅਸੀਂ ਤਾਂ ਸਭ ਨੂੰ ਸੱਦਾ ਪੱਤਰ ਦੇਵਾਂਗੇ ਵੀ ਇਸ ਸਟੇਟ ਦੇ ਵਿੱਚ ਆਓ, ਕਿਸੇ ਵੀ ਕਿਸਮ ਦੀ ਹੈਲਪ ਦੀ ਲੋੜ ਹੈ ਜੀ, ਕਿਸੇ ਵੀ ਫੀਲਡ 'ਚ ਜਿੰਨੀ ਕਿ ਸਾਨੂੰ ਨੌਲੇਜ ਹੈਗੀ ਹੈ ਤਾਂ ਅਸੀਂ ਹਰ ਟਾਈਮ ਉਸ ਕੰਮ ਲਈ ਤਿਆਰ ਹਾਂ ਜੀ। ਬਿਲਕੁਲ ਠੀਕ। ਚੀਮਾ ਸਾਹਿਬ ਤੁਹਾਡਾ ਧੰਨਵਾਦ। ਅਸੀਂ ਫਿਰ ਤੁਹਾਡੇ ਕੋਲੋਂ ਬਹੁਤ ਸਾਰੀਆਂ ਗੱਲਾਂ ਜੇ ਹੋਰ ਤੁਹਾਡੇ ਤਜਰਬੇ 'ਚੋਂ ਜਾਣਨੀਆਂ ਨੇ। ਸੋਢੀ ਸਾਹਿਬ ਸਾਡੇ ਨਾਲ ਨੇ। ਸੋਢੀ ਸਾਹਿਬ, ਤੁਸੀਂ ਹੁਣ ਆਪਦਾ ਤਜਰਬਾ, ਤੁਸੀਂ ਕਦੋਂ ਤੋਂ ਸਟੇਟ ਦੇ ਵਿੱਚ ਆਏ, ਕਿਹੜੇ ਸ਼ਹਿਰ ਤੋਂ ਆਏ, ਭਾਰਤ ਤੋਂ ਕਦੋਂ ਆਏ ਸੀ, ਅਤੇ ਫਿਰ ਹੁਣ ਇੱਥੇ ਆ ਕੇ ਕਿੱਤਾ ਕਿਹੜਾ ਅਪਣਾਇਆ ਜੀ? ਮੇਰਾ ਨਾਮ ਨਰਿੰਦਰ ਸੋਢੀ, ਅਤੇ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਪ੍ਰਾਈਮ ਏਸ਼ੀਆ ਟੀਮ ਦਾ, ਜਿਹੜੇ ਸਾਡੇ ਸ਼ਹਿਰ 'ਚ ਅੱਜ ਆਏ ਆ ਅਤੇ ਸਾਨੂੰ ਮੌਕਾ ਮਿਲਿਆ ਤੁਹਾਨੂੰ ਮਿਲਣ ਦਾ। ਤਾਂ ਧੰਨਵਾਦ ਸਰੋਤਿਆਂ ਦਾ ਵੀ ਜਿਹੜੇ ਸਾਨੂੰ ਸੁਣ ਰਹੇ ਨੇ। ਮੈਂ ਜੀ ਇੰਡੀਆ ਫਗਵਾੜੇ ਦੇ ਲਾਗੇ ਸਾਡਾ ਪਿੰਡ ਖੋਥੜਿਆ ਸੀ। 85 'ਚ ਮੈਂ ਇੰਡੀਆ ਛੱਡਿਆ ਸੀ, ਅਤੇ 80 ਉੱਥੇ ਵੀ ਮੈਂ ਟਰੈਕਿੰਗ ਕਰਦਾ ਹੁੰਦਾ ਸੀ। ਘੁੰਮਾਉਂਦੇ ਅਸੀਂ 86-87 'ਚ ਨਿਊਯਾਰਕ ਸ਼ਹਿਰ ਪਹੁੰਚ ਗਏ।
ਤੇ ਉੱਥੇ ਅਸੀਂ 10-12 ਸਾਲ ਟੈਕਸੀ ਚਲਾਈ, ਹੋਰ ਕੰਮ ਬਹੁਤ ਸਾਰੇ ਕੀਤੇ। ਤੇ ਇੱਕ ਤਰ੍ਹਾਂ ਦਾ ਇੱਦਾਂ ਹੋ ਗਿਆ ਮਨ ਹੁਣ ਵਾਪਸ ਚਲੇ ਜਾਈਏ ਇੰਡੀਆ ਰਹੀਏ ਜਾ ਕੇ। ਪਰ ਟਰੱਕ ਚਲਾਉਣ ਲੱਗ ਪਿਆ ਵੀ ਕੰਮ ਛੱਡ ਦਿੰਦੇ ਆ, ਨਹੀਂ ਜੀ ਲੱਗਦਾ ਰੋਜ਼ ਲੋਕਲ ਕੰਮ ਕਰਨਾ, ਰੋਜ਼ ਸਵਾਰੀ ਢੋਣੀ। ਤੇ ਇਹ ਕਹਿੰਦੇ ਚਲੋ ਤੂੰ ਟਰੱਕ ਚਲਾ ਲਓ। ਟਰੱਕ ਚਲਾ ਕੇ ਅਸੀਂ ਇੰਡੀਅਨ ਆਏ। ਇੱਥੇ ਫਰੈਂਕਲਿਨ ਪੈਂਦਾ, ਇੱਥੇ ਖਾਲੀ ਬੋਤਲਾਂ ਬਣੀਆਂ ਪਲਾਸਟਿਕ ਦੀਆਂ, ਐਮਕੌਰ। ਕਿਹੜੇ ਸ਼ਹਿਰ ਕਿਹੜੇ ਸੰਨ ਚ ਆਏ ਇੱਥੇ ਮੈਂ 2005 ਚ ਆਇਆ। 2003 ਚ ਮੈਂ ਟਰੱਕ ਲੈ ਕੇ ਆਇਆ ਸੀ ਲੋਡ ਲੈ ਕੇ। ਤੇ ਮੈਨੂੰ ਇੱਦਾਂ ਲੱਗਾ ਜਿਵੇਂ ਸਾਡਾ ਇਹ ਪੰਜਾਬ ਆ, ਛੱਲੀਆਂ ਬੜੀਆਂ ਜਿੱਦਾਂ ਫਸਲਾਂ ਲੱਗੀਆਂ। ਮੈਂ ਵੀ ਆਹ ਤੇ ਪੰਜਾਬ ਹੀ ਆ ਗਿਆ, ਵੀ ਆਪਾਂ ਇੱਥੇ ਮੂਵ ਹੋ ਜਾਣਾ। ਤੇ ਜਦੋਂ ਮੈਂ 2005 ਚ ਆਇਆ ਤੇ ਮੈਨੂੰ ਲੱਗਾ ਕਿ ਮੇਰੇ ਵਰਗੇ ਹੋਰ ਵੀ ਬਹੁਤ ਸਾਰੇ ਹੈਗੇ ਜਿਹੜੇ ਇੱਥੇ ਆਉਣਾ ਚਾਹੁੰਦੇ ਆ। ਤੇ ਇੱਥੇ ਉਹ 2005 ਚ ਉਹ ਸਮਾਂ ਸੀ ਜਦੋਂ 87-88 ਸਾਨੂੰ ਨਿਊਯਾਰਕ ਕੋਈ ਬੰਦਾ ਟੱਕਰ ਜਾਂਦਾ ਸੀ ਨਾ, ਉਹਦਾ ਫੋਨ ਨੰਬਰ ਲਗਾਇਆ, ਐਡਰੈਸ ਪੁੱਛੇ ਬਿਨਾਂ ਨਹੀਂ ਜਾਣ ਦੇਈਦਾ ਸੀ। ਬਾਹਲੇ ਬੰਦੇ ਨਹੀਂ ਸੀ, ਬਹੁਤ ਥੋੜ੍ਹੇ ਬੰਦੇ ਸੀ। ਅਸੀਂ ਪੁੱਛਦੇ ਸਾਨੂੰ ਘਰ ਜੀ ਉੱਥੇ ਲੈ ਕੇ ਦਿਓ ਜਿੱਥੇ ਇੱਕ ਪੰਜਾਬੀ ਫੈਮਿਲੀ ਹੋਰ ਹੋਵੇ। ਤਾਂ ਫਿਰ ਇੱਦਾਂ ਦੀ ਕਿਰਪਾ ਹੋਈ, ਫਿਰ ਪੰਜਾਬੀ ਹੋ ਗਏ ਜੀ। ਤਾਂ ਹੌਲੀ ਹੌਲੀ ਅਸੀਂ ਜੁੜਦੇ ਗਏ। ਫਿਰ ਮੈਂ ਬਿਜ਼ਨਸ ਦੇ ਬੇਸ ਨਾਲ ਆਇਆ ਸੀ ਕਿ ਗੈਸ ਸਟੇਸ਼ਨ ਲਵਾਂਗਾ, ਕੁਛ ਹੋਰ ਕਰਾਂਗਾ। ਹੌਲੀ ਹੌਲੀ ਮੈਂ ਟਰੱਕਿੰਗ ਨਾਲ ਜੁੜ ਗਿਆ। ਟਰੱਕਿੰਗ ਇੱਥੇ ਮੈਨੂੰ ਚੰਗਾ ਲੱਗਾ ਕਿਉਂਕਿ ਸੈਂਟਰਲ ਸਟੇਟ ਪੈਂਦੀ ਇਹਨੂੰ ਭਾਜੀ ਕ੍ਰਾਸ ਰੋਡ ਕੁਛ ਕਹਿੰਦੇ ਨਾ, ਕ੍ਰਾਸ ਰੋਡ ਆਫ ਅਮਰੀਕਾ। ਕਿਸੇ ਪਾਸੇ ਨੂੰ ਵੀ ਚਲੇ ਜਾਓ, ਚਾਰੇ ਪਾਸੇ ਦੇ ਟਰੱਕਿੰਗ ਹੈ। ਪਾਣੀ ਹੈ ਨਹੀਂ, ਇੱਧਰ ਦੀ ਲੰਘ ਕੇ ਜਾਣਾ ਪੈਣਾ, ਇੱਥੋਂ ਦੀ ਲੰਘ ਕੇ ਜਾਣਾ ਪੈਣਾ। ਇਧਰ ਕੈਨੇਡੀਅਨ ਸਾਰੇ ਇੱਥੋਂ ਲੰਘ ਕੇ ਜਾਂਦੇ ਨੇ। ਸੋ ਦਿਸ ਇਜ਼ ਦਾ ਹੱਬ। ਤੇ ਟਰੱਕਿੰਗ ਫਿਰ ਅਸੀਂ ਟਰੱਕਿੰਗ 'ਚ ਹੀ ਲੱਗੇ। ਹੌਲੀ ਹੌਲੀ ਬਿੰਨ ਭਾਜੀ ਨਾਲ ਜੁੜੇ। ਇਹਨਾਂ ਨੇ ਸਾਨੂੰ ਹੋਰ ਚਾਟ ਲਾਤੀ, ਥੋੜ੍ਹਾ ਰੀਅਲ ਸਟੇਟ 'ਚ ਵੀ ਘਰ ਵੀ ਲੈ ਲਓ ਮਾੜਾ ਮੋਟਾ ਕੁਛ। ਤੇ ਐਂ ਜੁੜ ਕੇ ਮਿਲ ਕੇ ਚੱਲਦੇ ਗਏ, ਤਦੇ ਹੀ ਵਧੇ ਆ। ਬਾਕੀ ਜਿਹੜਾ ਵੀ ਮਿਹਨਤੀ ਬੰਦਾ ਆ ਉਹ ਕਿਤੇ ਵੀ ਵਧਣ ਦੀ ਸਮਰੱਥਾ ਰੱਖਦਾ। ਤੇ ਵੈਲਕਮ ਹੈ ਜਿਹੜਾ ਬੰਦਾ ਵਧਣਾ ਚਾਹੁੰਦਾ। ਹਾਲੇ ਵੀ ਇੱਥੇ ਮਿਲ ਕੇ ਚਲੋ, ਪਿਆਰ ਨਾਲ ਚਲੋ, ਲੱਤਾਂ ਨਾ ਖਿੱਚੋ ਇੱਕ ਦੂਜੇ ਦੀਆਂ, ਤਾਂ ਤੁਸੀਂ ਵਧੋਗੇ, ਇਹ ਮੇਰੀ ਗਰੰਟੀ ਆ। ਫਿਰ ਹੋਰ ਵੀ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ। ਸੋ ਮੁੱਕਦੀ ਗੱਲ ਕਿ ਇੱਕ ਪਹਿਲਾਂ ਭਾਰਤ ਤੋਂ ਇੱਥੇ ਪ੍ਰਵਾਸ ਕੀਤਾ, ਫਿਰ ਇੱਥੇ ਆ ਕੇ ਅਸੀਂ ਵੱਡਿਆਂ ਸ਼ਹਿਰਾਂ ਵੱਲ ਸਾਡੀ ਖਿੱਚ ਹੁੰਦੀ ਹੈ। ਜੇ ਅਸੀਂ ਕੈਨੇਡਾ 'ਚ ਵੀ ਬੈਠੇ ਹਾਂ ਤੇ ਸਾਡੀ ਪਹਿਲੀ ਚੋਇਸ ਹੋਏਗੀ ਕਿ ਵੈਨਕੂਵਰ ਜਾਈਏ, ਟੋਰਾਂਟੋ ਜਾਈਏ। ਫਿਰ ਇੱਦਾਂ ਕਰਕੇ ਜਦੋਂ ਉਸ ਤੋਂ ਬਾਅਦ ਪਤਾ ਲੱਗਦਾ ਇੱਥੇ ਆ ਕੇ ਵੀ ਜ਼ਿੰਦਗੀ ਸਖਾਲੀ ਕਿੰਨਾ ਸ਼ਹਿਰਾਂ 'ਚ ਹੁੰਦੀ ਹੈ। ਇੱਦਾਂ ਜਦੋਂ ਬੰਦਾ ਅਮਰੀਕਾ 'ਚ ਆਉਂਦਾ ਹੋਊਗਾ ਤੇ ਕੈਲੀਫੋਰਨੀਆ ਬਾਰੇ ਸੁਣਿਆ ਹੋਊਗਾ, ਫਿਰ ਬੰਦੇ ਨੇ ਨਿਊਯਾਰਕ ਬਾਰੇ, ਸ਼ਿਕਾਗੋ ਬਾਰੇ ਸੁਣਿਆ ਹੋਊਗਾ। ਸੋ ਇਹੀ ਸਾਰੇ ਇਹ ਚੀਜ਼ ਕਰਦੇ ਆ। ਪਰ ਹੌਲੀ ਹੌਲੀ ਆ ਕੇ ਫਿਰ ਜਦੋਂ ਬੰਦਾ ਇੱਥੇ ਆ ਕੇ ਵੇਖਦਾ ਕਿ ਬਈ ਬਿਹਤਰ ਜ਼ਿੰਦਗੀ, ਬੱਚਿਆਂ ਦੇ ਵਾਸਤੇ ਪੋਟੈਂਸ਼ੀਅਲ, ਆਪਣੇ ਰਹਿਣ ਲਾਇਕ ਸੌਖੇ ਹੋ ਗਏ ਇੱਥੇ ਜਿਆ ਜਾਣਾ। ਕਈ ਵਾਰੀ ਅਸੀਂ ਵੱਡਿਆਂ ਸ਼ਹਿਰਾਂ 'ਚ ਰਹੀ ਵੀ ਜਾਂਦੇ ਹਾਂ, ਅਸੀਂ ਘੁੱਟੇ ਪਏ ਹਾਂ ਅੰਦਰੋਂ। ਪਰ ਅਸੀਂ ਹੈਂਡ ਟੂ ਮਾਊਥ ਇੱਦਾਂ ਚੱਲੇ। ਅੱਜ ਆਪਣਾ ਸੋਢੀ ਸਾਹਿਬ, ਚੀਮਾ ਸਾਹਿਬ ਤੇ ਬਾਸ਼ਲ ਸਾਹਿਬ ਤੁਹਾਡੇ ਵੀ ਵੱਡੇ ਤਜਰਬੇ ਨੇ। ਪਰ ਅੱਜ ਵੱਡਿਆਂ ਸ਼ਹਿਰਾਂ ਦੇ ਵਿੱਚ ਜੇ ਕੋਈ ਬੰਦਾ ਰਹਿੰਦਾ ਨਾ, ਜੇ ਉਹਨੇ ਇੰਡੀਆ ਮਹੀਨਾ ਇੱਕ ਕੱਟਣ ਜਾਣਾ ਨਾ, ਉਹਨੂੰ 6 ਮਹੀਨੇ ਪਹਿਲਾਂ ਤਿਆਰੀ ਸ਼ੁਰੂ ਕਰਨੀ ਪੈਂਦੀ ਆ ਕਿ ਬਈ ਮੈਂ ਉਹ ਮਹੀਨੇ ਵਾਸਤੇ ਪੈਸੇ ਰਾਖਵੇਂ ਕਿੱਦਾਂ ਕਰਨੇ ਆ। ਸੋ ਇੱਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ। ਹੁਣ ਅਸੀਂ ਗਰੋਸਰੀਆਂ ਦੀ ਗੱਲ ਕਰ ਲਈਏ, ਅਸੀਂ ਤੇਲ ਕੀਮਤਾਂ ਦੀ ਗੱਲ ਕਰ ਲਈਏ, ਤੇ ਉਹਨਾਂ ਨੇ ਨਾਰਥ ਅਮਰੀਕਾ ਹਿਲਾਇਆ ਪਿਆ। ਵੱਡਿਆਂ ਸ਼ਹਿਰਾਂ ਦੇ ਵਿੱਚ ਸਾਡੇ ਵੈਨਕੂਵਰ 'ਚ, ਟੋਰਾਂਟੋ 'ਚ, ਅਸੀਂ ਕੈਲੀਫੋਰਨੀਆ ਵੱਲ ਦੇਖਿਆ $6.5 ਨੂੰ ਗੈਲਨ ਤੇਲ। ਤੇ ਜਦੋਂ ਅਸੀਂ ਇੱਥੇ ਤੁਹਾਡੇ ਸੂਬੇ 'ਚ ਆਏ ਹਾਂ, ਇੱਥੇ ਅੱਧੋ ਅੱਧ ਰੇਟ ਹੋਇਆ। ਚੀਮਾ ਸਾਹਿਬ ਇਹਦਾ ਕੀ ਕਾਰਨ ਆ ਜੀ ਬੇਟਾ? ਬਾਈ ਜੀ ਸ਼ੁਰੂ ਤੋਂ ਹੀ ਜਦੋਂ ਤੋਂ ਅਸੀਂ ਇੱਥੇ ਆਏ ਹਾਂ ਤੇ ਗੈਸ ਪ੍ਰਾਈਸ ਦਾ ਤੇ ਘਰਾਂ ਦਾ ਤਾਂ ਬਹੁਤ ਵੱਡਾ ਫਰਕ ਆ। ਘੱਟੋ ਘੱਟ $1 ਜਾਂ $1.5 ਦਾ ਤਾਂ ਰਹਿੰਦਾ ਹੀ ਰਹਿੰਦਾ। ਪਰ ਹੁਣ ਥੋੜ੍ਹਾ ਜਿਹਾ ਜ਼ਿਆਦਾ ਲੱਗ ਰਿਹਾ ਇਸ ਟਾਈਮ ਦੇ ਵਿੱਚ ਜੀ। ਤੁਸੀਂ ਇੱਥੇ ਜਿਹੜੀ ਮੰਨ ਲਓ ਗਰੋਸਰੀ ਆ, ਅਸੀਂ ਗਰੋਸਰੀ ਤਕਰੀਬਨ ਆਪਣੇ ਪੰਜਾਬੀਆਂ ਦਾ ਮੇਨ ਹੁੰਦਾ ਜੀ ਦੁੱਧ ਦਾ ਕੰਮ ਕਰ, ਵੀ ਦੁੱਧ ਲੈਣਾ ਜੀ। ਇੱਥੇ ਤੁਸੀਂ ਦੇਖੋ ਵੀ 99 ਸੈਂਟ ਨੂੰ ਗੈਲਨ ਦੁੱਧ ਦੀ ਮਿਲਦੀ ਸੀ। ਅੱਛਾ, ਹਾਂਜੀ। ਬਾਕੀ ਕਿਹੜੇ ਸਾਲ ਦੀ ਗੱਲ ਹੈ ਇਹ ਵੀਰ ਜੀ? 2006 ਤੋਂ ਆਏ ਆ, ਮੇਰੇ ਖਿਆਲ 10-12 ਤੱਕ ਸਾਨੂੰ ਇਹ ਮਿਲਦੀ ਰਹੀ ਹੈਗਾ। ਹੁਣ ਆ ਕੇ ਥੋੜ੍ਹੀ ਜਿਹੀ ਇਨਕਰੀਜ਼ ਆਈ, ਹੁਣ ਵੀ ਅਜੇ ਵੀ $2.25 ਜਾਂ $2.5 ਨੂੰ ਤਕਰੀਬਨ ਅਜੇ ਵੀ ਮਿਲਦੀ ਹੈ ਜੀ ਇੱਥੇ। ਜਦ ਕਿ ਜੇ ਅਸੀਂ ਕੰਪੇਅਰ ਕਰੀਏ ਕੈਲੀਫੋਰਨੀਆ ਤੇ ਨਿਊਯਾਰਕ ਨੂੰ ਜੀ, ਉੱਥੇ $4.5 ਜਾਂ $5 ਦਾ ਗੈਲਨ ਦਾ ਰੇਟ ਆ। ਦੂਜੇ ਨੰਬਰ 'ਤੇ ਜੀ ਜਿਵੇਂ ਹੁਣ ਕਾਰਾਂ ਦੀ ਇੰਸ਼ੋਰੈਂਸ ਆ ਗਈ, ਕਾਰਾਂ ਦੀ ਇੰਸ਼ੋਰੈਂਸ ਦਾ ਜੀ ਅੱਧ ਨਾਲੋਂ ਵੀ ਵੱਧ ਫਰਕ ਹੈ ਇੱਥੇ। ਕੈਲੀਫੋਰਨੀਆ ਉਹੀ ਜਿਹੜੀ ਕਾਰ ਦੀ ਇੰਸ਼ੋਰੈਂਸ ਹੈ ਉਹ ਹੋਊਗੀ 1700-1800 ਦੇ ਵਿੱਚ, 1500 ਦੇ ਵਿੱਚ, ਜਾਣੀ ਕਾਰ ਦੇ ਕੁਆਲਿਟੀ 'ਤੇ ਜਾਂ ਮਾਡਲ 'ਤੇ ਵੀ ਨਿਰਭਰ ਕਰਦਾ। ਪਰ ਇੱਥੇ ਆਮ 400-500 ਦੇ ਵਿੱਚ ਕਾਰਾਂ ਦੀ ਵੀ ਇੰਸ਼ੋਰੈਂਸ ਹੁੰਦੀ ਹੈ। ਜਿਹੜੀ ਐਕਸਪੈਂਸ ਨੇ ਨਾ ਸਾਡੇ ਜੀ, ਉਹ ਬਹੁਤ ਘੱਟ ਨੇ ਇੱਥੇ ਹਰ ਇੱਕ ਪੱਖ ਤੋਂ। ਬਾਕੀ ਲੋਕਾਂ ਦਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਮਿਲਵਰਤਣ ਵਾਲੇ ਲੋਕੀ ਨੇ, ਹਰ ਇੱਕ ਦੂਜੇ ਦੀ ਜੀ ਕਿਸੇ ਵੀ ਫੀਲਡ 'ਚ ਚਲੇ ਜਾਓ ਤੁਹਾਨੂੰ ਇੱਥੇ ਹੈਲਪ ਕਰ ਦੇਗਾ। ਇਹੋ ਜਿਹਾ ਕੋਈ ਹੋ ਹੀ ਨਹੀਂ ਸਕਦਾ ਵੀ ਤੁਸੀਂ ਕਿਸੇ ਫੀਲਡ 'ਚ ਜਾਓ ਤੁਹਾਡੀ ਨਹੀਂ ਹੈਲਪ ਕਰ, ਜਿਹੜੀ ਕੋਈ ਡਿਸਕ੍ਰਿਮੀਨੇਸ਼ਨ ਨਾ ਆਉਂਦੀ ਇੱਥੇ ਕੋਈ ਚੀਜ਼ ਨਹੀਂ ਜੀ ਹੈਗੀ। ਬਹੁਤ ਵਧੀਆ ਲੋਕ ਨੇ ਜੀ ਇੱਥੇ ਦੇ। ਅੱਛਾ ਚੀਮਾ ਸਾਹਿਬ, ਤੁਸੀਂ ਇੰਸ਼ੋਰੈਂਸ ਦਾ ਜ਼ਿਕਰ ਕੀਤਾ ਸੀ। ਉਹ ਕਈ ਵਾਰੀ ਅਸੀਂ 400-500 ਵੱਡਿਆਂ ਸ਼ਹਿਰਾਂ 'ਚ ਮਹੀਨੇ ਦੀ ਦੇ ਰਹੇ ਹਾਂ। ਉਹ ਮੈਂ ਕਿਹਾ ਭੁਲੇਖਾ ਨਾ ਖਾ ਜਾਣ, ਕਿਉਂਕਿ
ਕਿਉਂਕਿ ਵੈਨਕੂਵਰ ਦੇ ਵਿੱਚ, ਟੋਰਾਂਟੋ ਦੇ ਵਿੱਚ ਲੋਕ ਹੈਗੇ ਨੇ, ਕੈਲੀਫੋਰਨੀਆ ਦੇ ਵਿੱਚ, ਜਿਹੜੇ $400-500 ਮਹੀਨੇ ਦੀ ਇੰਸ਼ੋਰੈਂਸ ਜਿਹੜੇ ਤੁਸੀਂ ਮਹੀਨੇ ਦੀ ਗੱਲ ਕਰਦੇ ਸੀ ਕਿ ਸਾਲ ਦੀ? ਨਹੀਂ ਵੀਰ ਜੀ, ਇਹ ਸਾਲ ਦੀ ਵੀ ਹੈ, ਗੱਡੀ ਤੇ ਥੋੜ੍ਹਾ ਜਿਹਾ ਨਿਰਭਰ ਨਹੀਂ, ਅਦਰਵਾਈਜ਼ 6 ਮਹੀਨੇ ਤਾਂ ਇੱਥੇ 400-500 ਤੋਂ ਉੱਤੇ ਕਿਸੇ ਦੀ ਵੀ ਹੈਗੀ ਨਹੀਂ ਜੀ ਜੇ ਦੇਖਿਆ ਜਾਏ ਜੀ। ਹਾਂ, ਹੁਣ ਵੱਡੇ ਸ਼ਹਿਰਾਂ ਦੇ ਵਿੱਚ ਤੁਹਾਡਾ ਕਹਾਣਾ ਵੀ 400-400 ਦੀ ਹੈ ਜਾਂ 300-300 ਇੱਕ ਮਹੀਨੇ ਦੀ, ਨਹੀਂ ਇੱਥੇ ਉਹ ਨਹੀਂ ਹੈਗਾ ਜੀ। ਇੱਥੇ ਇਸ ਪੱਖੋਂ ਬਹੁਤ ਵਧੀਆ, ਚਾਹੇ ਟਰੱਕਿੰਗ ਦੇ ਵਿੱਚ ਵੀ ਲਾ ਲਓ, ਟਰੱਕਿੰਗ ਦੀ ਇੰਸ਼ੋਰੈਂਸ ਲਾ ਲਓ ਜੀ। ਟਰੱਕਿੰਗ ਤੁਸੀਂ ਹੋਰ ਦੇਖੋ ਜੀ, ਹੁਣ ਵੱਡੀਆਂ ਸਿਟੀਆਂ ਦੇ ਵਿੱਚ ਜਿਵੇਂ ਸਮੋਗ ਚੈੱਕ ਹੁੰਦੀ ਆ, ਕੈਲੀਫੋਰਨੀਆ, ਇੱਥੇ ਜੀ ਉੱਦਾਂ ਦਾ ਕੋਈ ਸਿਸਟਮ ਨਹੀਂ ਹੈਗਾ ਗਾ। ਤੁਹਾਡੀ ਗੱਡੀ ਚੱਲਣੀ ਚਾਹੀਦੀ ਆ ਤੇ ਕੰਮ ਤੇ ਜਾਣ ਆਉਣ ਦੇ ਲਈ ਤੁਸੀਂ ਆਪਣਾ ਜਾ ਸਕਦੇ ਹੋ ਜੀ, ਕੋਈ ਐਡੀ ਪ੍ਰੋਬਲਮ ਨਹੀਂ ਵੀ ਤੁਹਾਨੂੰ ਆਏ ਸਾਲ ਇਹ ਰੀਨਿਊ ਕਰਾਉਣੀ ਪੈਣੀ ਹੈ ਜੀ, ਇਹ ਜ਼ਰੂਰੀ ਆ, ਇਹ ਤੋਂ ਬਗੈਰ ਤੁਹਾਡੀ ਰਜਿਸਟ੍ਰੇਸ਼ਨ ਰੀਨਿਊ ਨਹੀਂ ਹੋਣੀ। ਮੈਨੂੰ ਤੁਹਾਡੀਆਂ ਗੱਲਾਂ ਤੋਂ ਐਵੇਂ ਲੱਗਦਾ ਵੀ ਅਮਰੀਕਾ ਵਰਗੀਆਂ ਤੁਸੀਂ ਸਹੂਲਤਾਂ ਮਾਣ ਰਹੇ ਹੋ, ਨਜ਼ਾਰੇ ਲੈ ਰਹੇ ਹੋ, ਤੇ ਪਿੰਡ ਵਰਗੀ ਬਚਤ ਕਰ ਰਹੇ ਹੋ, ਜਿੱਦਾਂ ਪਿੰਡ 'ਚ ਰਹਿ ਕੇ ਬੰਦਾ ਪੈਸੇ ਬਚਾਉਂਦਾ ਨਾ ਆਪਣੇ ਮਿਨੀਮਮ ਖਰਚਿਆਂ ਦੇ ਨਾਲ। ਹਾਂ ਜੀ, ਹਾਂ, ਮਿਨੀਮਮ। ਦੂਜੇ ਨੰਬਰ 'ਤੇ ਜੀ ਜਿਹੜਾ ਵੀ, ਜੇ ਹੁਣ ਜੇ ਆਪਾਂ ਜਿਹੜਾ ਮੰਨ ਲਓ ਗੌਰਮੈਂਟ ਦਾ ਇੱਕ ਰੇਟ ਹੁੰਦਾ ਜੋਬ ਦਾ ਵੀ, ਆਵਰਲੀ ਰੇਟ ਤਾਂ ਇੱਥੇ ਵੀ ਮੇਰਾ ਖਿਆਲ ਆ 7.25 ਹੈ ਜੀ। ਪਰ ਜਿਹੜੀ ਆਮ ਜਿਹੜੀ ਇੱਥੇ ਦੀ ਲੇਬਰ ਰੇਟ ਆ ਨਾ ਜੀ, $20 ਤੋਂ ਕਿਸੇ ਨੂੰ ਵੀ ਘੱਟ ਨਹੀਂ ਮਿਲ ਰਿਹਾ, 20 ਤੋਂ ਉੱਤੇ ਹੀ ਉੱਤੇ ਹੈ ਜੀ। ਅੱਛਾ ਬਾਸ਼ਲ ਸਾਹਿਬ, ਜਿਹੜਾ ਇੱਥੇ ਆਵਰਲੀ ਪ੍ਰਤੀ ਘੰਟਾ ਜਿਹੜੀ ਰੇਟ ਆ ਜਾਂ ਪੈਸੇ ਮਿਲਦੇ ਨੇ ਮਿਨੀਮਮ ਵੇਜ, ਉਹ ਤੁਸੀਂ 7.25 ਦੱਸਿਆ? ਹਾਂਜੀ, ਉਹ $7.25 ਆ। ਅੱਛਾ ਜੀ। ਤੇ ਲੇਕਿਨ ਮਤਲਬ ਇਸ ਵੇਲੇ $20-22 ਦੀ ਜਿਹੜੀ ਜੌਬ ਆਮ ਅਵੇਲੇਬਲ ਹੈ, ਉਹਦੇ ਵਾਸਤੇ ਜਿਹੜੀ ਕੁਆਲੀਫਿਕੇਸ਼ਨ ਹੈ ਨਾ, ਅਸੀਂ ਕਈ ਵਾਰ ਹੱਸਦੇ ਹੁੰਦੇ ਹਾਂ, ਮੈਂ ਤੇ ਸੋਢੀ ਭਾਜੀ, ਕਿ ਉਹਦੇ ਵਾਸਤੇ ਕੁਆਲੀਫਿਕੇਸ਼ਨ ਹੈ ਕਿ ਤੁਹਾਡੇ ਸਾਹ ਚੱਲਣੇ ਚਾਹੀਦੇ ਆ। ਮੈਂ ਤੁਹਾਨੂੰ ਦਿਖਾ ਦਿੰਦਾ, ਤੁਸੀਂ ਚੱਲ ਜਾਓ ਫੈਡੈਕਸ ਦੇ ਵਿੱਚ, ਐਮਾਜ਼ੋਨ ਦੇ ਵਿੱਚ, ਪਿਟਨੀ ਬੋ ਦੇ ਵਿੱਚ, ਬਜ਼ੁਰਗ 75 ਸਾਲ ਦੇ, 80 ਸਾਲ ਦੇ ਕੰਮ ਕਰ ਰਹੇ ਆ, $22 ਘੰਟੇ ਦੇ, 2 ਹਸਬੈਂਡ ਵਾਈਫ, 100,000 ਤੋਂ ਘੱਟ ਨਹੀਂ ਬਣਾਉਂਦੇ ਸਾਲ। ਤੇ ਜੌਬ ਅਪਰਚੁਨਿਟੀਜ਼ ਬਹੁਤ ਜ਼ਿਆਦਾ ਹੈ। ਇਹਦਾ ਕੀ ਰੀਜ਼ਨ ਕੀ ਆ? ਕਿਉਂ ਮਤਲਬ ਕਾਮਿਆਂ ਦੀ ਸ਼ਾਰਟੇਜ ਆ, ਜਿਹਨਾਂ ਨੂੰ ਵਰਕਰਸ ਹੋਰ ਚਾਹੀਦੇ ਕਿ ਜਾਂ ਕੰਮ ਹੀ ਬਹੁਤ ਜ਼ਿਆਦਾ ਆ? ਉਹਦਾ ਰੀਜ਼ਨ ਕੀ ਆ? ਉਹਦਾ ਰੀਜ਼ਨ ਇਹ ਹੋਇਆ ਕਿ ਪਿਛਲੇ ਸਾਡੀਆਂ ਜਿਹੜੀਆਂ ਐਕਚੁਅਲੀ ਗਵਰਨਮੈਂਟ ਦੀਆਂ ਫਿਸਕਲ ਪਾਲਿਸੀਜ਼, ਇੰਡੀਆਨਾ ਦੀ ਜਿਹੜੀ ਗਵਰਨਮੈਂਟ ਹੈ, ਇਹਨਾਂ ਨੇ ਇੱਕ ਪ੍ਰਾਪਰਟੀ ਟੈਕਸ ਰਿਬੇਟ ਦਿੱਤਾ ਹੈ ਵੱਡੀ ਕੰਪਨੀਜ਼ ਨੂੰ, ਜੋ ਇੱਥੇ ਮੂਵ ਕਰਦੇ ਆ ਜੌਬਸ, ਆਪਣੀ ਕੰਪਨੀ ਇੱਥੇ ਮੂਵ ਕਰਦੇ ਆ। ਉਹਦੇ ਨਾਲ ਕੀ ਹੋਇਆ ਕਿ ਉਹ 10 ਈਅਰ ਪ੍ਰਾਪਰਟੀ ਟੈਕਸ ਦਾ ਰਿਬੇਟ ਮਿਲਦਾ ਨਾ, ਉਹਦੇ ਨਾਲ ਮੋਰ ਦੈਨ 70 ਬਿਗ ਕੰਪਨੀ ਜਿਹੜੀਆਂ ਹੈਗੀਆਂ ਉਹ ਇੱਥੇ ਮੂਵ ਕਰ ਗਈਆਂ। ਉਹ ਮੂਵ ਕਰਨ ਦੇ ਨਾਲ ਹੁਣ ਇੱਥੇ ਇੰਨੀਆਂ ਜ਼ਿਆਦਾ ਜੌਬਸ ਹੈ ਇਸ ਵੇਲੇ ਕਿ ਇਹਨਾਂ ਨੂੰ ਬੰਦੇ ਨਹੀਂ ਮਿਲ ਰਹੇ। ਈਵਨ ਸਾਡੇ ਜਿਹੜੇ ਗੈਸ ਸਟੇਸ਼ਨਸ ਹੈ, ਉਹਨਾਂ ਨੂੰ ਬੰਦਿਆਂ ਦੀ ਬੜੀ ਘਾਟ ਪਈ, ਕਿਉਂਕਿ ਸਾਰੇ ਜਿਹੜੇ ਬੰਦੇ ਆ, ਕੋਈ ਐਮਾਜ਼ੋਨ, ਕੋਈ ਫੈਡੈਕਸ, ਕੋਈ ਹੋਰ ਕੰਪਨੀਆਂ ਵਧੀਆ ਜੌਬ ਮਤਲਬ ਅਗਲੇ ਕੰਮ ਕਰ ਰਹੇ ਆ, ਤੇ ਉਹ ਇਸ ਕਰਕੇ ਆਮ ਵਰਕਰ ਲੱਭਣੇ ਬਹੁਤ ਔਖੇ ਹੋਏ ਆ। ਦੈਟ ਇਜ਼ ਐਕਚੁਅਲੀ ਮੇਨ ਅਟਰੈਕਸ਼ਨ, ਜਿਹਦੇ ਕਰਕੇ ਕਾਫੀ ਲੋਕੀ ਇੱਥੇ ਮੂਵ ਕਰ ਰਹੇ। ਮਤਲਬ ਸਰਕਾਰ ਨੇ ਢਿੱਲ ਦਿੱਤੀ ਟੈਕਸ ਡਿਬੇਟ ਦੇ ਉੱਤੇ, ਤੇ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹ ਇੱਧਰ ਨੂੰ ਦੌੜ ਆਈਆਂ। ਸੋ ਇਹ ਬਹੁਤ ਵਧੀਆ ਗੱਲ ਆ, ਕਿਉਂਕਿ ਸਰਕਾਰ ਦੀਆਂ ਨੀਤੀਆਂ ਨੇ। ਵੱਡਿਆਂ ਸ਼ਹਿਰਾਂ ਦੇ ਵਿੱਚ ਅੱਜ ਗੌਰਮੈਂਟ ਦੀ ਕੋਈ ਨੀਤੀ ਨਹੀਂ ਆ ਕਿ ਉਹ ਲੋਕਾਂ ਨੂੰ ਅਟਰੈਕਟ ਕਰਦੇ ਨੇ ਆਪਣੇ ਵੱਲ, ਤਾਂ ਕਿ ਲੋਕ ਉੱਥੇ ਆ ਕੇ ਵਸਣ। ਉਹਨਾਂ ਨੇ ਬਹੁਤ ਜ਼ਿਆਦਾ ਪ੍ਰੋਪਰਟੀ ਟੈਕਸ ਕੀਤੇ ਹੋਣਗੇ। ਜਿਹੜਾ ਨਾਰਮਲ ਟੈਕਸ ਆ ਗਰੋਸਰੀਜ਼ ਦੇ ਉੱਤੇ ਜਾਂ ਹੋਰ ਚੀਜ਼ਾਂ ਦੇ, GST PST, ਉਹ ਵੀ ਬਹੁਤ ਜ਼ਿਆਦਾ ਹਾਈ ਹੋਊਗਾ। ਮਤਲਬ ਹਰ ਇੱਕ ਚੀਜ਼ ਜਿਹੜੀ ਆ ਉਹ ਲੋਕਾਂ ਨੂੰ ਇਹੀ ਸ਼ੋਅ ਕਰਦੀ ਵੀ ਇੱਥੋਂ ਨਿਕਲੋ। ਤੇ ਜੇ ਇੰਡੀਆਨਾ ਦੇ ਵਿੱਚ ਅੱਜ ਹਰ ਇੱਕ ਚੀਜ਼ ਸ਼ੋਅ ਕਰਦੀ ਆ, ਉਹਦਾ ਜੇ ਤੁਸੀਂ ਰੀਜ਼ਨ ਦੱਸਿਆ ਕਿ ਇੱਥੇ ਅਟਰੈਕਟ ਕਰਦੇ ਨੇ ਕੰਪਨੀਜ਼ ਆਉਣਗੀਆਂ, ਇਹ ਕਿੰਨਾ ਕੁ ਚਿਰ ਤੁਹਾਨੂੰ ਲੱਗਦਾ ਇੱਦਾਂ ਚੱਲੂ? ਇੱਦਾਂ ਤਾਂ ਨਹੀਂ ਕਿਤੇ ਸਾਲ ਆ ਕੇ 2 ਸਾਲ ਆ ਕੇ ਕੋਈ ਨਵਾਂ ਮੂਵ ਹੋਏ? ਤੁਸੀਂ ਲੰਮੇ ਸਮੇਂ ਤੋਂ ਰਹਿ ਰਹੇ ਹੋ, ਤੁਸੀਂ ਵੇਰੀਏਸ਼ਨ ਕਿੰਨੀ ਕੁ ਦੇਖੀ ਇੱਦਾਂ ਕੰਮਾਂ ਕਰਨ ਦੀ? ਨਹੀਂ, ਮੈਨੂੰ ਨਹੀਂ ਲੱਗਦਾ ਜੇ ਗਵਰਨਮੈਂਟ ਦੀ ਪਾਲਿਸੀਜ਼ ਅਜੇ ਵੀ ਸਾਡੇ ਜਿਹੜੇ ਗਵਰਨਰ ਸਾਹਿਬ ਹੈ, ਮੈਨੂੰ ਪਿਛਲੇ ਹਫ਼ਤੇ ਪਤਾ ਲੱਗਿਆ ਕਿ ਉਹ ਤਾਈਵਾਨ 'ਚ ਗਏ ਹੋਏ ਸੀਗੇ। ਦੇ ਆਰ ਟਰਾਈਂਗ ਟੂ ਬ੍ਰਿੰਗ ਜਿਹੜੀ ਚਿਪ ਕੰਪਨੀ ਆ ਨਾ, ਜਿਹੜੀ ਕਾਰਾਂ ਦੇ ਵਿੱਚ ਚਿਪ ਪੈਂਦੀ ਹੈ, ਉਹ ਜਿਹੜੀ ਉਹਦੀ ਬੜੀ ਸ਼ਾਰਟੇਜ ਸੀਗੀ, ਉਹ ਸਿਰਫ ਤਾਈਵਾਨ 'ਚ ਬਣਦੀ ਹੈ। ਉਹ ਜਿਹੜੀ ਮੈਨੂਫੈਕਚਰਿੰਗ ਪਲਾਂਟ ਹੈਗਾ, ਉਹ ਐਕਚੁਅਲੀ ਸਾਡੇ ਇੱਥੇ ਆ ਰਿਹਾ। ਉਹਦੇ ਵਾਸਤੇ ਗਵਰਨਮੈਂਟ ਫ੍ਰੀ ਲੈਂਡ ਦੇ ਰਹੀ ਹੈ, ਪ੍ਰੋਪਰਟੀ ਟੈਕਸ ਰਿਬੇਟ ਵੀ ਦੇ ਰਹੀ ਹੈ। ਅਤੇ ਅਜੇ ਤੱਕ ਜਿਹੜੀਆਂ ਗਵਰਨਮੈਂਟ ਦੀਆਂ ਪਾਲਿਸੀਜ਼ ਹੈਗੀਆਂ, ਉਹ ਮੇਰਾ ਖਿਆਲ ਦੇ ਵਿੱਚ ਇਹੋ ਹੀ ਹੈ ਕਿ ਮਤਲਬ ਦੇ ਵਾਂਟ ਟੂ ਬ੍ਰਿੰਗ ਮੋਰ ਐਂਡ ਮੋਰ ਬਿਜ਼ਨਸ ਹੇਅਰ, ਅਤੇ ਬਾਕੀ ਲੋਕਾਂ ਨੂੰ ਵੀ ਲੈ ਕੇ ਆਉਣਾ ਚਾਹੁੰਦੇ ਆ। ਤੇ ਪਹਿਲੇ ਦਿਨ ਤੋਂ ਇਹਨਾਂ ਦੀਆਂ ਪਾਲਿਸੀਜ਼ ਕਾਫੀ ਦੇਰ ਤੋਂ, ਮੇਰੇ ਖਿਆਲ ਜਦੋਂ ਮੈਂ ਮਿਚ ਡੈਨੀਅਲ ਪਹਿਲਾਂ ਸਾਡੇ ਗਵਰਨਰ ਸੀਗੇ, ਉਦੋਂ ਤੋਂ ਮੈਂ ਦੇਖ ਰਿਹਾ। ਮਾਈਕ ਪੈਂਸ ਬਾਅਦ 'ਚ ਜਿਹੜੇ ਸਾਡੇ ਵਾਈਸ ਪ੍ਰੈਜ਼ੀਡੈਂਟ ਵੀ ਰਹੇ ਆ, ਉਹ ਸਾਡੇ ਪਹਿਲਾਂ ਗਵਰਨਰ ਹੁੰਦੇ ਸੀਗੇ। ਤੇ ਹੁਣ ਵੀ ਇਹਨਾਂ ਦੀਆਂ ਜਿਹੜੀਆਂ ਪਾਲਿਸੀਜ਼ ਹੈ, ਵੱਧ ਤੋਂ ਵੱਧ ਉਹ ਇੱਥੇ ਲੋਕਾਂ ਨੂੰ ਅਟਰੈਕਟ ਕਰਨ ਵਾਸਤੇ। ਦੂਜੀ ਗੱਲ ਹੈ, ਭਾਜੀ ਨੇ ਜਿਵੇਂ ਸਕੂਲ ਦਾ ਤੁਹਾਨੂੰ ਕਵਰ ਕਰ ਹੀ ਦਿੱਤਾ ਹੈ ਕਿ ਸਕੂਲ ਸਾਡੇ ਜਿਹੜੇ ਆ ਉਹ ਬਹੁਤ ਵਧੀਆ ਹੈ। ਅਤੇ ਜਿਵੇਂ ਖਾਸ ਕਰਕੇ ਅਸੀਂ ਇੱਥੇ ਬੈਠੇ ਹਾਂ, ਫਰੈਂਕਲਿਨ ਟਾਊਨਸ਼ਿਪ ਸਕੂਲ ਡਿਸਟ੍ਰਿਕਟ ਹੈ, ਜਿੰਨੇ ਵੀ ਸਕੂਲ ਡਿਸਟ੍ਰਿਕਟ ਆਲੇ ਦੁਆਲੇ ਸਾਰੇ ਸਾਡੇ, ਜੇ ਤੁਸੀਂ ਕੰਪੇਅਰ ਕਰੋ ਉਹਨਾਂ ਨੂੰ ਕੈਲੀਫੋਰਨੀਆ ਜਾਂ ਨਿਊਯਾਰਕ ਦੇ ਨਾਲ, ਮਤਲਬ ਜਿਹੋ ਜਿਹਾ ਤੁਸੀਂ ਬੱਚਾ ਕਿਸੇ ਪ੍ਰਾਈਵੇਟ ਸਕੂਲ 'ਚ ਪੜ੍ਹਾਉਂਦੇ ਹੋ ਉੱਥੇ,
ਇੱਥੇ ਪਬਲਿਕ ਸਕੂਲ ਉਹਦੇ ਨਾਲ ਵਧੀਆ ਹੈਗਾ। ਅੱਛਾ ਜੀ, ਬਿਲਕੁਲ ਠੀਕ। ਅਸੀਂ ਹਾਂਜੀ ਮੈਂ ਜੀ ਇਹ 'ਚ ਹੋਰ ਵੀ ਐਡ ਕਰਨਾ ਚਾਹੁੰਦਾ ਵੀ ਜਿਹੜੀ ਤੁਸੀਂ ਇੱਥੇ ਦੀ ਗਰੋਥ ਸਿਸਟਮ ਦਾ ਗੱਲ ਕਰਦੇ ਹੋ ਨਾ, ਗਰੋਥ ਇੱਥੇ ਜੀ ਜਿਹੜੀ ਮੈਨੂਫੈਕਚਰ ਪਲਾਂਟ ਨੇ ਨਾ ਉਹ ਬਹੁਤ ਜ਼ਿਆਦਾ ਨੇ ਜੀ। ਜਿਵੇਂ ਹੁਣ ਕਾਮਨਸ ਮੇਨ ਕੰਪਨੀਆਂ ਜੀ ਟਰੱਕਾਂ ਦੇ ਵਿੱਚ ਆਪਣੇ ਇੰਜਨ ਬਣਾਉਂਦੇ ਆ, ਉਹਦਾ ਇੱਥੇ ਹੈੱਡਕੁਆਟਰ ਹੈ। ਅੱਛਾ, ਕਾਮਨਸ ਦਾ ਹੈੱਡਕੁਆਟਰ ਇੱਥੇ ਕੋਲੰਬਸ ਹੈ ਜੀ। ਸਾਡੇ ਆਪਣੇ ਇੰਡੀਅਨ ਕਮਿਊਨਿਟੀ ਨਾਲ ਬੇਸਡ ਜੀ, ਆਪਣੇ ਇੰਜੀਨੀਅਰ ਬਹੁਤ ਜ਼ਿਆਦਾ ਉੱਥੇ ਹੈਗੇ ਜੀ ਆਪਣੇ। ਹਾਂ ਜੇ ਸਾਊਥ ਵਾਲਿਆਂ ਦੀ ਗੱਲ ਕਰੀਏ, ਚਲੋ ਪੰਜਾਬੀ ਇਸ ਕਿਤੇ ਥੋੜ੍ਹੇ ਜਿਹੇ ਘੱਟ ਆ ਜੀ, ਪਰ ਦੂਜੇ ਪਾਸੇ ਜੇ ਕੈਟ ਵੀ ਇੰਜਨਾਂ ਦੀ ਜੀ ਮੇਨ ਉਹਦਾ ਵੀ ਇੱਥੇ ਪਲਾਂਟ ਹੈ ਜੀ। ਬਾਕੀ ਜਿਹੜੀ ਕਾਰਾਂ ਦੀ ਮੈਨੂਫੈਕਚਰ ਆ, ਸੁਬਰੂ ਹੋ ਗਈ, ਟੋਇਟਾ ਹੋ ਗਈ ਆ, ਹੋਂਡਾ ਦਾ ਪਲਾਂਟ ਇੱਥੋਂ ਸਾਤੋਂ ਸਿਰਫ 20-25 ਮੀਲ ਦੇ ਉੱਤੇ ਹੀ ਆ ਜੀ। ਹਰ ਇੱਕ ਜਿਹੜੀ ਮੈਨੂਫੈਕਚਰ ਆ ਨਾ, ਤੁਸੀਂ ਜਿਹੜੀ ਇੱਕ ਵਾਰੀ ਇੱਥੇ ਜੀ ਆਪਣਾ ਜਿਹੜੀ ਇਕਨੋਮੀ ਆ ਡਾਊਨ ਗਈ ਸੀ ਮੇਰੇ ਖਿਆਲ ਕਿਹੜੇ 2008 ਦੇ ਵਿੱਚ, ਜਦੋਂ ਮੰਦੀ ਆਈ ਸੀ, ਰਿਸੈਸ਼ਨ ਮੰਦੀ ਹੈ ਵੀਰ ਜੀ। ਇੱਥੇ ਨਾ ਤਾਂ ਜੋਬ ਦਾ ਰੇਟ ਘਟਿਆ, ਅੱਛਾ, ਇੱਥੇ ਸਮਕਾ ਜੋਬਾਂ ਇਨਕਰੀਜ਼ ਹੀ ਹੋਈਆਂ ਨੇ। ਹਰ ਇੱਕ ਕਿਤੇ ਹਰ ਇੱਕ ਨੂੰ ਪ੍ਰੋਬਲਮ ਪਈ ਸੀਗੀ ਜੀ ਕੰਮ ਦੀ। ਇੱਥੇ ਹਮੇਸ਼ਾ ਹਰ ਇੱਕ ਥਾਂ ਤਕਰੀਬਨ ਸਾਈਨ ਲੱਗਿਆ ਮਿਲਦਾ ਸੀ ਵੀ ਇੱਥੇ ਹੈਰਿੰਗ ਚੱਲਦੀ ਹੈ ਤੇ ਇੱਥੇ ਹੈਰਿੰਗ। ਇੱਥੇ ਉਹ ਇਕਨੋਮੀ ਦੇ ਨਾਲ ਕੋਈ ਐਡਾ ਜ਼ਿਆਦਾ ਨਹੀਂ ਫਰਕ ਪੈਂਦਾ। ਕਾਰਨ ਕੀ ਆ ਵੀ ਇੱਥੇ ਮੈਨੂਫੈਕਚਰ ਪਲਾਂਟ ਹੋਣ ਕਰਕੇ ਕਿ ਵਰਲਡ ਨੂੰ ਤਕਰੀਬਨ ਹਰ ਇੱਕ ਚੀਜ਼ ਦੀ ਲੋੜ ਹੈ ਜੀ। ਜਿਵੇਂ ਕਾਰਾਂ ਦੀ ਕਾਰਾਂ ਇੱਥੋਂ ਦੇਖੋ ਵੀ ਇੰਪੋਰਟ ਐਕਸਪੋਰਟ ਵੀ ਹੁੰਦੀਆਂ ਨੇ। ਬਾਕੀ ਹੋਰ ਇੱਥੇ ਸਟੇਟ 'ਚ ਜਾਂ ਕੈਨੇਡਾ ਵਗੈਰਾ ਤੋਂ ਇੱਕ ਮਿਡਲ ਦੇ ਵਿੱਚ ਪੈਣ ਕਰਕੇ ਨਾ ਜੀ ਇੱਥੇ ਜਿਵੇਂ ਹੁਣ ਆਟੋ ਪਾਰਟ ਦਾ ਕੰਮ ਆ, ਹੁਣ ਚਾਹੇ ਕੈਨੇਡਾ ਤੋਂ ਵੀ ਆਉਂਦਾ ਗਾ, ਕੈਨੇਡਾ ਤੋਂ ਆਪਣੇ ਬੰਦੇ ਬਹੁਤ ਆਟੋ ਪਾਰਟ ਦਾ ਲੈ ਕੇ, ਕਿਉਂਕਿ ਮੈਨੂਫੈਕਚਰ ਇੱਥੇ ਹੈ ਜੀ। ਜਾਂ ਜਿਹੜੀ ਮੈਨੂਫੈਕਚਰ ਕੈਨੇਡਾ 'ਚ ਹੁੰਦੀ ਆ ਉਹ ਪਾਰਟ ਇੱਥੋਂ ਜਾਂਦਾ। ਇਸ ਕਰਕੇ ਇੱਥੇ ਨਹੀਂ ਲੱਗਦਾ ਵੀ ਕੋਈ ਇੱਦਾਂ ਦੀ ਇੱਥੇ ਟਰਬਲ ਆਊਗੀ ਜੀ। ਹਰ ਨਾ ਆਈ ਆ ਕਿ ਅਸੀਂ 2005 ਤੋਂ ਜੀ ਮੈਂ ਇੱਥੇ ਰਹਿੰਦੇ ਹਾਂ, ਅੱਜ ਤੱਕ ਜਾਣੀ ਆਪ ਹੀ ਅੱਪ ਜਾ ਰਿਹਾ, ਡਾਊਨ ਅਜੇ ਤੱਕ ਨਹੀਂ ਜੀ। ਅਸੀਂ ਡਾਊਨਫਾਲ ਨਹੀਂ ਦੇਖਿਆ ਹੈਗਾ ਕਿਸੇ ਵੀ ਪੱਖ ਤੋਂ। ਜਦ ਕਿ ਹੁਣ ਘਰਾਂ ਦੀ ਫੇਰ ਸੁਣੀ ਦੀ ਆ ਵੀ ਥੋੜ੍ਹੀ ਜਿਹੀ ਪ੍ਰਾਈਸ ਘਟਦੀ ਜਾ ਰਹੀ ਹੈ, ਪਰ ਵੀਰ ਜੀ ਇੱਥੇ ਘਰ ਲੱਗਿਆ ਨਹੀਂ ਤੇ ਇੱਕ ਹਫ਼ਤੇ ਦੇ ਵਿੱਚ ਸੋਲਡ ਹੋ ਜਾਂਦਾ। ਹਰ ਖਾਸ ਕਰਕੇ ਜੀ ਜਿਹੜੇ ਜਿਸ ਏਰੀਏ ਦੇ ਵਿੱਚ ਅਸੀਂ ਪੰਜਾਬੀ ਕਮਿਊਨਿਟੀ ਰਹਿ ਰਹੀ ਹੈ ਨਾ, ਉਸ ਏਰੀਏ ਦੇ ਵਿੱਚ ਤਾਂ ਘਰ ਲੱਗਿਆ ਨਹੀਂ ਤੇ ਸਾਡੇ ਪੰਜਾਬੀ ਨੇ ਲਿਆ ਨਹੀਂ ਜੀ। ਮੈਂ ਸਾਹਿਬ ਆਪਾਂ ਘਰਾਂ ਦੀ ਮਾਰਕੀਟ ਤੇ ਵੀ ਜ਼ਰੂਰ ਆਉਂਦੇ। ਮੈਂ ਸੋਢੀ ਸਾਹਿਬ ਕੋਲੋਂ ਟਰੱਕਿੰਗ ਦੇ ਸੰਬੰਧੀ, ਟਰਾਂਸਪੋਰਟ ਦੇ ਸੰਬੰਧੀ ਗੱਲ ਕਰ ਲੈਣੀ, ਕਿਉਂਕਿ ਅੱਜ ਨਵੇਂ ਜਿਹੜੇ ਆਉਂਦੇ ਨੇ ਨਾ, ਅਸੀਂ ਮੰਨ ਲਓ ਨਵਾਂ ਕੋਈ ਅਮਰੀਕਾ ਦੇ ਵਿੱਚ ਆਇਆ ਜਾਂ ਨਵਾਂ ਕੋਈ ਕਿਸੇ ਬੰਨੇ ਮੂਵ ਹੋਇਆ, ਅੱਜ ਪਹਿਲੀ ਪਸੰਦ ਤਕਰੀਬਨ ਹਰੇਕ ਦੀ ਟਰੱਕਿੰਗ ਬਣਿਆ ਪਿਆ, ਕਿਉਂਕਿ ਲਾਇਸੈਂਸ ਲੈ ਕੇ ਫਿਰ ਘੱਟ ਸਮੇਂ ਦੇ ਵਿੱਚ ਅਸੀਂ ਵਧੀਆ ਪੈਸੇ ਬਣਾਉਣ ਲੱਗ ਜੀਦੇ। ਤੇ ਜਿਵੇਂ ਤੁਸੀਂ ਦੱਸਿਆ ਵੀ ਖਰਚੇ ਇੱਥੇ ਲਿਮਟਿਡ ਨੇ, ਫਿਰ ਤੇ ਸੇਵਿੰਗ ਬਹੁਤ ਜ਼ਿਆਦਾ ਹੁੰਦੀ ਹੋਊਗੀ। ਹੁਣ ਜੇ ਅਸੀਂ ਜਿਓਗ੍ਰਾਫੀ ਤੇ ਝਾਤ ਮਾਰੀਏ ਥੋੜ੍ਹੀ ਜਿਹੀ, ਤੇ ਇੰਡੀਅਨ ਜਿਹੜਾ ਆਪਣੀ ਇੰਡੀਆਨਾ ਸਟੇਟ ਹੈ, ਇਹ ਬਿਲਕੁਲ ਜਿਹੜੀ ਈਸਟ ਕੋਸਟ ਵੱਲ ਪੈਂਦੀ ਹੈ ਤੇ ਬਹੁਤ ਵੱਡੇ ਸ਼ਹਿਰ ਨੇ ਇਹਦੇ ਲਾਗੇ। ਕੈਨੇਡਾ ਦੀ ਗੱਲ ਕਰ ਲਈਏ, ਟੋਰਾਂਟੋ, ਮੌਂਟਰੀਅਲ ਵੱਡੇ ਸ਼ਹਿਰ ਆ ਇਹਦੇ ਨਾਲ, ਇੱਧਰ ਸ਼ਿਕਾਗੋ ਆ ਗਿਆ, ਨਿਊਯਾਰਕ ਆ ਗਿਆ, ਵਾਸ਼ਿੰਗਟਨ DC ਆ ਗਿਆ। ਇਹ ਸਾਰੀ ਜਿਹੜੀ ਕੋਸਟ ਆ ਇਹ ਕਾਫੀ ਬਿਜ਼ੀ, ਜ਼ਿਆਦਾ ਅਮਰੀਕਨ ਪਾਪੂਲੇਸ਼ਨ ਤੇ ਇਸੇ ਜਿਹੜੀ ਕੋਸਟ ਦੇ ਉੱਤੇ ਆ। ਇਹਦਾ ਕਿੰਨਾ ਕੁ ਅਸਰ ਹੈ, ਇਹਦਾ ਕਿੰਨਾ ਕੁ ਫਾਇਦਾ ਹੈ ਟਰੱਕਿੰਗ ਨੂੰ? ਟਰੱਕਿੰਗ ਬਾਰੇ ਸੰਬੰਧਿਤ ਗੱਲਬਾਤ, ਨਵੇਂ ਆ ਕੇ ਕਿਉਂ ਟਰੱਕਿੰਗ ਚੁਣਦੇ ਆ? ਕੋਈ ਸਭ ਤੋਂ ਪਹਿਲਾਂ ਇਹ ਇੱਕ ਸਮਾਲ ਬਿਜ਼ਨਸ ਜਿੱਦਾਂ ਹੀ ਇੱਕ ਟਰੱਕ ਲੈ ਲੈਣਾ ਇਹਦੇ ਬਰਾਬਰ ਆ। ਤੇ ਦੂਜੀ ਸਾਡੇ ਪੰਜਾਬੀਆਂ ਦੀ ਪਸੰਦ ਵੀ ਪਹਿਲਾਂ ਇਹੀ ਹੁੰਦੀ, ਕਿਤੇ ਉਹ ਚਲੇ ਜਾਣ, ਚਾਹੇ ਬੰਬਈ ਚਲੇ ਜਾਣ, ਤੇ ਟੈਕਸੀ ਟਰੱਕ ਸਾਡੀ ਪਹਿਲੀ ਪਸੰਦ ਤੇ ਬਿਜ਼ਨਸ। ਸੋ ਜਿਹੜੇ ਸ਼ੁਰੂ 'ਚ ਆਉਂਦੇ ਬੰਦੇ, ਟਰੱਕ ਲਾਇਸੈਂਸ ਇੱਥੇ ਕੈਨੇਡਾ ਨਾਲੋਂ ਠੀਕ ਢੰਗ ਨਾਲ ਮਿਲ ਜਾਂਦਾ। ਅੱਛਾ ਜੀ, ਕਿੰਨਾ ਕੁ ਖਰਚਾ? ਤੇ 2 ਮਹੀਨੇ ਦੇ ਵਿੱਚ ਤੇ $3,000 ਫੀਸ ਹੁੰਦੀ ਆ। ਤੇ ਜਦੋਂ ਬੰਦਾ ਲਾਇਸੈਂਸ ਲੈਂਦਾ, ਡਿਮਾਂਡ ਇੰਨੀ ਜ਼ਿਆਦਾ ਜੀ, ਕਿਸੇ ਵੀ ਚਲੇ ਜਾਓ, ਭਾਵੇਂ 100 ਡਰਾਈਵਰ ਅੱਜ ਵੀ ਅੱਜ ਹੀ ਕਿਹਾ, ਤਾਂ ਇੰਨੀ ਜ਼ਿਆਦਾ ਡਿਮਾਂਡ ਆ, ਬੰਦੇ ਉਹਨਾਂ ਨੂੰ ਟ੍ਰੇਨਿੰਗ ਕਰ ਲੈਂਦੇ ਆ, ਸੈਟਲ ਕਰ ਲੈਂਦੇ ਆ, ਤੇ ਬਹੁਤ ਈਜ਼ੀ ਆ। ਦੂਜੀ ਗੱਲ ਹੈ, ਇੱਕ ਇੰਡੀਆਨਾ 'ਚ ਰਹਿੰਦੇ ਆ, ਡਰਾਈਵਰ ਨੂੰ ਬਹੁਤ ਜ਼ਿਆਦਾ ਸਹੂਲਤ ਹੈਗੀ। ਉਹ ਲੌਂਗ ਰਨ LA ਚੱਲਣਾ ਚਾਹੁੰਦਾ ਆ, ਕੈਲੀਫੋਰਨੀਆ, ਇੱਥੋਂ ਡਾਲਸ ਟੈਕਸਸ ਜ਼ਿਆਦਾ ਦੂਰ ਨਹੀਂ ਹੈਗਾ, 800-900 ਮੀਲ ਦੂਰ ਆ। ਤੇ ਕਈ ਲੋਕ ਵਨ ਡੇ ਰਨ ਚੱਲਦੇ ਨੇ, ਪੈਨਸਿਲਵੇਨੀਆ ਚੱਲਦੇ ਆ, ਹਾਂਜੀ। ਕਈ ਹੋਰ ਲੋਕਲ ਆ ਜਾਂਦੇ, ਸ਼ਿਕਾਗੋ ਚੱਲਦੇ ਆ, ਸਿਨਸਿਨੈਟੀ ਬਹੁਤ ਵੱਡੀ ਸਿਟੀ ਆ, ਲੂਈਵਿਲ, ਕੈਂਟਕੀ, ਸ਼ਿਕਾਗੋ ਇੱਕ ਦਿਨ ਦਾ ਰਨ ਆ। ਸੋ ਉਹਨਾਂ ਕੋਲ ਕਾਫੀ ਜ਼ਿਆਦਾ ਚੋਇਸ ਆ। ਸੈਂਟ ਲੂਇਸ, ਮਜ਼ੂਰੀ ਜ਼ਿਆਦਾ ਦੂਰ ਨਹੀਂ ਇੱਥੋਂ, ਇੱਕ ਦਿਨ 'ਚ ਅਪ ਡਾਊਨ ਆ। ਤੇ ਹੋਰ ਕੀ ਚਾਹੀਦਾ ਟਰੱਕਾਂ ਲਈ? ਕਿ ਉਹ ਛੋਟਾ ਰਨ ਲੈ ਲੈਣ, ਲੋਕਲ ਲੈ ਲੈਣ, ਲੌਂਗ, ਐਵਰੀਥਿੰਗ ਮਰਜ਼ੀ ਹੈ ਉਹਨਾਂ ਦੀ। ਜਿਹੜਾ ਹੁਣ ਆਪਣੇ ਨਵੇਂ ਮੁੰਡੇ ਆਉਂਦੇ ਟਰੱਕ ਵਿੱਚ ਸ਼ੁਰੂ ਕਰਦੇ ਡਰਾਈਵਿੰਗ, ਤੇ ਉਹ ਡਿਪੈਂਡ ਆ ਉਹ ਕੀ ਕਰਨਾ ਚਾਹੁੰਦੇ ਨੇ। ਜੇਕਰ ਉਹ 6 ਦਿਨ ਰੋਡ 'ਤੇ ਰਹਿਣਾ ਚਾਹੁੰਦੇ ਨੇ, ਮਹੀਨੇ ਦੇ 20-25 ਦਿਨ ਰੋਡ 'ਤੇ ਰਹਿਣਾ ਚਾਹੁੰਦੇ ਨੇ, ਰੁਪਈਆ 8,000-10,000 ਵੀ ਕਮਾ ਸਕਦੇ ਆ। ਪਰ ਕਈ ਲੋਕ ਵੀਕਐਂਡ ਫੈਮਿਲੀ ਟਾਈਮ ਚਾਹੁੰਦੇ ਨੇ, 5 ਦਿਨ ਕੰਮ ਆ, ਤੇ ਈਜ਼ੀਲੀ 6-7,000 ਕਮਾਉਂਦੇ ਆ। ਤੇ ਰਹੀ ਗੱਲ ਓਨਰ ਆਪਰੇਟਰ ਦੀ, ਉਹ ਬੜਾ ਕੰਪਲੀਕੇਟਡ ਸਵਾਲ ਹੈ। ਮੈਨੂੰ ਇੱਕ ਨਿਊਯਾਰਕ ਤੋਂ ਕਾਲ ਆਈ, ਉਹ ਯੂਨੀਅਨ ਦੀ ਜੌਬ ਕਰਦੇ, ਕਹਿੰਦੇ ਵੀ ਓਨਰ ਆਪਰੇਟਰ ਜਿਹੜੇ 18,000-20,000 ਰੁਪਏ ਮਹੀਨੇ ਦਾ ਬਚਾ ਰਹੇ ਆ। ਮੈਂ ਲਾਈਫ ਟਾਈਮ ਟਰੱਕਿੰਗ ਕੀਤੀ ਆ, 2000 ਦਾ ਮੈਨੂੰ 22 ਸਾਲ ਤੋਂ ਮੈਂ ਟਰੱਕਿੰਗ ਵਿੱਚ ਆ, ਖੁਦ 6-7 ਸਾਲ ਟਰੱਕ ਚਲਾਇਆ। ਇੱਦਾਂ ਨਹੀਂ ਹੁੰਦੀ, ਉਹ ਖਰਚੇ ਨਹੀਂ ਕਾਊਂਟ ਕਰਦੇ।
ਕਦੀ ਵੀ ਉਹ ਇਹ ਕੋਈ ਜ਼ਮੀਨ ਨਹੀਂ ਜਿਹੜੀ ਵੱਧ ਰਹੀ ਹੈ, ਘਸ ਰਹੀ ਹੈ ਮਸ਼ੀਨਰੀ ਤੁਹਾਡੀ। 1,70,75,000 ਦਾ ਟਰੱਕ ਆਉਂਦਾ, 50,000 ਦਾ ਟਰੇਲਰ ਆਉਂਦਾ, ਬਾਈ ਇਹ 5 ਸਾਲ 'ਚ ਮੁੱਕ ਵੀ ਜਾਣਾ। ਸੋ ਉਹਦੇ ਜੇ ਖਰਚੇ ਕੱਢੀਏ ਆਪਾਂ, ਡਰਾਈਵਰ ਜੇ 7,000 ਕਮਾਉਂਦਾ ਆ, ਤੁਸੀਂ 12,000 ਕਮਾ ਸਕਦੇ ਆ, 11-12। ਜਿਹੜਾ ਉੱਪਰਲਾ 5 ਉਹ ਟਰੱਕ ਨੂੰ ਦਿਓ, ਉਹਨੂੰ ਵਿੱਚ ਕਾਊਂਟ ਕਰਕੇ ਦੂਜਿਆਂ ਨੂੰ ਗਲਤ ਜਿਹੜੀ ਜਾਣਕਾਰੀ ਜਾਂਦੀ ਆ ਉਹ ਨਹੀਂ ਜਾਣੀ ਚਾਹੀਦੀ। ਮੈਂ ਕਹਿੰਦਾ ਕਿ ਓਨਰ ਆਪਰੇਟਰ 10-12,000 ਆਰਾਮ ਨਾਲ, ਕਿਉਂਕਿ ਸਿਆਲ ਵੀ ਆਉਂਦੇ, ਸਰਦੀਆਂ ਨੂੰ ਖਾਣਾ ਆ, ਬੰਦੇ ਕਦੇ ਬਿਮਾਰ ਵੀ ਹੁੰਦਾ, ਈਅਰਲੀ ਐਵਰੇਜ ਨਾਲ 10,000 ਕਮਾਉਂਦਾ, ਜਿਹੜਾ ਡਰਾਈਵਰ ਹੈ ਉਹ 6-7,000 ਕਮਾਉਂਦਾ ਆ। ਦੈਟਸ ਦ ਟਰੂਥ। ਬਿਲਕੁਲ ਠੀਕ। ਥੈਂਕ ਯੂ। ਧੰਨਵਾਦ ਸੋਢੀ ਸਾਹਿਬ। ਚੀਮਾ ਸਾਹਿਬ, ਤੁਸੀਂ ਮੈਨੂੰ ਲੱਗਦਾ ਟਰੈਕਿੰਗ ਦੇ ਕੁਝ ਨਾਲ ਜੋੜਨਾ ਚਾਹੁੰਦੇ ਹੋ। ਹਾਂਜੀ ਬਾਈ ਜੀ, ਟਰੱਕਿੰਗ ਦਾ ਤਾਂ ਕੰਮ ਇਹ ਹੈ ਜੀ, ਹਰ ਇੱਕ ਬੰਦੇ ਦਾ ਨਾ ਆਪਣੀ ਇੱਕ ਲਿਮਟ ਰੱਖੀ ਹੋਈ ਹੈ ਬੰਦੇ ਨੇ। ਕੋਈ ਤੇ ਮੰਨ ਲਓ ਚਾਹੁੰਦਾ ਵੀ ਮੈਂ ਐਵਰੀਡੇ ਘਰੇ ਆਵਾਂ, ਕੋਈ ਕਹਿੰਦਾ ਮੈਂ ਇੱਕ ਰਾਤ ਬਾਹਰ ਲਾ ਲਾਂ, ਕੋਈ ਕਹਿੰਦਾ ਜੀ ਮੈਂ 5 ਰਾਤਾਂ ਲਾ ਲਾਂ। ਜਿਹੜੀ ਜਿੰਨੀ ਕੁ ਬੰਦਾ ਕੋਈ ਮਿਹਨਤ ਕਰੂਗਾ ਨਾ ਉਸ ਮੁਤਾਬਕ ਹੈ। ਪਰ ਇੱਥੇ ਜਿਹੜਾ ਲੋਕਲ ਵੀ ਹੈ ਨਾ, ਲੋਕਲ ਵੀ ਮੰਨ ਲਓ ਬੰਦਾ ਕੋਈ ਘਰੇ ਆਉਣਾ ਚਾਹੁੰਦਾ, ਮੈਂ ਆਪਦੇ ਬਿਜ਼ਨਸ ਦੀ ਗੱਲ ਕਰਦਾ ਜੀ, ਮੈਂ ਉਹਦੇ ਵਿੱਚ ਮੇਰੇ ਕੋਲ ਬੰਦੇ ਨੇ ਜੀ ਜਿਹੜੇ ਮੰਨ ਲਓ 6 ਦਿਨ ਕੰਮ ਕਰਦੇ ਆ, $8,000-8,500 ਘਰੇ ਲੈ ਕੇ ਆਉਂਦੇ ਆ, ਨਾਲੇ ਐਵਰੀਡੇ ਆਪਣੇ ਬੱਚਿਆਂ ਦੇ ਵਿੱਚ ਰਹਿ ਰਿਹਾ ਜੀ। ਦੂਜੇ ਨੰਬਰ ਤੇ ਜੇ ਹੁਣ ਬਾਈ ਜੀ ਨੇ ਵੀ ਗੱਲ ਜਿੱਦਾਂ ਕੀਤੀ ਹੈ ਵੀ ਟਰੱਕਿੰਗ ਛੱਡਦੀ ਤਾਂ ਪੈਸੇ ਇੰਨੇ ਕੁ, ਪਰ ਜਿੱਦਾਂ ਹੁਣ ਜੇ ਕੋਈ ਲੋਕਲ ਹੀ ਰਹਿਣਾ ਚਾਹੁੰਦਾ ਵੀ ਮੈਂ ਫੈਮਿਲੀ ਨਹੀਂ ਛੱਡ ਕੇ ਜਾਣਾ ਚਾਹੁੰਦਾ ਜੀ, ਇੱਥੋਂ ਕੰਟੇਨਰਾਂ ਦੀਆਂ ਜੋਬਾਂ ਜੀ ਸ਼ਿਕਾਗੋ ਨੂੰ ਚੱਲਦਾ, ਬਹੁਤ ਵਧੀਆ ਜਣੀ ਬੰਦੇ ਆਪਣੇ, ਮੇਰਾ ਖਿਆਲ ਘੱਟੋ ਘੱਟ ਇੱਥੇ 250-300 ਬੰਦਾ ਹੋਣਾ ਜੀ ਜਿਹੜਾ ਉਸ ਜੋਬ ਦੇ ਉੱਤੇ ਲੱਗਿਆ ਹੋਇਆ। ਸ਼ਾਮ ਨੂੰ ਘਰੇ ਜੀ, ਤੇ ਉਹ ਬੰਦਾ ਜੀ $10,000 ਤੋਂ $12,000 ਈਜ਼ੀਲੀ ਘਰ ਨੂੰ ਲੈ ਕੇ ਆਉਂਦਾ, ਈਜ਼ੀਲੀ ਐਜ਼ ਏ ਓਨਰ ਆਪਰੇਟਰ। ਹਾਂ, ਜੇ ਡਰਾਈਵਰ ਦੀ ਗੱਲ ਕਰਦੇ ਵੀ ਡਰਾਈਵਰ ਦਾ ਉਹੀ ਆ ਗਿਆ, ਓਨਰ ਆਪਰੇਟਰ ਵੀ ਜੇ ਹੁਣ ਇੱਕ ਓਨਰ ਆਪਰੇਟਰ ਹੁੰਦਾ 3 ਦਿਨ ਗੇੜੇ ਲਾ ਕੇ ਕਹਿੰਦਾ ਜੀ ਮੇਰੇ ਲਈ ਤਾਂ ਇਨਫ ਹੋ ਗਿਆ। ਇੱਕ ਬੰਦਾ 6 ਤੋਂ 7 ਦਿਨ ਵੀ ਕਹਿੰਦਾ ਵੀ ਨਹੀਂ ਯਾਰ ਮੈਂ ਥੋੜ੍ਹਾ ਜਿਹਾ ਹੋਰ ਕਰ ਲਵਾਂ, ਆਪਣੀ ਫੈਮਿਲੀ ਨੂੰ ਸੈਟਲ ਕਰ ਲਾਂ, ਜਾਂ ਕਿਸੇ ਦੀ ਹੈਲਪ ਕਰਾਂਗੇ, ਜਾਂ ਇੰਡੀਆ ਕਿਸੇ ਦੀ ਮਦਦ ਕਰਾਂਗੇ। ਹਰ ਇੱਕ ਬੰਦੇ ਨਾ ਡਿਫਰੈਂਟ ਆ। ਪਰ ਜੀ ਟਰੱਕਿੰਗ ਤਾਂ ਮੈਂ ਇਹ ਕਹੂੰਗਾ ਵੀ ਟਰੱਕਿੰਗ ਦੇ ਕਰਕੇ ਬਾਈ ਜੀ ਇੱਥੇ ਕਿਸੇ ਵੀ ਕੰਪੀਟੀਸ਼ਨ, ਜਿਵੇਂ ਮੰਨ ਲਓ ਨਿਊਯਾਰਕ ਜਾਂ ਕੈਲੀਫੋਰਨੀਆ ਦੇ ਵਿੱਚ ਰੈਸਟੋਰੈਂਟ ਬਹੁਤ ਆ, ਮਠਿਆਈਆਂ ਦੀਆਂ ਦੁਕਾਨਾਂ ਹੋ ਗਈ, ਜਿਹੜਾ ਆਪਣੇ ਇੰਡੀਅਨ ਗਰੋਸਰੀ ਸਟੋਰ ਪਰ ਬਾਈ ਜੀ ਇੱਥੇ ਕਾਰਨ ਕਿ ਵੀ ਇੱਕ ਟਰੱਕ ਲੈ ਕੇ ਬੰਦਾ ਈਜੀ ਜੀ ਲਾਈਫ ਜਿੰਦਾ, ਇਸ ਕਰਕੇ ਨਾ ਦੂਜੇ ਬਿਜ਼ਨਸਾਂ ਦੇ ਵਿੱਚ ਨੂੰ ਘਟ ਜਾ ਰਿਹਾ। ਸਾਡੇ ਇਸ ਪੱਖੋਂ ਸਾਨੂੰ ਸੌਂਕਾਂ ਦੇ ਘਾਟ ਮਹਿਸੂਸ ਹੁੰਦੀ ਹੈ ਵੀ ਸਾਡੇ ਇੱਥੇ ਸਟੋਰ ਜਾਂ ਮਠਿਆਈ ਦਾ ਕੋਈ ਰੈਸਟੋਰੈਂਟ ਅਜੇ ਤੱਕ ਸਾਡੇ ਜੀ ਨਹੀਂ ਹੈਗਾ। ਨਹੀਂ, ਸਾਡੇ ਜਿਹੜੇ ਹੈਗੇ ਮੰਨ ਲਓ ਇੱਕ ਰੈਸਟੋਰੈਂਟ ਦੇ ਵਿੱਚ ਹੀ ਜਿਹੜਾ ਕੁੱਕ ਹੈ ਉਹੀ ਮਠਿਆਈ ਬਣਾ ਰਿਹਾ, ਹਲਵਾਈ ਵਾਲਾ ਜੀ ਕੋਈ ਪ੍ਰੋਪਰ ਨਹੀਂ ਹੈਗਾ ਜੀ ਜਿਹੜੀ ਸਵੀਟ ਦੀ ਉਹ ਇਕੱਲੀ ਦੁਕਾਨ ਹੋਵੇ। ਸਾਡੇ ਬਹੁਤ ਜ਼ਿਆਦਾ ਲੋੜ ਹੈ, ਘੱਟੋ ਘੱਟ ਮੈਨੂੰ ਇਹਨਾਂ ਲੱਗਦਾ ਵੀ ਜੇ ਇੱਥੇ 2-3 ਵੀ ਸਵੀਟ ਦੀਆਂ ਦੁਕਾਨਾਂ ਇਸ ਟਾਈਮ ਖੁੱਲ੍ਹ ਜਾਣ ਜੀ, ਬਹੁਤ ਮਾਰੋ ਮਾਰ ਚੱਲਣਗੀਆਂ। ਸਾਡੇ ਜਿਹੜੇ ਵੀ ਬੰਦਾ ਮੰਨ ਲਓ ਕੋਈ ਪਾਰਟੀ ਵਿਆਹ ਸ਼ਾਦੀ ਕਰਦਾ, ਠੀਕ ਹੈ, ਇੱਥੇ ਆਮ ਤਾਂ ਜੇ ਮੰਨ ਲਓ ਕਿਸੇ ਨੇ ਕੋਈ ਡੱਬਾ ਲਿਆਉਣਾ, 2 ਡੱਬੇ ਲਿਆਉਣੇ, ਉਹ ਇੱਥੋਂ ਲਿਆਉਂਦੇ, ਨਹੀਂ ਅਦਰਵਾਈਜ਼ ਜਿਹੜੇ ਹੁੰਦਾ ਉਹ ਕੋਈ ਸਿਨਸਨੈਟੀ ਤੋਂ ਮੰਗਾ ਰਿਹਾ ਜੀ, ਕੋਈ ਕਈ ਤਾਂ ਇਹ ਜਿਹੇ ਵੀ ਹਾਂਜੀ ਟੋਰਾਂਟੋ ਤੋਂ ਵੀ ਆ ਰਹੀ ਹੈ ਇੱਥੇ ਮਠਿਆਈ, ਵੀ ਜਦੋਂ ਹੁਣ ਵਿਆਹ ਸ਼ਾਦੀ ਹੁੰਦਾ ਨਾ ਇਕੱਠੀ ਮੰਗਾ ਲਈ ਆ, ਚਲੋ ਜੀ ਅੱਗੇ ਉਹਨੂੰ ਡਿਵਾਈਡ ਕਰ ਦੇਣਾ। ਕਹਿਣ ਦਾ ਭਾਵ ਵੀ ਇੱਥੇ ਹਲਦੀ ਕੜੀ ਇਹਨਾਂ ਚੀਜ਼ਾਂ ਦੀ ਜੀ ਬਹੁਤ ਜ਼ਿਆਦਾ ਓਪਰਚੁਨਿਟੀ ਹੈਗਾ, ਕਿਸੇ ਵੀ ਫੀਲਡ ਦੇ ਵਿੱਚ ਆ ਜਾਊਗਾ। ਬਾਕੀ ਬੱਚਿਆਂ ਵਾਲਾ ਵੀ ਦੱਸਤਾ ਜੀ, ਬਾਕੀ ਹੋਰ ਤੁਹਾਡਾ ਕੁਐਸਚਨ ਪੁੱਛੋ ਜੀ। ਅੱਛਾ, ਸੋ ਕੁੱਲ ਮਿਲਾ ਕੇ ਬਹੁਤ ਵਧੀਆ ਗੱਲ ਆ। ਕਈ ਵਾਰੀ ਅਸੀਂ ਜਿਵੇਂ ਸ਼ੁਰੂਆਤ ਕੀਤੀ ਵੀ ਵੱਡਿਆਂ ਸ਼ਹਿਰਾਂ 'ਚ ਪਿੱਛੇ ਜਾਂਦੇ ਆ, ਅਜਿਹੇ ਸ਼ਹਿਰ 'ਚ ਜਿੱਥੇ ਓਪਰਚੁਨਿਟੀ ਆ, ਜਿੱਥੇ ਕੰਮਕਾਰ ਦੀ ਲੋੜ ਆ, ਭਾਈਚਾਰਾ ਖੁਦ ਕਹਿ ਰਿਹਾ ਵੀ ਸਾਨੂੰ ਮਠਿਆਈਆਂ ਜਾ ਕੇ ਟੋਰਾਂਟੋ ਤੋਂ ਲਿਆਉਣੀਆਂ ਪੈਂਦੀਆਂ। ਇੱਥੇ ਭਾਈਚਾਰੇ ਦੀ ਗਿਣਤੀ ਕਿੰਨੀ ਕੁ ਚੀਮਾ ਸਾਹਿਬ, ਲੋਕ ਕਿੰਨੇ ਕੁ, ਤਾਂ ਕਿ ਪੋਟੈਂਸ਼ੀਅਲ ਦੇ ਜਿਹੜਾ ਬੰਦਾ ਕੋਈ ਕੰਮਕਾਰ ਕਰਨ ਵਾਲਾ ਨਾ, ਮੈਨੂੰ 100% ਸ਼ਿਓਰਿਟੀ ਹੈ ਕਿ ਇਸ ਇੰਟਰਵਿਊ ਤੋਂ ਬਾਅਦ ਤੁਸੀਂ ਆਪ ਕਹੋਗੇ ਕਿ ਬਾਈ ਜੀ ਸਾਡੇ ਸ਼ਹਿਰ ਦੇ ਵਿੱਚ ਲਓ ਜੀ ਮਠਿਆਈ ਦੀ ਦੁਕਾਨ ਖੁੱਲ੍ਹ ਗਈ। ਤੁਸੀਂ ਮੈਨੂੰ ਦੱਸੋ ਵੀ ਕਮਿਊਨਿਟੀ ਦੀ ਪੋਟੈਂਸ਼ੀਅਲ ਕਿੰਨੀ ਕੁ, ਕਮਿਊਨਿਟੀ ਕਿੰਨੀ ਕੁ ਆਪਣੀ, ਫਿਰ ਬੰਦੇ ਕੈਲਕੂਲੇਟ ਕਰ ਸਕਦੇ ਤਾਂ। ਵੀਰ ਜੀ ਇੱਥੇ ਮੇਰੇ ਖਿਆਲ ਮੁਤਾਬਕ ਘੱਟੋ ਘੱਟ ਵੀ 30 ਤੋਂ 35,000 ਫੈਮਿਲੀ ਇੱਥੇ ਰਹਿ ਰਹੀ ਹੈ ਜੀ ਇਸ ਟਾਈਮ। ਹਾਂਜੀ, ਜਦ ਕਿ ਮੈਂ ਕਹਿੰਦਾ ਵੀ ਜੇ ਅਜੇ ਅਸੀਂ ਸਾਊਥ ਵਾਲਿਆਂ ਨੂੰ ਜੋੜੀਏ, ਸਾਊਥ ਵਾਲਿਆਂ ਬਾਰੇ ਸਾਨੂੰ ਨਹੀਂ ਇੰਨਾ ਆਈਡੀਆ ਹੈਗਾ ਗਾ, ਗੁਜਰਾਤੀ ਤੇ ਥੋੜ੍ਹਾ ਜਿਹਾ ਆਪਣਾ ਪੰਜਾਬੀਆਂ ਨੂੰ ਲੈ ਕੇ ਮੈਨੂੰ ਲੱਗਦਾ ਵੀ ਇੰਨੀ ਕਿਤੇ ਘੱਟੋ ਘੱਟ ਜੀ ਸਾਡੀ ਹੈਗੀ ਹੈਗਾ। ਇਸ ਪੱਖੋਂ ਥੋੜ੍ਹਾ ਜਿਹਾ ਭਾਜੀ ਉਹਨਾਂ ਨੂੰ ਜ਼ਿਆਦਾ, ਕਿ ਉਹਨਾਂ ਕੋਲ ਲੋਕੀ ਜ਼ਿਆਦਾ ਟੈਕਸ ਪ੍ਰਤੀ ਜਾਂ ਇੰਸ਼ੋਰੈਂਸ ਪ੍ਰਤੀ ਆਉਂਦੇ ਆ, ਪਰ ਇੰਨਾ ਕੁ ਅਸੀਂ ਸ਼ੋਰ ਹਾਂ ਕਿ ਅਸੀਂ ਹੁਣ ਪਿੱਛੇ ਜੀ ਟੂਰਨਾਮੈਂਟ ਕਰਾ ਕੇ ਹਟੇ ਹਾਂ। ਅਸੀਂ ਸਮਕਾ ਤੇ ਤੁਹਾਡੇ ਨਾਲ ਕੰਟੈਕਟ ਨਹੀਂ ਹੋ ਸਕਿਆ, ਨਹੀਂ ਜੇ ਤੁਸੀਂ ਉਦੋਂ ਇੱਥੇ ਆ ਕੇ ਦੇਖਦੇ ਨਾ ਜੀ, ਘੱਟੋ ਘੱਟ ਸਾਡੇ ਜੀ 8 ਤੋਂ 10,000 ਬੰਦੇ ਦਾ ਘੱਟ ਸੀਗਾ। ਹਰ ਪਹਿਲਾ ਟੂਰਨਾਮੈਂਟ ਅਸੀਂ ਕਰਾਇਆ ਜੀ, ਹਰ ਟੂਰਨਾਮੈਂਟ ਵੀ ਨਹੀਂ ਜੀ, ਉਹਨੂੰ ਕਹਾਂਗੇ ਜੀ ਕਬੱਡੀ ਖੇਡ ਮੇਲਾ। ਹਰ ਇੱਕ ਬੰਦਾ ਖੁਸ਼ ਹੋ ਕੇ, ਜਿਹੜੀ ਜਿਹੜੇ ਕੈਲੀਫੋਰਨੀਆ ਤੋਂ ਲੈ ਕੇ ਨਿਊਯਾਰਕ, ਸਿਨਸਿਨੈਟੀ, ਸ਼ਿਕਾਗੋ, ਹਰ ਇੱਕ ਬੰਦਾ ਇਹ ਕਹਿ ਕੇ ਗਿਆ ਹੈ ਵੀ ਇੱਥੇ ਦੇ ਨਾਲ ਦਾ ਜੀ ਮੇਲਾ ਨਹੀਂ ਕਿਤੇ ਵੀ ਹੋਇਆ ਹੈਗਾ। ਹਾਂ, ਕਹਿੰਦੇ ਕਬੱਡੀ ਟੂਰਨਾਮੈਂਟ ਹੋ ਜਾਂਦੇ ਆ ਸਾਰੇ ਪਾਸੇ, ਕਬੱਡੀ ਟੂਰਨਾਮੈਂਟ ਉੱਦਾਂ ਜਿੱਦਾਂ ਹੁਣ ਟੋਰਾਂਟੋ ਵੀ ਹੋਇਆ, ਬਹੁਤ ਵਧੀਆ ਹੋਇਆ, ਅਸੀਂ ਉੱਥੇ ਵੀ ਗਏ ਸੀਗੇ। ਹੁਣ ਕੱਲ੍ਹ ਅਸੀਂ ਸਿਨਸਿਨੈਟੀ ਵੀ ਜਾ ਕੇ ਆਏ ਹਾਂ, ਉਹ ਵੀ ਬੜੇ, ਪਰ ਹਰ ਇੱਕ ਬੰਦਾ ਉੱਥੇ ਇਹ ਗੱਲ ਕਰਦਾ ਸੀ ਵੀ ਤੁਹਾਡੇ ਨਾਲ ਦਾ, ਕਿਉਂ ਕਾਰਨ ਕੀ ਹੈ ਜੀ, ਇੱਕ ਬੱਸੋਂ ਇੱਥੇ ਬਹੁਤ, ਬੱਸੋਂ ਦੇ ਮੁਤਾਬਕ ਹੀ ਤੁਹਾਡਾ ਇਕੱਠ ਵੀ ਤਾਂ ਹੀ ਹੋਣਾ ਨਾ। ਬੱਚਿਆਂ ਨੂੰ ਅਸੀਂ ਫਿਰ ਉਸ ਕਰਕੇ ਵੀ ਓਪਰਚੁਨਿਟੀ ਹਰ ਇੱਕ ਨੂੰ ਹੋ ਸਕਦਾ। ਹੁਣ ਸਾਡੇ ਤੋਂ ਇਸ ਸਾਲ ਥੋੜ੍ਹੀਆਂ ਜਿਹੀਆਂ ਗਲਤੀਆਂ ਰਹਿ ਗਈਆਂ, ਹੁਣ ਅਸੀਂ ਆਉਣ ਵਾਲੇ ਸਮੇਂ 'ਚ ਜ਼ਰੂਰ ਕਰੈਕਟ ਕਰਾਂਗੇ ਜੀ ਉਹਨਾਂ ਨੂੰ ਵੀ। ਔਰ ਬਾਕੀ ਜੀ ਤੁਹਾਨੂੰ ਹੁਣ ਤੋਂ ਹੀ ਅਸੀਂ ਸੱਦਾ ਪੱਤਰ ਦਿੰਦੇ ਹਾਂ ਵੀ ਅਸੀਂ ਸੱਚੀ ਮਿਸ ਕਰ ਗਏ ਹਾਂ, ਅਤੇ ਇਹ ਓਪਰਚੁਨਿਟੀ ਵੀ ਤੁਹਾਨੂੰ ਜ਼ਰੂਰ, ਕਿਉਂ ਜੀ ਇੱਕ ਜਿਹੜਾ TV ਚੈਨਲ ਆ ਨਾ ਆਪਣਾ ਬਾਈ, ਇਹ ਪੂਰੇ ਵਰਲਡ 'ਚ ਜਾਣਿਆ ਪਹਿਚਾਣਿਆ ਜਾਂਦਾ। ਹਰ ਸਾਰੇ ਹੀ ਬੰਦੇ
ਇਹਦੇ ਫੈਨ ਨੇ ਜੀ। ਫੈਨ ਕਿਉਂ ਨੇ ਜੀ? ਜਿੱਥੋਂ ਨਾ ਤੁਹਾਨੂੰ ਸਹੀ ਗੱਲ ਸੁਣਨ ਨੂੰ ਮਿਲਦੀ ਹੈ। ਕਿਸੇ ਵੀ ਤੁਹਾਡਾ ਮੰਨ ਲਓ ਕੋਈ ਵੀ ਮੈਂ ਪ੍ਰੋਗਰਾਮ ਲਾ ਲਾਂ, ਤੁਹਾਡਾ ਤੇ ਬਾਈ ਜਿਹਦਾ ਹੁੰਦਾ ਜਿਹੜੀ ਵਰਲਡ ਵਾਲੀ ਨਿਊਜ਼ ਦਿੰਦੇ ਹੋ ਜੀ, ਮੈਂ ਨਾ ਉਹਦਾ ਪ੍ਰੋਗਰਾਮ ਪ੍ਰਾਈਮ ਕੈਨੇਡਾ, ਹਾਂ ਪ੍ਰਾਈਮ ਕੈਨੇਡਾ ਗੁਰਵੰਤ ਗਰੇਵਾਲ ਬਾਈ ਜੀ, ਉਹ ਤੁਹਾਡਾ ਇੰਨਾ ਹਰਮਨ ਪਿਆਰਾ ਨਾ, ਆਮ ਬੰਦੇ ਨੂੰ ਤੁਸੀਂ ਇੱਕ ਦੇਖੋ ਵੀ ਇੰਗਲਿਸ਼ ਨਹੀਂ ਸਮਝ ਆਉਂਦੀ ਹੈਗੀ, ਉਹ CNN ਦੇ ਮੂਹਰੇ ਨਹੀਂ ਬੈਠ ਸਕਦਾ, ਫੋਕਸ ਦੇ ਮੂਹਰੇ ਨਹੀਂ ਬੈਠ, ਕੋਈ ਪਤਾ ਨਹੀਂ ਲੱਗਦਾ ਵਰਲਡ ਬਾਰੇ, ਜਦ ਕਿ ਉਹਨਾਂ ਦੇ ਅੰਦਰ ਉਤਸੁਕਤਾ ਬਹੁਤ ਹੁੰਦੀ ਹੈ ਯਾਰ ਵੀ ਪਤਾ ਲੱਗੇ ਕਿਹੜੀ ਲੜਾਈ ਕਿੱਦਾਂ ਚੱਲਦੀ ਹੈ। ਜੋ ਹੁਣ ਜਿਹੜੀ ਬਾਈ ਗੁਰਵੰਤ ਗਰੇਵਾਲ ਜੀ ਤੇ ਤੁਹਾਡਾ ਜਿਹੜੀ ਜੋੜੀ ਆ ਜੀ, ਉਹ ਬਹੁਤ ਵਧੀਆ। ਹਰ ਤੁਹਾਡੇ ਜਦੋਂ ਤੁਸੀਂ ਬੋਲਦੇ ਹੋ ਨਾ, ਤੁਹਾਡੇ ਨਾ ਜਿਹੜਾ ਬੋਲਣ ਦੇ ਵਿੱਚ ਇੱਕ ਮਠਿਆਸ, ਇੱਕ ਠਹਿਰਾ ਨਹੀਂ ਹੁੰਦਾ, ਜਿਵੇਂ ਇੱਕ ਗੁਰਮੁਖੀ ਕਹਿ ਲਈਏ, ਜਿੱਦਾਂ ਗੁਰਮੁਖ ਨਹੀਂ ਕਹਿੰਦੇ ਹੁੰਦੇ ਗੁਰਮੁਖਾ ਗੁਰਸਿੱਖ ਆ, ਉੱਦਾਂ ਦਾ ਜਾਣੀ ਬੰਦੇ ਨੂੰ ਮਨ 'ਚ ਫੀਲ ਹੁੰਦਾ ਯਾਰ ਵੀ ਸੁਣ ਕੇ ਜਾਣੀ ਆਨੰਦ ਜਿਹਾ ਆਉਂਦਾ ਉਹਨਾਂ ਗੱਲਾਂ ਬਾਤਾਂ ਦੇ ਵਿੱਚ। ਉਸ ਕਰਕੇ ਜਾਣੀ ਬੜਾ ਵਧੀਆ ਵੀ ਤੁਹਾਡੇ ਚੈਨਲ ਨੂੰ ਅਸੀਂ ਜੀ ਇੱਥੇ ਕਹਾਂਗੇ ਵੀ ਤੁਸੀਂ ਸੌਂਕਾ ਇੱਥੇ ਕੁਛ ਨਾ ਕੁਛ ਤੁਸੀਂ ਆਪਣਾ ਇੱਥੇ ਸਥਾਪਿਤ ਕਰੋ, ਕਿ ਸਾਡੀ ਕਮਿਊਨਿਟੀ ਬਹੁਤ ਵੱਧਦੀ ਜਾ ਰਹੀ। ਔਰ ਤੁਸੀਂ ਆਉਣ ਵਾਲੇ 5 ਸਾਲਾਂ 'ਚ ਦੇਖੋ, ਮੈਨੂੰ ਤਾਂ ਇਹ ਲੱਗ ਰਿਹਾ ਹੁਣ ਵੀ ਜੀ ਇਸ ਟਾਈਮ ਵੀ ਜਿੰਨੇ ਅਸੀਂ ਇੱਥੇ ਇਕੱਠੇ, ਅਸੀਂ ਹੁਣ ਇੱਥੇ ਬੈਠੇ ਆ ਨਾ ਜਿਵੇਂ ਬਰੈਂਪਟਨ ਦੀ ਤਰ੍ਹਾਂ, ਆ ਤੁਸੀਂ ਗ੍ਰੀਨਵੁੱਡ ਚਲੇ ਜਾਓ ਜੀ, ਸਟਰੀਟਾਂ ਦੀਆਂ ਸਟਰੀਟਾਂ ਪੰਜਾਬੀਆਂ ਦੀ ਮਿਲਣਗੀਆਂ ਤੁਹਾਨੂੰ। ਤੇ ਇੱਕ ਆਪਣੀ ਹੋਮ ਕਮਿੰਗ ਕਮਿਊਨਿਟੀ ਹੈ ਜੀ, ਉੱਥੇ ਮੈਨੂੰ ਇਹ ਲੱਗਦਾ ਵੀ ਘੱਟੋ ਘੱਟ ਅਸੀਂ 85% ਅਸੀਂ ਪੰਜਾਬੀ ਬੈਠੇ ਹਾਂ। ਪਾਰਕ 'ਚ ਜਾਓ, ਤੁਹਾਨੂੰ ਬਜ਼ੁਰਗਾਂ ਦੀਆਂ ਢਾਣੀਆਂ ਵੱਖਰੀਆਂ ਮਿਲਣਗੀਆਂ ਕੈਨੇਡਾ ਦੀ ਤਰ੍ਹਾਂ ਜੀ, ਜਿਹੜੀ ਤੁਹਾਨੂੰ ਫੀਲ ਜਿਹਾ ਨਹੀਂ ਹੁੰਦਾ। ਮੰਨ ਲਓ ਕਿਸੇ ਸਟੋਰ ਦੇ ਉੱਤੇ ਚਲੇ ਜਾਓ, ਕਿਤੇ ਗਰੋਸਰੀ ਸਟੋਰ 'ਚ B&B ਚਲੇ, ਤੁਹਾਨੂੰ ਆਪਣੇ ਘੱਟੋ ਘੱਟ ਵੀ 10 ਤੋਂ 15% ਬੰਦੇ ਉੱਥੇ ਤੁਹਾਨੂੰ ਬੈਠੇ ਹੋਏ ਮਿਲਣਗੇ। ਦੂਜਾ ਤੁਸੀਂ ਬਾਈ ਜੀ ਨੇ ਜਿੱਦਾਂ ਕੀਤਾ ਸੀ, ਬਾਈ ਬਿੰਨੂ ਜੀ ਨੇ ਜੀ, ਵੀ ਜਿਵੇਂ ਇੱਥੇ ਜੇ ਬੰਦਾ ਕੋਈ ਕੰਮ ਕਰਨਾ ਚਾਹੁੰਦਾ, ਜਿਵੇਂ ਬਜ਼ੁਰਗ ਨੇ, ਕਈ ਬਜ਼ੁਰਗ ਹੁਣ ਘਰੇ ਬੈਠੇ ਬੋਰ ਹੋ ਜਾਂਦੇ ਹਨ, ਇੱਥੇ ਆ ਜਿਹੜੀ ਸਾਡੇ ਫੈਡਐਕਸ ਗਰਾਊਂਡ ਆ, ਉਹ ਬਹੁਤ ਵਧੀਆ ਕੰਪਨੀ ਆ, ਪੈਸੇ ਵੀ ਉਹ ਬਹੁਤ ਵਧੀਆ ਦਿੰਦੇ ਆ ਜੀ, $20 ਦੇ ਨੇੜੇ ਤੇੜੇ ਆ। ਤੁਸੀਂ ਇਹ ਦੇਖੋ ਵੀ ਉਹ ਕਹਿੰਦੇ ਵੀ ਬੰਦਾ ਕੰਮ ਕਰਨ ਵਾਲਾ ਚਾਹੀਦਾ, ਉਹਨਾਂ ਨੂੰ ਪਤਾ ਵੀ ਇਹ ਜਿਹੜੇ ਪੰਜਾਬੀ ਹੈ ਜੀ ਇਹ ਕੰਮ ਕਰ ਲੈਂਦੇ ਹੈਗਾ। ਉਹ ਜਦੋਂ ਕੰਮ ਕਰਦੇ ਆ, ਉਹ ਇਹ ਨਹੀਂ ਦੇਖਦੇ ਵੀ ਇਹਨੂੰ ਇੰਗਲਿਸ਼ ਆਉਂਦੀ ਹੈ ਨਹੀਂ ਆਉਂਦੀ, ਉਹ ਉੱਥੇ ਲੀਡ ਤੇ ਸੁਪਰਵਾਈਜ਼ਰ ਆਪਣੇ ਬਣਾਤੇ ਉਹਨਾਂ ਨੇ। ਉਹ ਕਹਿੰਦੇ ਵੀ ਇਹਨਾਂ ਬੰਦਿਆਂ ਨੂੰ ਤੁਸੀਂ ਟ੍ਰੇਨ ਕਰਨਾ ਹੈ। ਹਰ ਸਾਡੇ ਬੰਦੇ ਜੀ ਕੰਮ ਕਰਨ ਨੂੰ 1 ਨੰਬਰ ਤੇ ਆ। ਤੁਸੀਂ ਬਜ਼ੁਰਗ ਕਈ ਤਾਂ ਜੀ ਮਾਤਾ ਇੰਨੀਆਂ ਜਿਹੀਆਂ ਦੇਖਿਆ ਵੀ ਉਹ ਖੂਨੀ ਫੜ ਕੇ ਜਾਂਦੀਆਂ ਨੇ, ਤੇ ਜਦ ਕਿ ਉਹ $21-22 ਦੀ ਜੋਬ ਵੀਰੇ ਅਮਰੀਕਾ 'ਚ ਕਿਤੇ ਵੀ, ਮੈਂ ਨਹੀਂ ਕਹਿੰਦਾ ਵੀ ਕਿਤੇ ਵੀ ਮਿਲਦੀ ਹੋਊਗੀ ਉਹਨਾਂ ਨੂੰ, ਕਿਉਂ ਇੰਗਲਿਸ਼ ਦੀ ਲੋੜ ਨਹੀਂ ਜੀ। ਜੇ ਕੋਈ ਕੁਐਸਚਨ ਪੁੱਛਣਾ ਉਹਨਾਂ ਨੇ ਪੰਜਾਬੀ 'ਚ ਪੁੱਛ ਲੈਣਾਗਾ। ਉਸ ਕਰਕੇ ਬਾਈ ਅਸੀਂ ਤਾਂ ਸਭ ਨੂੰ ਇਹ ਸੱਦਾ ਪੱਤਰ ਦਿੰਦੇ ਵੀ ਜਿਹੜੇ ਵੀ ਬੰਦਾ ਮੰਨ ਲਓ ਇੱਥੇ ਆ ਕੇ ਸੈਟਲ ਹੋਣਾ ਚਾਹੁੰਦਾ। ਇੱਕ ਮੈਂ ਤੁਹਾਨੂੰ ਛੋਟੀ ਜਿਹੀ ਉਦਾਹਰਨ ਦਿੰਦਾ, ਸਾਡੇ ਇੱਥੇ ਮੇਰਾ ਦੋਸਤ ਆ ਜੀ, ਉਹਦੀ ਗੁੱਡੀ ਦਾ ਵਿਆਹ ਹੋਇਆ ਤੇ ਉਹਦਾ ਹਸਬੈਂਡ ਆਇਆ, ਉਹਨੇ ਸਿਰਫ 2 ਸਾਲ ਟਰੱਕ ਚਲਾਇਆ। 2 ਸਾਲ ਦੇ ਵਿੱਚ ਜੀ ਆਪਣਾ ਟਰੱਕ ਲੈ ਲਿਆ ਤੇ ਆਪਣਾ ਘਰ ਲੈ ਲਿਆ। ਜਦ ਕਿ ਇੱਥੇ ਤੁਸੀਂ ਅਮਰੀਕਾ 'ਚ ਜਾਂ ਮੈਨੂੰ ਨਹੀਂ ਲੱਗਦਾ ਕੈਨੇਡਾ 'ਚ ਕੋਈ ਵੀ ਬੰਦਾ 2 ਤੋਂ 3 ਸਾਲ ਹਰ ਮਿਹਨਤ ਕਰਨ ਵਾਲਾ ਹੋਣਾ ਚਾਹੀਦਾ। ਇਹ ਨਹੀਂ ਹੈਗਾ ਵੀ ਹਾਂਜੀ ਉਹ ਗੱਲਾਂ ਬਾਤਾਂ ਕਰ ਰਿਹਾ ਜਾਂ ਇੰਡੀਆ ਨੂੰ ਫੋਨਾਂ 'ਤੇ ਜਾਂ ਕੁਛ ਵੀ ਹੈ, ਥੋੜ੍ਹੀ ਜਿਹੀ ਮਿਹਨਤ ਦਾ ਵੀ ਹੋਣਾ ਮਨ ਦੇ ਵਿੱਚ ਹੋਣਾ ਚਾਹੀਦਾ। ਉਹ ਅੱਜ ਜੀ ਪੂਰਾ ਸਫਲ ਆ, ਉਹ ਕਹਿੰਦਾ ਮੈਂ ਘਰ ਵੀ ਪੇਡ ਆਫ ਵੈਰੀ ਕੁਇਕ ਕਰ ਦੇਣਾ ਜੀ। ਜਿਹੜੇ ਬੰਦੇ ਨੇ ਜਿੱਦਾਂ ਮਿਹਨਤ ਕਰਨੀ ਹੈਗਾ ਉਹਦੇ 'ਤੇ ਨਿਰਭਰ ਹੈ ਜੀ, ਪਰ ਬਹੁਤ ਮੌਕੇ ਆ ਜੀ ਇੱਥੇ ਇਸ ਚੀਜ਼ ਦੇ। ਚੀਮਾ ਸਾਹਿਬ ਧੰਨਵਾਦ, ਤੁਸੀਂ ਪ੍ਰਾਈਮ ਏਸ਼ੀਆ TV ਨੂੰ ਵੀ ਮਾਣ ਬਖਸ਼ਿਆ ਇਹਨਾਂ ਤੇ। ਜਦੋਂ ਆਵਾਜ਼ ਮਾਰੋਗੇ ਪ੍ਰਾਈਮ ਏਸ਼ੀਆ TV ਦੀ ਟੀਮ ਇੰਡੀਅਨੈਪੋਲਿਸ ਦੇ ਵਿੱਚ ਹਾਜ਼ਰ ਹੋਏਗੀ, ਹਰ ਇੱਕ ਖੇਡ ਮੇਲੇ 'ਚ, ਹਰ ਇੱਕ ਕਮਿਊਨਿਟੀ ਦੇ ਦੁੱਖ ਸੁੱਖ ਵਿੱਚ, ਕਮਿਊਨਿਟੀ ਦੇ ਮੁੱਦਿਆਂ ਦੇ ਵਿੱਚ ਤੇ ਕਮਿਊਨਿਟੀ ਦੀਆਂ ਲੋੜਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਪੂਰੀ ਕਿ ਮਤਲਬ ਹਰ ਹੀਲੇ ਇੱਥੇ ਪਹੁੰਚਿਆ ਜਾਏ, ਨਹੀਂ ਤੇ ਜਾਂ ਕਿਤੇ ਵੀ ਬੈਠੇ ਇੱਥੋਂ ਦੇ ਮਸਲਿਆਂ ਦੇ ਉੱਤੇ ਪਕੜ ਬਣਾ ਕੇ ਰੱਖੀ ਜਾਏ, ਤਾਂ ਕਿ ਕਮਿਊਨਿਟੀ ਨੂੰ ਅਵੇਅਰਨੈਸ ਵੀ ਦੇ ਸਕੀਏ। ਜਿਨ੍ਹਾਂ ਚੀਜ਼ਾਂ ਦੀ ਲੋੜ ਆ, ਨਵੀਆਂ ਓਪਰਚੁਨਿਟੀਜ਼, ਨਵੇਂ ਬਿਜ਼ਨਸਿਸ, ਨਵੇਂ ਕੰਮਕਾਰ ਜਾਂ ਕੰਮਾਂ-ਕਾਰਾਂ ਦਾ ਹੋਰ ਵਧਾਉਣਾ, ਉਸ ਚੀਜ਼ ਦੇ ਵਿੱਚ ਅਸੀਂ ਮਦਦ ਕਰ ਸਕੀਏ। ਤੁਹਾਡਾ ਧੰਨਵਾਦ ਸੁਝਾਅ ਦੇਣ ਲਈ, ਮਿਹਰਬਾਨੀ, ਥੈਂਕ ਯੂ ਜੀ। ਅੱਛਾ ਬਾਸ਼ਲ ਸਾਹਿਬ, ਤੁਹਾਡੇ ਕੋਲ ਜ਼ਰੂਰ ਆਉਣਾ, ਕਿਉਂਕਿ ਅਸੀਂ ਗੱਲ ਕਰਦੇ ਸੀ ਵੀ ਇੱਥੇ ਕਿਹੜਿਆਂ ਕੰਮਾਂ ਦੀ ਲੋੜ ਆ। ਹੁਣ ਜੇ ਅਸੀਂ ਅੱਜ ਸਰੀ ਜਾਂ ਬਰੈਂਪਟਨ ਦੇ ਵਿੱਚ ਜਾਂ ਕੈਲੀਫੋਰਨੀਆ ਜਾਂ ਹੋਰ ਥਾਵਾਂ 'ਤੇ ਜਾਂ ਯੂਬਾ ਸਿਟੀ ਦੇਖਾਂਗੇ ਨਾ, ਉੱਥੇ ਅੱਜ ਪੰਜਾਬੀ ਤਕਰੀਬਨ ਹਰ ਇੱਕ ਕੰਮ ਦੇ ਵਿੱਚ ਨੇ। ਤੁਸੀਂ ਮਠਿਆਈਆਂ ਦੀ ਦੁਕਾਨ ਦਾ ਇੱਕ ਜ਼ਿਕਰ ਕੀਤਾ, ਵਿਆਹਾਂ ਸ਼ਾਦੀਆਂ ਸੰਬੰਧਿਤ ਕੋਈ ਵੀ ਸਮਾਨ ਹੋਏ, ਹਰ ਇੱਕ ਚੀਜ਼ ਸ਼ਹਿਰ ਦੇ ਵਿੱਚੋਂ ਮਿਲਦੀ, ਤੁਹਾਨੂੰ ਕਿਤੇ ਹੋਰ ਦੂਜੇ ਥਾਂ ਜਾਣ ਦੀ ਲੋੜ ਨਹੀਂ। ਤੁਸੀਂ ਕੋਈ ਪੰਸਾਰੀ ਦੇ ਸਮਾਨ ਦਾ ਜ਼ਿਕਰ ਕਰ ਲਓ, ਤੁਸੀਂ ਕੋਈ ਮਨਿਆਰੀ ਦੇ ਸਮਾਨ ਦਾ ਜ਼ਿਕਰ ਕਰ ਲਓ, ਹਰ ਇੱਕ ਚੀਜ਼ ਦੇ ਸਟੋਰ, ਪੁਰਾਣੀਆਂ ਤੋਂ ਪੁਰਾਣੀਆਂ ਚੀਜ਼ਾਂ, ਉਹ ਸਾਰਾ ਕੁਝ ਸ਼ਹਿਰ 'ਚ ਮਿਲਦੀਆਂ ਨੇ। ਤੇ ਇੱਥੇ ਆਬਾਦੀ ਕਿੰਨੀ ਕੁ ਆਪਣੇ, ਤੁਹਾਨੂੰ ਇਹ ਮੈਂ ਚੀਜ਼ਾਂ ਤਾਂ ਜਾਣਨੀਆਂ ਚਾਹੁੰਦਾ ਤਾਂ ਕਿ ਪੋਟੈਂਸ਼ੀਅਲ ਪਤਾ ਲੱਗ ਸਕੇ ਵੀ ਕਿਹੜੇ ਕੰਮ ਦੀ ਕਿੰਨੀ ਲੋੜ ਆ, ਤਾਂ ਕਿ ਜੋ ਕੰਮ ਭਾਲਦੇ ਨੇ ਇੱਥੋਂ ਦੇ ਲੋਕ, ਉਹਨਾਂ ਉਸ ਚੀਜ਼ ਦੀ ਸਰਵਿਸ ਭਾਲਦੇ ਨੇ, ਲੋਕ ਬਿਜ਼ਨਸ ਖੋਲ੍ਹਣਾ ਚਾਹੁੰਦੇ ਨੇ, ਉਹ ਇੱਥੇ ਆ ਕੇ ਆਪਣੀਆਂ ਚੀਜ਼ਾਂ ਖੋਲ੍ਹ ਸਕਣ, ਜਾਂ ਭਾਈਚਾਰੇ ਨੂੰ ਪਤਾ ਲੱਗ ਸਕੇ ਇੰਡੀਅਨੈਪੋਲਿਸ ਦੀ ਕੁੱਲ ਆਬਾਦੀ ਕਿੰਨੀ ਆ ਤੇ ਇੱਥੇ ਪੰਜਾਬੀ ਭਾਈਚਾਰੇ ਦੀ ਕਿੰਨੀ ਆਬਾਦੀ ਆ। ਪੰਜਾਬੀ ਭਾਈਚਾਰੇ ਦੀ ਇੱਥੇ ਆਬਾਦੀ ਜਿਵੇਂ 35, ਮੇਰੇ ਖਿਆਲ 'ਚ 30-35,000 ਦੇ ਨੇੜੇ ਤੇੜੇ ਹੀ ਹੈ। ਮੇਨਲੀ ਅਸੀਂ ਸਾਊਥ ਸਾਈਡ ਆਫ ਇੰਡੀਅਨੈਪੋਲਿਸ, ਗ੍ਰੀਨਵੁੱਡ, ਵਾਈਟਲੈਂਡ ਤੇ ਨੋਬਲਸਵਿਲ ਫਿਸ਼ਰ ਏਰੀਆ ਜਾਂ ਪਲੇਨਫੀਲਡ, ਏਵਨ ਤੇ ਬ੍ਰਾਊਨਸਬਰਗ ਏਰੀਆ, ਇਹਦੇ ਵਿੱਚ ਜ਼ਿਆਦਾ ਸਾਡੀ ਕੰਸਨਟ੍ਰੇਸ਼ਨ ਹੈ। ਤੇ ਜ਼ਿਆਦਾ ਦੇਖੋ ਓਪਰਚੁਨਿਟੀ ਤਾਂ ਲਗਭਗ ਹਰੇਕ ਫੀਲਡ 'ਚ ਇੱਥੇ। ਹੁਣ ਰੀਅਲ ਸਟੇਟ 'ਚ ਕਾਫੀ ਬੰਦੇ ਆਪਣੇ ਆ ਗਏ। ਮੈਂ ਪਹਿਲਾਂ ਮਤਲਬ 1-2 ਅਸੀਂ 2 ਹੀ ਹੁੰਦੇ ਸੀ, 2-3 ਹੀ ਹੁੰਦੇ ਸੀਗੇ। ਹੁਣ ਤੇ ਮਤਲਬ ਸੁੱਖ ਨਾਲ ਸਾਡੀ ਵੀ ਟੀਮ ਕਾਫੀ ਹੈ, ਮੇਰੇ ਕੋਲ ਆਲਮੋਸਟ 16
ਐਸੋਸੀਏਟ ਬ੍ਰੋਕਰ ਕੰਮ ਕਰਦੇ ਆ। ਤੇ ਬਾਕੀ ਹੋਰ ਫੀਲਡ ਜਿਵੇਂ ਕੇਟਰਿੰਗ ਲਾ ਲਓ, ਜਿਵੇਂ ਭਾਜੀ ਨੇ ਦੱਸਿਆ ਸੀਗਾ ਸਵੀਟਸ ਜਾਂ ਹੋਰ ਇੰਡੀਅਨ ਗਰੋਸਰੀ ਸਟੋਰ, ਇਹਦੀ ਅਜੇ ਜ਼ਰੂਰਤ ਸਾਨੂੰ ਹੈਗੀ ਹੈ। ਕਿਉਂਕਿ ਮਤਲਬ ਕਾਫੀ ਜਿਵੇਂ ਦੱਸਿਆ ਇਹਨਾਂ ਨੇ ਕਿ ਮਿਠਾਈਆਂ ਲੈਣ ਵਾਸਤੇ ਸਾਨੂੰ ਸਿਨਸਿਨੇਟੀ ਜਾਣਾ ਪੈਂਦਾ ਹੈ ਜਾਂ ਸ਼ਿਕਾਗੋ ਜਾਣਾ ਪੈਂਦਾ। ਅਤੇ ਸੋਨੇ ਦੀ ਇੱਕ ਦੁਕਾਨ ਹੈ ਸਿਰਫ ਇੱਥੇ ਅਜੇ, ਅਤੇ ਉਹ ਵੀ ਮੇਰੇ ਖਿਆਲ 'ਚ ਉਹਦੀ ਵੀ ਇੱਕ ਅੱਧੀ ਦੁਕਾਨ ਹੋਰ ਚੱਲ ਸਕਦੀ ਹੈ। ਮੇਰੇ ਖਿਆਲ ਸ਼ਾਇਦ 2 ਚੱਲ ਸਕਦੀਆਂ। ਜੇ 30-35 ਹਜ਼ਾਰ ਦੀ ਆਬਾਦੀ ਹੈ ਤੇ ਮੇਰੇ ਖਿਆਲ ਸ਼ਾਇਦ 4 ਦੁਕਾਨਾਂ ਵੀ ਚੱਲ ਸਕਣ। ਜੇ ਇੰਨੀ ਆਬਾਦੀ ਹੈ ਤੇ ਮਠਿਆਈ ਦੀਆਂ 5-7 ਦੁਕਾਨਾਂ ਵੀ ਚੱਲ ਸਕਦੀਆਂ ਨੇ। ਮਤਲਬ ਗਰੋਸਰੀ ਸਟੋਰ ਵੀ ਜੇ 5 ਨਵੇਂ ਵੀ ਆ ਜਾਣ ਤੇ ਤਾਂ ਵੀ ਮੇਰੇ ਖਿਆਲ ਚੱਲ ਸਕਦੇ ਆ, ਜੇ ਇੰਨਾ ਪੋਟੈਂਸ਼ੀਅਲ ਹੈਗਾ ਨਾ। ਤੇ ਸਾਨੂੰ ਥੋੜਾ ਨਾਲ ਟੈਕਸ ਬਾਰੇ ਵੀ ਜਾਣਕਾਰੀ ਦੇ ਦਿਓ ਕਿ ਸੂਬੇ ਦੇ ਵਿੱਚ ਟੈਕਸ ਪਾਲਿਸੀ ਕੀ ਆ, ਕਿਸ ਤਰੀਕੇ ਨਾਲ ਕਿੰਨੇ % ਕੰਮਾਂ-ਕਾਰਾਂ ਦੇ ਉੱਤੇ, ਕਿੰਨੇ % ਚੀਜ਼ਾਂ ਦੇ ਉੱਤੇ, ਗੁੱਡਸ ਦੇ ਉੱਤੇ ਕਿਵੇਂ ਲੱਗਦਾ ਜੀ? ਦੇਖੋ ਇੱਥੇ ਜਿਹੜਾ ਟੈਕਸ ਦਾ ਜਿਹੜਾ ਆਮ ਆ, ਗਰੋਸਰੀ ਦੇ ਉੱਤੇ ਟੈਕਸ ਨਹੀਂ ਹੈਗਾ ਇੱਥੇ। ਜਿਹੜੀਆਂ ਖਾਣ ਵਾਲੀਆਂ ਚੀਜ਼ਾਂ 'ਤੇ ਟੈਕਸ ਨਹੀਂ ਹੁੰਦਾ। ਜਿਹੜੀਆਂ ਬਾਕੀ ਚੀਜ਼ਾਂ ਆ ਉਹਨਾਂ ਦੇ ਉੱਤੇ 7.25% 7.25% ਟੈਕਸ ਹੈਗਾ। ਅਤੇ ਜਿਹੜੀ ਪ੍ਰਾਪਰਟੀ ਹੈਗੀ ਆ, ਪ੍ਰਾਪਰਟੀ ਦੇ ਉੱਤੇ ਜਿਹੜੇ ਘਰ 'ਚ ਤੁਸੀਂ ਮੇਨ ਘਰ 'ਚ ਰਹਿੰਦੇ ਹੋ, ਓਨਰ ਆਕੂਪਾਈਡ ਘਰ ਹੈਗਾ, ਉਹਦੇ 'ਤੇ 1% ਦਾ ਕੈਪ ਹੈਗਾ। ਜਿਹੜੀ ਉਹਦੀ ਕੀਮਤ ਹੈਗੀ ਆ ਉਹ ਹਰ ਸਾਲ ਅਸੈਸ ਕੀਤੀ ਜਾਂਦੀ ਹੈ, ਅਤੇ ਉਹਦੀ ਜਿੰਨੀ ਕੀਮਤ ਹੈ ਉਹਦਾ 1% ਜਿਹੜਾ ਤੁਹਾਨੂੰ ਟੈਕਸ ਦੇਣਾ ਪੈਂਦਾ। ਜਿਹੜੀ ਕਮਰਸ਼ੀਅਲ ਪ੍ਰਾਪਰਟੀ ਹੈ, ਤੁਸੀਂ ਜਿਵੇਂ ਸਾਡੇ ਕੋਲ ਰੈਂਟਲ ਪ੍ਰਾਪਰਟੀਜ਼ ਹੈਗੀਆਂ, ਜਿਹੜੀ ਰੈਂਟਲ ਪ੍ਰਾਪਰਟੀਜ਼ ਹੈਗੀਆਂ ਉਹਨਾਂ ਦੇ 2% ਹੈਗਾ, ਅਤੇ ਜਿਹੜੀਆਂ ਕਮਰਸ਼ੀਅਲ ਪ੍ਰਾਪਰਟੀਜ਼ ਹੈਗੀਆਂ ਉਹਨਾਂ ਦੇ 3% ਹੈਗਾ। ਅਤੇ ਜਿਹੜਾ ਰॉ ਲੈਂਡ ਹੈ ਉਹਦੇ 'ਤੇ ਟੈਕਸ ਬਹੁਤ ਘੱਟ ਹੈਗਾ। ਫਾਰਮਿੰਗ 'ਤੇ ਬਹੁਤ ਜ਼ਿਆਦਾ ਘੱਟ ਹੈਗਾ, ਉਹ ਤਾਂ ਮਿਨੀਮਲ ਹੀ ਹੈਗਾ। ਜਿਵੇਂ ਮਤਲਬ ਭਾਜੀ ਕੋਲ ਮੇਰੇ ਖਿਆਲ 'ਚ 40 ਉਹ ਜਿਹੜੇ 90 ਮੈਂ ਕਿਹਾ 100-200 ਏਕੜ ਹੈ, $450 ਮਸੀਂ ਹੈਗਾ। ਅਤੇ ਇਸ ਤਰ੍ਹਾਂ ਆ ਕਿ ਟੈਕਸ ਪਾਲਿਸੀਜ਼ ਬਹੁਤ ਵਧੀਆ ਇੱਥੇ ਦੀਆਂ। ਟੈਕਸ ਜਿਹੜਾ ਮਤਲਬ ਜਿਹੜੀ ਰੈੱਡ ਟੇਪ ਹੈਗੀ ਹੈ ਗੌਰਮੈਂਟ ਦੀ, ਉਹ ਤਾਂ ਬਹੁਤ ਘੱਟ ਹੈਗੀ ਹੈ ਅਜੇ। ਤਾਂ ਹੁਣ ਇਹਨਾਂ ਨੇ ਕਾਫੀ ਹੱਦ ਤੱਕ ਸ਼ੁਰੂ ਕਰ ਦਿੱਤਾ ਹੈ। ਜਦੋਂ ਅਸੀਂ ਨਵੇਂ ਆਏ, ਮੈਂ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਦੱਸਦਾ। ਸਾਡਾ ਟਰੱਕ ਡਰਾਈਵਿੰਗ ਸਕੂਲ ਹੁੰਦਾ ਸੀ ਲਾਸ ਐਂਜਲਸ 'ਚ। ਅਸੀਂ ਸੋਚਿਆ ਵੀ ਇੱਥੇ ਵੀ ਖੋਲ੍ਹ ਦਈਏ। ਅਸੀਂ ਸਕੂਲ ਖੋਲ੍ਹਣਾ ਸੀ ਅਤੇ ਅਸੀਂ ਡਾਊਨਟਾਊਨ ਗਏ। ਅਸੀਂ ਕਿਹਾ ਵੀ ਸਾਨੂੰ ਲਾਇਸੈਂਸ ਚਾਹੀਦਾ ਟਰੱਕ ਡਰਾਈਵਿੰਗ ਸਕੂਲ ਦਾ। ਉਹ ਕਹਿੰਦੇ ਸਾਡੇ ਕੋਲ ਤਾਂ ਕੋਈ ਲਾਇਸੈਂਸ ਨਹੀਂ ਹੈ ਇੱਥੇ, ਤੁਸੀਂ ਆਪਣਾ ਇੰਸ਼ੋਰੈਂਸ ਲਓ ਅਤੇ ਸ਼ੁਰੂ ਕਰ ਲਓ। ਅਤੇ ਉਹ ਕਿਹੜੇ ਸਾਲ ਇਹ 2007 ਦੀ ਗੱਲ ਹੈ। 2007 ਦੀ। ਹਾਂ, ਅਤੇ 2010 ਵਿੱਚ ਇਹਨਾਂ ਨੇ ਜਾ ਕੇ ਰੂਲ ਬਣਾਇਆ ਕਿ ਇਹਨਾਂ ਨੂੰ ਸਿਖਾਉਣ ਵਾਸਤੇ ਕੋਈ ਨਾ ਕੋਈ ਸਕੂਲ ਚਾਹੀਦਾ, ਇਹਨਾਂ ਨੂੰ ਸਕੂਲ ਦਾ ਲਾਇਸੈਂਸ ਚਾਹੀਦਾ। 2010 ਸ਼ੁਰੂ ਹੋਇਆ, ਯਾਨੀ ਉਹ ਤੋਂ ਪਹਿਲਾਂ ਸਕੂਲ ਦਾ ਲਾਇਸੈਂਸ ਤਾਂ ਕੋਈ ਨਹੀਂ ਹੁੰਦਾ। ਅਤੇ ਦੂਜਾ ਮਤਲਬ ਤੁਹਾਨੂੰ ਹੁਣ ਪਤਾ ਲੱਗਿਆ ਹੋਣਾ, ਮਤਲਬ ਆਈ ਡੋਂਟ ਨੋ, ਮਤਲਬ ਤੁਸੀਂ ਉਸ ਪਾਸੇ ਨੂੰ ਕਿੰਨਾ ਕਹੋ ਕਿ ਸਾਡੇ ਤੁਹਾਨੂੰ ਪਤਾ ਕਿ ਗਨ ਦਾ ਕੋਈ ਪਰਮਿਟ ਨਹੀਂ ਹੈਗਾ ਇੰਡੀਆ 'ਚ। ਕੋਈ ਵੀ ਬੰਦਾ ਗਨ ਲੈ ਸਕਦਾ ਹੈ ਅਤੇ ਜਦੋਂ ਮਰਜ਼ੀ ਕੈਰੀ ਕਰਕੇ ਲਿਜਾ ਸਕਦਾ ਹੈ। ਪਹਿਲਾਂ ਸਾਡੇ ਕੋਲ ਲਾਇਸੈਂਸ ਹੁੰਦਾ ਸੀ, ਸਾਨੂੰ ਕੈਰੀ ਕਰਨ ਵਾਸਤੇ ਲਾਇਸੈਂਸ ਲੈਣਾ ਪੈਂਦਾ ਸੀ। ਹੁਣ ਤਾਂ ਉਹ ਵੀ ਨਹੀਂ ਹੈਗਾ। ਅੱਛਾ ਜੀ। ਤੇ ਉਹਦਾ ਇਹਦੇ ਹੁਣ ਜੇ ਤੁਸੀਂ ਇਹਦੀ ਨਾਲ ਕੀਤੀ ਹੈ ਗਾਂਧੀ, ਤਾਂ ਕਿ ਜਾਣਕਾਰੀ ਫਿਰ ਪ੍ਰੋਪਰ ਚਲੀ ਜਾਏ। ਕ੍ਰਾਈਮ ਰੇਟ ਕਿੰਨਾ ਕੁ ਸ਼ਹਿਰ ਦਾ ਜਾਂ ਸੂਬੇ ਦਾ, ਉਹਦੇ ਬਾਰੇ ਵੀ ਦੱਸਿਓ। ਨਹੀਂ, ਕ੍ਰਾਈਮ ਰੇਟ ਤਾਂ ਬਹੁਤ ਘੱਟ ਹੈ ਇੱਥੇ। ਜਿਹੜੇ ਕੁਛ ਏਰੀਆਜ਼ ਹੈਗੇ ਆ, ਜਿਵੇਂ ਸੈਂਟਰ, ਜਿਵੇਂ 38 ਈਸਟ ਸਾਈਡ ਆਫ ਦਾ ਜਿਹੜੀ ਸਾਡੀ ਹੈਗੀ ਆ, ਉਹ ਥੋੜ੍ਹਾ ਜਿਹਾ ਮਤਲਬ ਕ੍ਰਾਈਮ ਇਨਫੈਕਟਡ ਹੈਗਾ ਆ। ਮੋਸਟਲੀ ਜਿਵੇਂ ਸਾਊਥ ਸਾਈਡ ਜਿੱਥੇ ਅਸੀਂ ਰਹਿੰਦੇ ਹਾਂ, ਜਾਂ ਗ੍ਰੀਨਵੁੱਡ ਜਿੱਥੇ ਮੈਂ ਦੱਸਿਆ ਸਾਡੀ ਇੰਡੀਅਨ ਕਮਿਊਨਿਟੀ ਰਹਿੰਦੀ ਹੈ, ਮੋਸਟਲੀ ਬਹੁਤ ਸੇਫ ਹੈਗਾ। ਕੋਈ ਇਹੋ ਜਿਹੀ ਕ੍ਰਾਈਮ ਵਾਲੀ ਸਾਨੂੰ ਮਤਲਬ ਹੁਣ ਤੱਕ ਕੋਈ ਇਹੋ ਜਿਹੀ ਵਾਰਦਾਤ ਇੱਥੇ ਨਹੀਂ ਹੋਈ ਹੈਗੀ। ਸਾਡੇ ਇੱਥੇ ਕੋਈ ਗੈਂਗ ਦੀ ਪ੍ਰੋਬਲਮ ਨਹੀਂ ਹੈਗੀ ਅਜੇ ਤੱਕ। ਆਪਣੇ ਬੱਚੇ ਇਸ ਗੱਲੋਂ ਬਚੇ ਹੋਏ ਆ, ਕਿਉਂਕਿ ਪੜ੍ਹਾਈ ਵੱਲ ਥੋੜ੍ਹਾ ਜਿਹਾ ਜ਼ਿਆਦਾ ਧਿਆਨ ਹੈ। ਕੁਛ ਦੇਖੋ, ਹਰ ਇੱਕ ਕਮਿਊਨਿਟੀ 'ਚ ਥੋੜ੍ਹਾ ਬਹੁਤਾ ਮਾੜਾ ਮੋਟਾ ਤਾਂ ਹੁੰਦਾ ਆ, ਲੇਕਿਨ ਫਿਰ ਵੀ ਉਹਦੇ ਅਸੀਂ ਕਾਫੀ ਹੱਦ ਤੱਕ ਜਿਹੜਾ ਗੈਂਗਸਟਰ ਕਲਚਰ ਹੈਗਾ, ਜਿਵੇਂ ਮੈਂ ਸੁਣਦਾ ਹੁੰਦਾ ਸਰੀ 'ਚ ਹੈ ਜਾਂ ਬਰੈਂਪਟਨ ਦੇ ਵਿੱਚ ਹੈ, ਉਸ ਚੀਜ਼ਾਂ ਤੋਂ ਅਸੀਂ ਕਾਫੀ ਹੱਦ ਤੱਕ ਬਚੇ ਹੋਏ ਹਾਂ। ਬਿਲਕੁਲ ਠੀਕ ਹੈ। ਅੱਛਾ, ਕੁਛ ਚੀਜ਼ਾਂ ਸਾਨੂੰ ਕੱਲ੍ਹ ਪਤਾ ਲੱਗੀਆਂ ਸੀ ਕਿ ਜੇ ਸ਼ਹਿਰ ਦੇ ਵਿੱਚ ਆਬਾਦੀ ਕਿੰਨੀ ਬਹੁਤ ਜ਼ਿਆਦਾ, ਪਰ ਫਿਰ ਵੀ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਕਮੀ ਜਿਹੜੀ ਇੱਕ ਉਹ ਨਾਲ ਉਹ ਵੀ ਮੰਗ ਚੱਲਦੀ ਹੈ। ਇਹ ਮੰਗ ਕਿੰਨੀ ਕੁ ਜ਼ਰੂਰੀ ਜਾਂ ਕਿੰਨੀ ਕੁ ਪਕੜ ਫੜਦੀ ਆ? ਬਾਈ ਜੀ, ਇਹ ਮੰਗ ਬਹੁਤ ਜ਼ਰੂਰੀ ਹੈ। ਕਾਰਨ ਕਿ ਜੀ ਪਹਿਲੀ ਗੱਲ ਤਾਂ ਇੱਥੇ ਸਾਡੇ ਪੰਜਾਬੀਆਂ ਦੀ ਵਸੋਂ ਬਹੁਤ ਹੋ ਗਈ ਹੈ। ਪੰਜਾਬੀਆਂ ਦੇ ਨਾਲ ਹੋਰ ਕਮਿਊਨਿਟੀਆਂ ਵੀ ਬਹੁਤ ਨੇ ਜਿੱਥੇ ਇੱਦਾਂ ਜੀ ਬਰਮੀ ਪੀਪਲ ਕਾਫੀ ਰਹਿੰਦੇ ਹੈਗਾ, ਅਤੇ ਦੂਜੇ ਚਾਈਨੀਜ਼ ਵੀ ਆ ਰਹੇ ਆ, ਵੀਤਨਾਮੀ ਵੀ ਆ ਰਹੇ ਆ, ਅਤੇ ਦੂਜਾ ਜਿਹੜਾ ਆਪਣੀ ਸਾਊਥ ਵਾਲੇ ਇੰਡੀਆ ਵਾਲੇ ਲਾ ਲੈਂਦੇ ਆਪਣੇ ਮੰਨ ਲਓ ਇੰਜੀਨੀਅਰ, ਉਹ ਜੀ ਇੱਥੇ ਜੇ ਅਸੀਂ ਉਹਨਾਂ ਨੂੰ ਵੀ ਕਾਊਂਟ ਕਰੀਏ, ਉਹਨਾਂ ਦੀ ਵੀ ਗਿਣਤੀ ਇੱਥੇ ਬਹੁਤ ਜ਼ਿਆਦਾ। ਕਾਰਨ ਕੀ ਹੈ ਵੀ ਜਿਹੜੇ ਮੈਨੂਫੈਕਚਰ ਪਲਾਂਟ ਨੇ ਅਤੇ ਉਹ ਆਪਣੇ ਬੰਦੇ ਇੰਜੀਨੀਅਰ ਨੇ ਉਹਦੇ ਵਿੱਚ ਲੱਗੇ ਹੋਏ ਜੀ, ਉਸ ਕਰਕੇ ਇੱਥੇ ਡਿਮਾਂਡ ਹੈਗੀ ਆ ਬਹੁਤ। ਹਾਂ, ਇੱਕ ਫਲਾਈਟ ਚੱਲਦੀ ਸੀ ਜੀ, ਕਰੋਨਾ ਦੇ ਕਾਰਨ ਸਾਡੀ ਕੈਂਸਲ ਹੋ ਗਈ। ਇੱਥੋਂ ਫਰਾਂਸ ਨੂੰ ਚੱਲਦੀ ਸੀ ਡੈਲਟਾ ਏਅਰਲਾਈਨ, ਅਤੇ ਫਰਾਂਸ ਤੋਂ ਪੈਰਿਸ ਤੋਂ ਇੰਡੀਆ ਨੂੰ ਜਾਂਦੀ ਸੀਗੀ। ਉਹ ਇਸ ਟਾਈਮ ਬੰਦ ਆ। ਪਰ ਇੱਥੇ ਜੀ ਮੇਰੇ ਖਿਆਲ ਮੁਤਾਬਕ ਤਾਂ 1 ਜਾਂ 2 ਏਅਰਲਾਈਨ ਜ਼ਰੂਰੀ ਹੈ ਜੀ, ਕਿਉਂ ਅਸੀਂ ਸਾਰੇ ਜਾ ਕੇ ਸ਼ਿਕਾਗੋ ਨੂੰ ਜਾਂ
ਲੂਈਵਿਲ ਤੋਂ ਜਾਂ ਕਿਸੇ ਹੋਰ ਪਾਸੇ ਤੋਂ ਸਾਨੂੰ ਕਨੈਕਸ਼ਨ ਮਿਲਦਾ ਜਾ ਕੇ, ਸਪੈਸ਼ਲੀ ਨਹੀਂ ਫਿਰ ਇੱਥੋਂ 3-3.5 ਘੰਟੇ ਤੁਹਾਨੂੰ ਸ਼ਿਕਾਗੋ ਦੇ ਡਰਾਈਵ ਕਰਨੇ ਪੈਂਦੇ ਆ ਜੀ, ਜਾਂ ਫਿਰ ਕਨੈਕਸ਼ਨ ਫਲਾਈਟ ਲੈਣੀ ਪੈਂਦੀ ਹੈ। ਤੇ ਇਸ ਕਰਕੇ ਵੀ ਸਾਨੂੰ ਬਹੁਤ ਜ਼ਰੂਰੀ ਹੈ ਜੀ ਇੱਥੇ ਵੀ ਇੰਟਰਨੈਸ਼ਨਲ ਫਲਾਈਟ ਦਾ ਜੀ। ਚੀਮਾ ਸਾਹਿਬ, ਇਹ ਮੈਂ ਤਾਂ ਪੁੱਛਿਆ ਕਿਉਂਕਿ ਜਦੋਂ ਕੋਈ ਲੋੜ ਹੁੰਦੀ ਹੈ ਨਾ, ਤੇ ਲੋੜ ਫਿਰ ਕਮਿਊਨਿਟੀ 'ਚ ਇੱਕ ਅਸੀਂ ਰਿਪਰੈਜ਼ੈਂਟੇਟਿਵ ਚੁਣਦੇ ਹਾਂ, ਉਹ ਰਿਪਰੈਜ਼ੈਂਟੇਟਿਵ ਸਾਡੀ ਗੱਲ ਸਰਕਾਰੀ ਦਰਬਾਰੇ ਜਾ ਕੇ ਰੱਖਦੇ ਵੀ ਇਹ ਚੀਜ਼ ਦੀ ਲੋੜ ਆ ਤੇ ਇਹ ਸੁਵਿਧਾ ਜਿਹੜੀ ਪ੍ਰੋਵਾਈਡ ਕਰਾਈ ਜਾਏ। ਹੁਣ ਇੱਥੇ ਅਜੇ ਤੱਕ ਪੋਲੀਟੀਕਲ ਸਟਰਕਚਰ ਦੀ ਗੱਲ ਕਰੀਏ, ਉਹਦੇ ਵਿੱਚ ਭਾਈਚਾਰਾ ਕਿੰਨਾ ਕੁ ਇਨਵੋਲਡ ਹੈ? ਫਾਈਨੈਂਸ਼ੀਅਲੀ ਤੌਰ ਤੇ ਤੁਸੀਂ ਗੱਲ ਕਰਤੀ ਵੀ ਹਾਂ ਵਧੀਆ ਤਰੀਕੇ ਨਾਲ ਸੈਟਲ ਹੋ ਰਹੇ ਨੇ, ਅੱਛਾ ਬਣ ਜਾਂਦਾ। ਪੋਲੀਟੀਕਲ ਲੈਵਲ ਦੇ ਉੱਤੇ 3 ਫਾਰਮਸ ਦੀਆਂ ਗੌਰਮੈਂਟਸ ਨੇ, ਉਹਨਾਂ ਵਿੱਚ ਅਜੇ ਭਾਈਚਾਰੇ ਦੀ ਨੁਮਾਇੰਦਗੀ ਕਰਨ ਵੱਲ ਕੋਈ ਵਧਿਆ ਜਾਂ ਉਧਰ ਦਾ ਕੀ? ਕਿਉਂਕਿ ਸਾਡੇ ਤੇ ਖੂਨ ਦੇ ਵਿੱਚ ਲੀਡਰੀ ਤੇ ਜਾਂਦੀ ਨਹੀਂ ਕਿਤੇ, ਉਹ ਤੇ ਹੈਗੀ ਆ, ਚਾਹੇ ਅੱਜ ਨਿਕਲੇ ਚਾਹੇ ਕੱਲ੍ਹ ਨਿਕਲੇ। ਉਹਦੇ ਬਾਰੇ ਥੋੜ੍ਹੀ ਜਾਣਕਾਰੀ ਦਿਓ। ਨਹੀਂ ਜੀ, ਇਹ ਕੁਐਸਚਨ ਕਾਫੀ ਤੁਸੀਂ ਟਫ ਪੁੱਛ ਲਿਆ। ਵੈਸੇ ਮੈਨੂੰ ਇਹਦੇ ਬਾਰੇ ਨੌਲੇਜ ਘੱਟ ਹੈ, ਪਰ ਕਾਰਨ ਕੀ ਹੈ ਨਾ ਜੀ, ਇੱਥੇ ਅਸੀਂ ਅਸਲ ਦੇ ਵਿੱਚ ਜਿੱਦਾਂ ਸਾਰੇ ਆਏ ਸੀ ਸਟਰਗਲ ਕਰਕੇ ਅੱਗੇ ਵਧੇ ਸੀ ਉਹਨਾਂ ਦਿਨਾਂ ਦੇ ਵਿੱਚ ਜੀ, ਉਹ ਉੱਥੇ ਉਹ ਵਧਣ ਕਾਰਨ ਜੀ ਸਾਡਾ ਸਾਰਿਆਂ ਦਾ ਪੋਲੀਟੀਕਲ ਨੂੰ ਥੋੜ੍ਹਾ ਜਿਹਾ ਘੱਟ ਝੁਕਾਅ ਰਿਹਾ ਬਿਲਾ ਕਹੀਏ। ਸਾਡੀ ਕਮਿਊਨਿਟੀ 'ਚੋਂ ਅਜੇ ਤੱਕ ਕੋਈ ਵੀ ਇੱਦਾਂ ਦਾ ਕੋਈ ਲੀਡਰ ਨਹੀਂ ਨਿਕਲਿਆ ਹੈਗਾ ਵੀ ਜਿਹੜਾ ਅੱਗੇ ਪੋਲੀਟੀਕਲ ਨੂੰ ਨਾਲ ਸਾਡੇ ਪੰਜਾਬੀ ਕਮਿਊਨਿਟੀ ਨਾਲ ਜੋੜ। ਹਾਂ, ਸਾਰੇ ਚਾਹੁੰਦੇ ਜ਼ਰੂਰ ਨੇ ਜੀ, ਇਹ 'ਚ ਕੋਈ ਸ਼ੱਕ ਨਹੀਂ, ਚਾਹੁੰਦੇ ਆ ਵੀ ਕੋਈ ਨਾ ਕੋਈ ਸਾਡੇ ਜਿੰਨੀ ਕਮਿਊਨਿਟੀ ਹੋ ਚੱਲੀ ਵੀ ਇੱਥੇ ਕੋਈ ਨਾ ਕੋਈ ਬੰਦਾ ਸਾਡਾ ਅੱਗੇ ਆਵੇ, ਪਰ ਇਸ ਪੱਖ ਤੋਂ ਜੀ ਹਲਦੀ ਘੜੀ ਨਹੀਂ ਹੈਗਾ। ਹਾਂਜੀ। ਅੱਛਾ ਸੋਢੀ ਸਾਹਿਬ, ਥੋੜ੍ਹਾ ਜਿਹਾ ਮੌਸਮ ਬਾਰੇ ਤੁਸੀਂ ਦੱਸਿਓ ਕਿ ਸੂਬੇ ਦਾ, ਸਟੇਟ ਦਾ, ਸ਼ਹਿਰ ਦਾ ਮੌਸਮ ਕਿਵੇਂ ਦਾ ਰਹਿੰਦਾ ਹੈ, ਤਾਂ ਕਿ ਟਰੱਕਾਂ ਵਾਲਿਆਂ ਨੂੰ ਵੀ ਪਤਾ ਲੱਗ ਸਕੇ, ਕੰਮਾਂਕਾਰ ਵਾਲਿਆਂ ਨੂੰ ਵੀ ਪਤਾ ਲੱਗ ਸਕੇ, ਕਿਉਂਕਿ ਵੈਦਰ ਇੱਕ ਵੱਡਾ ਰੋਲ ਪਲੇ ਕਰਦਾ ਹਰ ਥਾਂ ਦੇ ਵਿੱਚ ਤਰੱਕੀ ਦਾ ਤੇ ਜਾਂ ਨੁਕਸਾਨ ਦਾ। ਉਹਦੇ ਬਾਰੇ ਥੋੜ੍ਹੀ ਜਾਣਕਾਰੀ ਦਿਓ। ਸਟੇਟ ਦਾ ਸਾਲ ਦਾ ਵੈਦਰ, ਗਰਮੀ ਕਿੰਨੀ ਕੁ ਪੈਂਦੀ, ਫਿਰ ਠੰਡ ਕਿੰਨੀ ਕੁ ਹੁੰਦੀ, ਸਨੋਫਾਲ ਕਿੰਨੀ ਕੁ ਹੁੰਦੀ? ਵੈਦਰ ਜੀ ਇੱਥੇ ਦਾ ਮੈਨੂੰ ਤਾਂ ਬਹੁਤ ਪਸੰਦ ਆਇਆ। ਐਵੇਂ ਜਨਵਰੀ ਫਰਵਰੀ ਕਿਤੇ 1-2 ਸਟੋਰਮ ਆਉਂਦੇ ਆ, ਚਲੋ ਵਧੀਆ ਸਮਾਂ ਕਿ ਘਰ ਰੈਸਟ ਵੀ ਚਾਹੀਦੀ ਬੰਦੇ ਨੂੰ। ਜਿਉਂ ਮਾਰਚ ਚੱਲਦਾ ਜੀ ਦਸੰਬਰ ਤੱਕ ਇੱਦਾਂ ਦਾ ਰਹਿੰਦਾ ਆ ਕਿ ਗਰਮੀ ਵੀ 1 ਮਹੀਨਾ ਜ਼ਿਆਦਾ ਪੈਂਦੀ ਆ। ਅੱਜ 90 ਡਿਗਰੀ ਆ ਅਤੇ ਰਾਤ ਨੂੰ 60-70 ਡਿਗਰੀ ਹੋ ਜਾਂਦਾ, ਅਤੇ ਇੱਦਾਂ ਹੀ ਚੱਲੀ ਜਾਂਦਾ 60-70 60-70 80। ਸੋ ਬਹੁਤ ਸੋਹਣਾ ਮੌਸਮ ਆ। ਮੀਂਹ ਕਾਫੀ ਪੈਂਦੇ ਇੱਥੇ, ਅਤੇ ਮੇਰੇ ਖਿਆਲ ਜਿੰਨੀਆਂ ਵੀ ਫਸਲਾਂ ਹੁੰਦੀਆਂ ਪਾਣੀ ਲਾਉਣਾ ਨਹੀਂ ਪੈਂਦਾ, ਉਹ ਕੁਦਰਤ ਹੀ ਪਾਲਦੀ ਉਸ ਨੂੰ 80% ਇਹੋ ਜਿਹਾ ਆ। ਅਤੇ ਬਾਕੀ ਸਭ ਤੋਂ ਜਿਹੜੀ ਜ਼ਿਆਦਾ ਚੀਜ਼ ਮੈਨੂੰ ਇੱਥੇ ਪਸੰਦ ਆ ਨਾ, ਉਹ ਮੈਨੂੰ ਆਪਣਾ ਪੰਜਾਬ ਹੀ ਲੱਗਦਾ ਜੀ। ਇੱਕ ਤਾਂ ਅਸੀਂ ਪੰਜਾਬੀ ਜ਼ਿਆਦਾ ਹੋਵੇ, ਇੱਕ ਪੌਣ ਪਾਣੀ ਕੁਛ ਉਹੋ ਜਿਹਾ ਹੀ ਆ ਜਿੱਦਾਂ ਆਪਣੇ ਇੰਡੀਆ ਫਰਵਰੀ ਮਾਰਚ 'ਚ ਹੁੰਦਾ, ਖੁੱਲ੍ਹਾ ਡੁੱਲਾ। ਅਤੇ ਬੰਦੇ ਵੀ ਬਹੁਤ ਖੁੱਲ੍ਹੇ ਡੁੱਲੇ ਸੁਭਾਅ ਦੇ ਆ, ਮਿਲੋ ਤੁਸੀਂ ਆਪ ਦੱਸ ਸਕਦੇ ਆ। ਕਿਉਂ ਕਾਰਨ ਕੀ ਹੈ ਜੀ, ਜਿੱਦਾਂ ਪੰਜਾਬ ਦੀ ਆਪਣੀ ਲੈਂਡ ਆ ਨਾ ਜਿਹੜੀ, ਉਹ ਬਿਲਕੁਲ ਪੱਧਰੀ ਆ। ਇੱਥੇ ਵੀ ਇਹ ਲੈਂਡ ਪੂਰੀ ਪੱਧਰੀ ਆ। ਤੁਸੀਂ ਕਿਤੇ ਹੁਣ ਤੁਹਾਡੇ ਕੋਲ ਟਾਈਮ ਦੀ ਸ਼ਾਰਟੇਜ ਆ ਜੀ, ਨਹੀਂ ਤੁਹਾਨੂੰ ਦਿਖਾਉਂਦੇ ਮੱਕੀ ਤੇ ਸੋਇਆਬੀਨ ਜੀ ਦੇਖਣੇ ਵਾਲੀ ਆ। ਅਸੀਂ ਦੇਖੀ ਆ ਜੀ, ਸੜਕ ਤੇ ਆਉਂਦੇ ਆ, ਸੜਕ ਤੇ ਅਸੀਂ ਸਾਡੇ ਕੋਲ ਫੁਟੇਜ ਵੀ ਹੈਗੀ, ਅਸੀਂ ਦਿਖਾ ਵੀ ਦੇਵਾਂਗੇ। ਹਾਂਜੀ, ਉਹ ਬੜਾ ਸੋਹਣਾ ਲੱਗਦਾ, ਜਿਹਨੇ ਸਾਨੂੰ ਪੰਜਾਬ ਦਾ ਵਾਲਾ ਹੀ ਮਾਹੌਲ ਲੱਗਦਾ। ਜਦੋਂ ਜਿੱਧਰ ਨੂੰ ਵੀ ਜਾਈਦਾਗਾ ਸਾਡੇ ਬਜ਼ੁਰਗ ਆਉਂਦੇ ਨੇ, ਉਹ ਦੇਖ ਕੇ ਟਰੈਕਟਰ ਚੱਲਦੇ ਜਾਂ ਕਮੈਨ ਚੱਲਦੇ। ਤਕਰੀਬਨ ਸਾਡੇ ਕੋਲ ਆਪਣੀ ਲੈਂਡ ਆ, ਜਦੋਂ ਚਲੋ ਲੀਜ਼ ਤੇ ਦਿੱਤੀ, ਉਹ ਜਦ ਦੇਖਦੇ ਆ ਸਾਰੇ ਬੜੇ ਵਧੀਆ ਆਨੰਦ ਲੱਗਦਾ ਉਹਨਾਂ ਨੂੰ, ਇਹ ਲੱਗਦਾ ਜਿਵੇਂ ਪੰਜਾਬ ਦੇ ਵਿੱਚ ਹੀ ਘੁੰਮ ਰਹੇ ਆ। ਦੂਜਾ ਬਾਈ ਜੀ ਨੇ ਜਿਵੇਂ ਦੱਸਿਆ ਨਾ ਵੀ ਆਪਣਾ ਵੈਦਰ ਦੇ ਬਾਰੇ, ਹੁਣ ਵੈਦਰ ਤਾਂ ਬਾਈ ਜੀ ਇਹ ਆ ਜਿਵੇਂ ਹੁਣ ਮੰਨ ਲਓ ਟੋਰਾਂਟੋ ਤੋਂ ਲੈ ਕੇ ਇੱਕ ਬੈਲਟ ਆ, ਜਿਵੇਂ ਨਿਊਯਾਰਕ, ਨਿਊ ਜਰਸੀ, ਪੈਨਸਿਲਵੇਨੀਆ, ਜਿਹੜੇ ਉਹ ਲੋਕਾਂ ਦਾ ਵੀ ਮੂਵ ਹੋਣ ਦਾ ਮੇਨ ਕਾਰਨ ਆ ਨਾ, ਉੱਥੇ ਉਹ ਐਕਸਪੈਂਸਿਵ ਹੋ ਚੁੱਕਿਆ ਬਹੁਤ ਜ਼ਿਆਦਾ। ਅਤੇ ਇੱਥੇ ਅਜੇ ਹਲਦੀ ਘੜੀ ਬਹੁਤ ਘੱਟ ਐਕਸਪੈਂਸਿਵ ਆ ਜੀ ਉਹਨਾਂ ਸਟੇਟਾਂ ਦੇ ਮੁਤਾਬਕ। ਅਤੇ ਕੰਮ ਵਾਈਜ਼ ਜੀ ਫਿਰ ਉਹੀ ਆ ਗਈ ਪਹਿਲਾਂ ਵਾਲੀ ਗੱਲ ਜੀ, ਵੀ ਕੰਮ ਬਹੁਤ ਆ। ਇਸ ਕਰਕੇ ਤੁਸੀਂ ਮੰਨਣਾ ਨਹੀਂ ਵੀ ਹੁਣ ਐਤਕੀ 3-4 ਸਾਲਾਂ ਤੋਂ ਜੀ ਘੱਟੋ ਘੱਟ ਨਿਊਯਾਰਕ ਤੇ ਨਿਊ ਜਰਸੀ ਨੇ ਜੀ ਇੰਨਾ ਪੰਜਾਬੀ ਇੱਥੇ ਆਪਣਾ ਮੂਵ ਹੋਇਆ ਬਹੁਤ ਜ਼ਿਆਦਾ। ਆ ਕਰੋਨਾ ਕਾਲ ਤੋਂ ਬਾਅਦ ਦੇ ਵਿੱਚ ਬਹੁਤ ਜ਼ਿਆਦਾ ਜੀ, ਕਿ ਮੇਰਾ ਪਾਰਕਿੰਗ ਦਾ ਕੰਮ ਹੈ। ਮੈਂ ਕਹਿੰਦਾ ਵੀ ਮੈਨੂੰ ਐਵਰੀ ਡੇ 5 ਤੋਂ 7 ਬੰਦਿਆਂ ਦੀਆਂ ਕਾਲਾਂ ਜ਼ਰੂਰ ਆਉਂਦੀਆਂ ਨੇ ਵੀ ਸਾਨੂੰ ਟਰੱਕ ਪਾਰਕਿੰਗ ਚਾਹੀਦੀ ਹੈ। ਹਾਂਜੀ, ਇਸ ਟਾਈਮ ਤੁਸੀਂ ਇਹ ਹਿਸਾਬ ਲਾ ਲਓ ਵੀ ਸਾਡੀ ਇੱਕ ਸਿਟੀ, ਮੈਂ ਕਹੂੰਗਾ ਵੀ ਇਸ ਪੱਖ ਤੋਂ ਥੋੜ੍ਹੇ ਜਿਹੇ ਰੂਲ ਐਂਡ ਰੈਗੂਲੇਸ਼ਨ ਪਾਰਕਿੰਗ ਲਈ ਨਹੀਂ ਬਣਾ ਰਹੀ ਵਧੀਆ। ਹਾਂ, ਇੰਡੀਅਨੈਪਲਸ ਦੇ ਵਿੱਚ ਅਜੇ ਵੀ ਬਹੁਤ ਵਧੀਆ ਚੱਲਦਾ ਹੈ। ਰੋਜ਼ ਇੰਨੇ ਬੰਦੇ ਨਵੇਂ ਇੱਥੇ ਆ ਰਹੇ, ਨਵੇਂ ਬੰਦੇ ਵੀਰੇ ਮੂਵ ਹੋ ਰਹੇ ਹੈਗਾ। ਪਹਿਲਾਂ ਜਦੋਂ ਅਸੀਂ 2005-6 'ਚ ਆਏ ਹਾਂ, ਅਸੀਂ ਐਕਚੁਅਲੀ ਕੈਲੀਫੋਰਨੀਆ ਵਾਲੇ ਜ਼ਿਆਦਾ ਆਏ ਸੀਗੇ, ਤਕਰੀਬਨ ਆਏ ਸੀ ਜਿਵੇਂ ਨਿਊਯਾਰਕ, ਨਿਊ ਜਰਸੀ ਤੋਂ ਵੀ, ਪਰ ਉਹਨਾਂ ਦੀ ਤਾਦਾਦ ਘੱਟ ਸੀ। ਪਰ ਇਸ ਟਾਈਮ ਕੈਲੀਫੋਰਨੀਆ ਨਾਲੋਂ ਜਿਹੜਾ ਨਿਊਯਾਰਕ, ਨਿਊ ਜਰਸੀ, ਪੈਨਸਿਲਵੇਨੀਆ ਨਾ ਬਾਈ, ਉਹ ਤਕਰੀਬਨ ਉਹ ਦੇਖਦੇ ਨੇ ਉੱਥੋਂ ਦੇਖੋ ਹੁਣ ਘਰਾਂ ਦੀ ਪ੍ਰਾਈਸ ਉਹਨਾਂ ਦੀ ਮਿਲੀਅਨ ਤੋਂ ਘੱਟ ਕਿਸੇ ਦੀ ਨਹੀਂ ਹੈਗੀ। ਉਹ ਉੱਥੇ ਘਰ ਵੇਚਦੇ ਆ, ਇੱਥੇ ਆ ਕੇ ਘਰ ਵੀ ਪੇਡ ਆਫ ਅਤੇ ਨਾਲ ਹੀ ਬਿਜ਼ਨਸ ਲੈ ਲੈਣਾ, ਅਤੇ ਨਾਲੇ ਵਧੀਆ ਵਧੀਆ ਕਾਰਾਂ ਰੱਖੀਆਂ ਹੋਈਆਂ ਜੀ। ਇੱਥੇ ਪਰਮਾਤਮਾ ਦੀ ਕਿਰਪਾ, ਤੁਸੀਂ ਕਿਤੇ ਕਮਿਊਨਿਟੀ 'ਚ ਘੁੰਮ ਕੇ ਤਾਂ ਦੇਖਿਓ ਜੀ, ਹਰ ਇੱਕ ਬੰਦੇ ਕੋਲ ਪੂਰੀ ਟੌਪ ਕਲਾਸ ਕਾਰ ਹੈ ਜੀ। ਇਹ ਅਸੀਂ ਕੱਲ੍ਹ ਮੇਲੇ ਤੇ ਦੇਖਿਆ ਜੀ। ਹਾਂਜੀ, ਪੂਰੀ ਟੌਪ ਕਲਾਸ ਜਾਨੀ ਇੱਥੇ ਹਰ ਇੱਕ ਬੰਦੇ ਦੇ ਕੋਲ ਟੌਪ ਕਲਾਸ ਤਾਂ ਹੀ ਹੋਊਗੇ ਨੇ ਜੀ ਜੇ ਅਸੀਂ ਅਫੋਰਡ ਕਰ ਸਕਦੇ ਹਾਂ। ਜੇ ਅਫੋਰਡ ਨਹੀਂ ਹੋਊਗਾ, ਉਹੀ ਆ ਵੀ ਖਰਚੇ ਘੱਟ ਨੇ, ਉਹੋ ਜਿਹਾ ਬੰਦਾ ਆਪਣਾ ਸ਼ੌਕ ਪੂਰੇ ਕਰ ਲੈਂਦਾ ਗਾ। ਕਿ ਪੰਜਾਬੀਆਂ ਤੋਂ ਪਹਿਲਾਂ ਦੀ ਖਾਣ ਪੀਣ ਤੇ ਰਹਿਣ ਸਹਿਣ ਦਾ ਜੀ ਖੁੱਲ੍ਹਾ ਢੰਗ ਆ, ਅਤੇ ਉਸ ਕਰਕੇ ਹਰ ਇੱਕ ਬੰਦਾ ਆਪਣੇ ਸ਼ੌਕ ਇੱਥੇ ਜੀ ਪੂਰੇ ਕਰ ਸਕਦਾ ਕਿਸੇ ਪੱਖ ਦੇ। ਪਹਿਲੇ ਸਮਿਆਂ ਦੇ ਵਿੱਚ ਸੈਨਾ
ਦੇ ਕੋਲ ਹਾਥੀ ਘੋੜੇ ਕਿੱਦਾਂ ਦੇ ਉਹਨਾਂ ਦੀ ਉਹ ਸਥਿਤੀ ਦੱਸ ਦਿੰਦੇ ਸੀ ਵੀ ਇਹ ਸੂਬਾ ਕਿੰਨਾ ਕੁ ਕਮਜ਼ੋਰ ਆ ਜਾਂ ਸੂਬਾ ਕਿੰਨਾ ਕੁ ਸਟਰੋਂਗ ਆ, ਉੱਥੋਂ ਦੇ ਲੋਕਾਂ ਨੇ ਹਾਥੀ ਘੋੜੇ ਕਿੰਨੇ ਕੁ ਰੱਖੇ ਤੇ ਕਿੱਦਾਂ ਦੇ ਰੱਖੇ। ਹਾਂਜੀ ਵਾਕਿਆ ਸਹੀ ਜੀ। ਇਸੇ ਕਰਕੇ ਵੀ ਤੁਸੀਂ ਕਿਤੇ ਵੀ ਤੁਹਾਨੂੰ ਚਲੋ ਐਤਕੀ ਤੁਹਾਡੇ ਕੋਲ ਟਾਈਮ ਘੱਟ ਆ, ਆਇਓ ਤੁਹਾਨੂੰ ਕਮਿਊਨਿਟੀ 'ਚ ਘੁਮਾਵਾਂਗੇ ਜੀ, ਨਾਲੇ ਹੋਰ ਬੰਦਿਆਂ ਨਾਲ ਥੋੜੀ ਮੁਲਾਕਾਤ ਕਰਾਵਾਂਗੇ। ਸਾਡਾ ਚੱਕਰ ਲੱਗਦਾ ਰਹਿਣਾ ਜੀ, ਅਸੀਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਬਿਲਕੁਲ ਨਹੀਂ ਦੇਣਾ ਜੀ। ਸੋਢੀ ਸਾਹਿਬ ਤੁਸੀਂ ਕੁਝ ਜੋੜਨਾ ਚਾਹੁੰਦੇ ਅਹ ਜਿਵੇਂ ਹੁਣ ਰਹਿਣ ਦੀ ਗੱਲ ਕਰਦੇ ਆ, ਤੇ ਨਿਊਯਾਰਕ ਮੈਂ 18 ਸਾਲ ਰਿਹਾ, ਤੇ ਮੇਰਾ ਖਿਆਲ ਆ ਵੀ ਜਿੰਨੇ ਕੁ ਲੋਕ ਸੀ ਉਹਨਾਂ ਦੇ ਗਾਂ ਭਾਈ ਭਤੀਜੇ ਆਏ ਤੇ ਹਜ਼ਾਰਾਂ ਦੀ ਗਿਣਤੀ 'ਚ ਮੇਰੇ ਪਛਾਣਦੇ ਨੇ। ਤੇ ਜਦੋਂ ਇੱਥੇ ਮੇਰੇ ਕੋਲ ਕਿਤੇ ਆਉਂਦੇ ਨੇ ਉਹ ਕਹਿੰਦੇ ਵਾਹ ਯਾਰ ਇਸ ਤਰ੍ਹਾਂ ਰਹਿ ਰਹੇ। ਮੈਂ ਵੀ ਘਰੇ ਆਫਿਸ 'ਚ ਭਾਜੀ ਨੂੰ ਪਤਾ ਸਬਜ਼ੀਆਂ ਸੁਬਜ਼ੀਆਂ ਲਾਈਆਂ, ਪਹਿਲਾਂ ਜਾ ਕੇ ਦੇਖੀ ਦਾ ਨਿਹਾਰੀ ਦਾ ਕਿਵੇਂ ਮਿਰਚਾਂ ਲੱਗੀਆਂ, ਬੂਟੇ ਲਹਿਰਾ ਰਹੇ। ਅਸੀਂ ਫਾਰਮਰ ਆ ਉੱਥੋਂ ਜਿਵੇਂ ਪਲੇ ਇਸ ਤਰੀਕੇ ਨਾਲ ਆ, ਸਾਡਾ ਤਾਂ ਵੈਸੇ ਹੀ ਉਹ ਹੋ ਜਾਂਦਾ ਪੂਰਾ ਡੋਜ਼ ਕਿ ਮਜ਼ਾ ਆ ਜਾਂਦਾ ਦੇਖ ਕੇ। ਤੇ ਜਿਹੜੇ ਉੱਥੋਂ ਲੋਕ ਆਏ ਉਹਨਾਂ ਦੇ ਕਾਰਨ ਜਿਹੜੀ 2021 ਤੇ 22 ਸਭ ਤੋਂ ਜ਼ਿਆਦਾ ਲੋਕ ਨਿਊਯਾਰਕ ਤੋਂ ਆਏ ਆ। ਉਹਦਾ ਕਾਰਨ ਸੀ 19-20 ਦੇ ਵਿੱਚ ਨਹੀਂ 20 ਦੇ ਬਾਅਦ ਲੋਕਡਾਊਨ ਲੱਗਾ ਜਿਹੜਾ। ਨਿਊਯਾਰਕ ਸਿਟੀ ਵਰਗੇ ਵੱਡੇ ਜਿੱਥੇ 6 ਤੋਂ 8 ਮਿਲੀਅਨ ਡਾਲਰ 6 ਤੋਂ 8 ਮਿਲੀਅਨ ਬੰਦਾ ਰਹਿੰਦਾ, ਉੱਥੇ ਲੋਕਡਾਊਨ ਹੋ ਜਾਣਾ। ਛੋਟੇ ਛੋਟੇ ਘਰ ਆ, ਲਾਈਕ 500 ਸਕੁਅਰ ਫੁੱਟ ਦਾ ਘਰ, ਅਪਾਰਟਮੈਂਟ ਇੱਕ ਘਰ ਹੁੰਦਾ ਆ। ਅਪਾਰਟਮੈਂਟ ਤਾਂ ਵੈਸੇ ਹੀ ਪਤਾ ਨਹੀਂ ਬਹੁਤ ਛੋਟੇ ਆ। ਉੱਥੇ ਉਹ ਕਿੱਦਾਂ ਰਹੇ 6 ਮਹੀਨੇ 7 ਮਹੀਨੇ ਇੱਕ ਜੇਲ੍ਹ ਦੀ ਸੈੱਲ ਦੀ ਤਰ੍ਹਾਂ ਰਹੇ। ਜਦੋਂ 21 ਵਿੱਚ ਉਹਨਾਂ ਨੇ ਖੋਲ੍ਹਿਆ ਲਾਕਡਾਊਨ, ਉਹ ਜਦੋਂ ਇੱਥੇ ਆਏ ਨਾ ਕਹਿੰਦੇ ਤੁਹਾਨੂੰ ਹੈਗਾ, ਸਾਨੂੰ ਤਾਂ ਕੋਈ ਫਰਕ ਹੀ ਨਹੀਂ ਪਿਆ, ਸਾਨੂੰ ਤਾਂ ਪਤਾ ਵੀ ਨਹੀਂ ਲਾਕਡਾਊਨ ਹੈ ਕੀ ਚੀਜ਼ ਹੈ। ਅਸੀਂ ਸਿਟੀ ਘੁੰਮਦੇ ਰਹੇ, ਅਸੀਂ ਜਿਮ ਜਾਂਦੇ ਰਹੇ, ਸਾਡਾ ਡਰਾਈਵਰ ਐਵੇਂ ਚੱਲਦੇ ਰਹੇ ਸਾਡੇ। ਉਹ ਜਦੋਂ ਆਏ ਸੀ ਕਿਹਾ ਯਾਰ ਇੱਦਾਂ ਹੋਈ, ਉਹਨਾਂ ਨੇ ਕਿਹਾ ਰਾਤੋਂ ਰਾਤ ਸਮਾਨ ਚੱਕਿਆ ਚੱਲ। ਫਿਰ ਤੇ ਭਾਜੀ ਹਨੇਰੀ ਹੋਈ ਆ ਗਈ। ਮੇਰਾ ਮੁੰਡਾ ਭਾਜੀ ਦੇ ਨਾਲ ਕੰਮ ਕਰਦਾ, ਤੇ ਇਹ ਕਹਿੰਦਾ ਵੀ ਸਾਡੇ ਕੋਲ 20-25 ਬੰਦੇ ਘਰ ਲੈਣ ਲੱਗੇ। ਮੈਂ ਵੀ ਬਿਨ ਭਾਜੀ ਵੀ ਕਰ ਸਕਦੇ ਕੋਈ ਹੱਲ। ਸੋ ਰਹਿਣਾ ਵਧੀਆ ਆਪਣੇ ਢੰਗ ਦਾ ਹੋਵੇ, ਇਨਕਮ ਹੋਵੇ, ਪੰਜਾਬ ਕੀ ਭਾਲਦਾ ਹੋਰ। ਬਿਲਕੁਲ ਠੀਕ ਹੈ, ਬਸ ਥੈਂਕ ਯੂ। ਇਹੀ ਚੀਜ਼ਾਂ ਹੁੰਦੀਆਂ ਕੁੱਲੀ ਜੁੱਲੀ। ਅੱਛਾ ਆਖਰੀ ਸਵਾਲ ਲਾਸਟ ਦੇ ਵਿੱਚ, ਕਿਉਂਕਿ ਤੁਹਾਡਾ ਜ਼ਿਕਰ ਕੀਤਾ ਕਹਿੰਦੇ ਕਿ ਜੇ ਘਰਾਂ ਦੀ ਗੱਲ ਆ ਤੇ ਬੈਨ ਭਾਜੀ ਹੀ ਮਸਲਾ ਹੱਲ ਕਰ ਸਕਦੇ ਆ, ਤੇ ਬਾਸ਼ਲ ਸਾਹਿਬ ਇੱਥੋਂ ਦੀ ਥੋੜੀ ਜਿਹੀ ਘਰਾਂ ਬਾਰੇ ਸਾਨੂੰ ਜਾਣਕਾਰੀ ਦੇ ਦਿਓ ਕਿ ਐਵਰੇਜ ਹਾਊਸ ਕਿੰਨੇ ਕੁ ਦਾ, ਕਿੱਥੋਂ ਸ਼ੁਰੂ ਹੋ ਜਾਂਦਾ, ਜੇ ਕੋਈ ਲਾਈਫ ਸਟਾਈਲ ਜਿਉਣੀ ਚਾਹੁੰਦਾ ਉਹ ਕਿੰਨੇ ਕੁ ਪੈਸਿਆਂ 'ਚ ਘਰ ਲੈ ਸਕਦਾ, ਤੇ ਅਫੋਰਡੇਬਿਲਿਟੀ ਬਾਰੇ ਥੋੜ੍ਹਾ ਦੱਸਿਓ, ਤੇ ਨਾਲ ਹੀ ਘਰਾਂ ਦੇ ਕਿਰਾਏ ਦਾ ਵੀ ਜ਼ਿਕਰ ਕਰ ਦਿਓ ਕਿ ਜੇ ਕੋਈ ਨਵੇਂ ਆ ਕੇ ਰੈਂਟਲ ਹਾਊਸ ਲੈਣਾ ਚਾਹੁੰਦਾ ਤੇ ਰੈਂਟ ਕਿੰਨੇ ਕਿੰਨੇ। ਸਾਡੇ ਇੱਥੇ ਐਵਰੇਜ ਜਿਹੜਾ 4 ਬੈਡਰੂਮ 2.5 ਬਾਥ ਜਿਹੜਾ ਘਰ ਹੈਗਾ ਉਹ 300 ਤੋਂ ਸ਼ੁਰੂ ਹੋ ਜਾਂਦਾ ਹੈ ਇਸ ਵੇਲੇ, ਜਿਹੜਾ ਕਿ ਪਹਿਲਾਂ 150 ਦਾ ਹੁੰਦਾ ਸੀ, ਹੁਣ ਮਤਲਬ ਡਬਲ ਹੋ ਗਿਆ ਸਮਝ ਲਓ। 300 ਤੋਂ ਲੈ ਕੇ ਆਲ ਦ ਵੇ ਮਿਲੀਅਨ। ਤੇ ਜੇ ਤੁਸੀਂ ਕਸਟਮ ਹਾਊਸ ਲੈਣਾ ਆ, ਚੰਗਾ ਹਾਊਸ ਵਧੀਆ ਘਰ 'ਚ ਲੈਣਾ ਆ, ਮਤਲਬ ਤੇ ਜ਼ਿਆਦਾ ਵੀ ਹੈਗੇ ਆ, ਲੇਕਿਨ 300-400,000 ਦੇ ਵਿੱਚ ਤੁਹਾਨੂੰ ਵਧੀਆ ਐਵਰੇਜ ਗੁੱਡ ਹਾਊਸ ਇਨ ਗੁੱਡਸ ਕਮਿਊਨਿਟੀ, ਜਿੱਥੇ ਸਕੂਲ ਡਿਸਟ੍ਰਿਕਟ ਵੀ ਬਹੁਤ ਵਧੀਆ ਹੋਏਗਾ, ਤੁਹਾਨੂੰ ਮਿਲ ਜਾਂਦਾ ਹੈ। ਤੇ ਦੂਜਾ ਜਿਹੜੇ ਰੈਂਟਲ ਕਰਨਾ ਆ, ਰੈਂਟ ਜਿਹੜਾ ਆ 1200 ਤੋਂ ਲੈ ਕੇ 2000 ਦੇ ਵਿਚਾਲੇ ਤੁਹਾਨੂੰ 4 ਬੈਡਰੂਮ ਦਾ ਵਧੀਆ ਘਰ ਮਿਲ ਜਾਂਦਾ ਹੈ। ਜੇ ਤੁਸੀਂ ਅਪਾਰਟਮੈਂਟ 'ਚ ਰਹਿਣਾ ਹੈ ਤਾਂ ਤੁਹਾਨੂੰ $1000 ਦੇ ਨੇੜੇ ਅਪਾਰਟਮੈਂਟ ਵੀ ਮਿਲ ਜਾਂਦਾ ਹੈ। ਅੱਛਾ ਜੀ। ਬਾਕੀ ਟਰਾਂਸਪੋਰਟੇਸ਼ਨ ਦਾ ਤੁਹਾਨੂੰ ਪਹਿਲਾਂ ਅਸੀਂ ਦੱਸ ਹੀ ਚੁੱਕੇ ਹਾਂ ਕਿ ਮਤਲਬ ਨਾਲ ਇੱਕ ਚੀਜ਼ ਜਿਹੜੀ ਮੌਰਗੇਜ ਬਾਰੇ ਥੋੜ੍ਹਾ ਦੱਸ ਦਿਓ, ਅਪਰੂਵਲਸ ਸੌਖੀਆਂ ਹੋ ਜਾਂਦੀਆਂ ਜਾਂ ਔਖੀਆਂ ਹੁੰਦੀਆਂ? ਮੌਰਗੇਜ ਦਾ ਸਾਡੇ ਅਮਰੀਕਾ ਦੇ ਵਿੱਚ ਯੂਨੀਫਾਰਮ ਰੂਲ ਹੈਗਾ। ਐਕਚੁਅਲੀ ਸਾਰੇ ਪੂਰੇ 2008 ਤੋਂ ਬਾਅਦ ਇੱਕ ਯੂਨੀਫਾਰਮ ਐਪਲੀਕੇਸ਼ਨ ਹੈਗੀ, ਇਟ ਡਜ਼ਨਟ ਮੈਟਰ ਵੇਅਰ ਯੂ ਗੋ ਇਨ ਦ ਯੂਨਾਈਟਡ ਸਟੇਟਸ, ਉਹ ਸੇਮ ਜਿਹੜੇ ਰੂਲ ਹੈਗੇ ਆ ਅਪਲਾਈ ਹੁੰਦੇ ਆ। ਤੇ ਉਹ ਜਿਹੜੀ 33% ਜਾਂ 32% ਤੁਹਾਡੀ ਇਨਕਮ ਰੇਸ਼ੋ ਦੇ ਹਿਸਾਬ ਨਾਲ ਜਿਵੇਂ ਪੂਰੇ ਅਮਰੀਕਾ ਦੇ ਵਿੱਚ ਹੁੰਦੇ ਆ, ਉਹ ਉਸੇ ਤਰੀਕੇ ਨਾਲ ਹੁੰਦੇ ਆ। ਪਰ ਉਹ ਕਿਉਂਕਿ ਘਰ ਦੀ ਕੀਮਤ ਘੱਟ ਹੋਣ ਕਰਕੇ ਇੱਥੇ ਬੰਦੇ ਛੇਤੀ ਕੁਆਲੀਫਾਈ ਕਰ ਜਾਂਦੇ। ਤੇ ਬਾਕੀ ਜੇ ਤੁਸੀਂ W2 ਤੇ ਕੰਮ ਕਰਦੇ ਹੋ ਤਾਂ ਤੁਹਾਡੀ ਇੱਕ ਸਾਲ ਦੀ ਇਨਕਮ ਨਾਲ ਵੀ ਤੁਹਾਨੂੰ ਅਸੀਂ ਲੋਨ ਦਵਾ ਸਕਦੇ ਹਾਂ। ਅਗਰ ਤੁਸੀਂ ਸੈਲਫ ਇੰਪਲੋਇਡ ਹੋ ਤਾਂ ਤੁਹਾਨੂੰ 2 ਸਾਲ ਤੋਂ ਤੁਸੀਂ ਸੇਮ ਬਿਜ਼ਨਸ ਦੇ ਵਿੱਚ ਅਗਰ ਹੈਗੇ ਹੋ ਤੇ ਤੁਹਾਡਾ ਕੰਮ ਅਸੀਂ ਈਜ਼ੀਲੀ ਕਰਵਾ ਸਕਦੇ ਹਾਂ। ਸੋ ਮਤਲਬ ਸਾਲ ਕ ਰਹਿ ਕੇ ਬੰਦਾ ਆਪਦਾ ਘਰ ਲੈ ਸਕਦਾ। ਬਸ਼ਲ ਸਾਹਿਬ ਤੁਹਾਡਾ, ਚੀਮਾ ਸਾਹਿਬ ਤੁਹਾਡਾ, ਤੇ ਸੋਢੀ ਸਾਹਿਬ ਤੁਹਾਡਾ। ਮੈਂ ਜੀ ਇੱਕ ਗੱਲ ਥੋੜੀ ਹੋਰ ਐਡ ਕਰਨੀ ਚਾਹੁੰਦਾ। ਜੀ। ਜਿਵੇਂ ਭਾਜੀ ਨੇ ਦੱਸਿਆ ਨਾ ਵੀ ਜਿਹੜੀ ਇਹ 3 ਤੋਂ ਲੈ ਕੇ ਮੰਨ ਲਓ ਮਿਲੀਅਨ ਤੱਕ ਜਾਂਦੀ ਹੈ ਨਾ, ਇਹ ਨਵੇਂ ਘਰਾਂ ਦੀ ਪ੍ਰਾਈਸ ਆ ਜੀ ਇਹ ਤਕਰੀਬਨ। ਪਰ ਜੇ ਹੁਣ ਆਪਾਂ ਕੈਲੀਫੋਰਨੀਆ ਨੂੰ ਕੰਪੇਅਰ ਕਰੀਏ, ਨਿਊਯਾਰਕ ਦੇ ਵਿੱਚ ਜਿੱਦਾਂ ਪੁਰਾਣੇ ਹੋਮ ਨੇ ਨਾ ਵੀ 50-50 60-60 ਸਾਲ ਦੇ ਜੀ, ਉਹ ਤੇ
ਮੈਨੂੰ ਲੱਗਦਾ ਵੀ ਲੱਖ ਕੁ ਤੋਂ ਵੀ ਮਿਲ ਜਾਂਦੇ ਆ ਜੀ। ਹਾਂਜੀ 1 ਲੱਖ ਕੁ ਤੋਂ ਵੀ ਘੱਟ ਮਿਲ ਜਾਂਦੇ ਆ। ਜੇ ਕੋਈ ਬੰਦਾ ਚਾਹੁੰਦਾ ਨਾ ਵੀ ਅਸੀਂ ਤਾਂ ਪੁਰਾਣਾ ਘਰ ਲੈ ਕੇ ਵੀ, ਜਿਵੇਂ ਮੰਨ ਲਓ ਕੈਲੀਫੋਰਨੀਆ, ਮੈਂ ਬੇ ਏਰੀਏ 'ਚ ਰਿਹਾ, ਜੇ ਬੇ ਏਰੀਆ ਵਾਲੇ ਦੇ ਘਰਾਂ ਨੂੰ ਦੇਖੀਏ ਉਹ ਲੱਖ ਤੋਂ ਘੱਟ ਦੇ ਵਿੱਚ ਵੀ ਆ ਕੇ ਇੱਥੇ ਆਪਣਾ ਰਹਿ ਸਕਦੇ ਆ। ਇੱਕ ਬੰਦਾ ਨਾ ਜੀ ਇੱਥੇ ਜੇ ਚਾਹੇ ਮੰਨ ਲਓ ਈਜੀ ਲਾਈਫ ਜੀਣੀ ਚਾਹੁੰਦਾ ਵੀ ਮੈਂ ਤਾਂ ਟਰੱਕ ਵੀ ਨਹੀਂ ਚਲਾਉਣਾ, ਮੈਂ ਘੰਟੇ ਲਾਉਣੇ ਆ 40 ਜਾਂ 50, ਤੁਸੀਂ ਇੱਥੇ ਉਹ ਘਰ ਲੈ ਕੇ ਅਫੋਰਡ ਕਰਕੇ ਆਪਣਾ ਵਧੀਆ ਗੁਜ਼ਾਰਾ ਚਲਾ ਸਕਦਾ ਹੈ। ਐਮਾਜ਼ਾਨ 'ਚ ਕਰੇ ਜੀ ਘੱਟੋ ਘੱਟ $3000 ਬੰਦਾ ਮੰਥਲੀ ਕਮਾਉਂਦਾ ਜੀ। ਹਾਂ ਐਕਸਪੈਂਸ ਘੱਟ ਨੇ ਜੀ, ਲਿਵਿੰਗ ਕਾਸਟ ਘੱਟ, ਤੇ ਬੜਾ ਵਧੀਆ ਜੀਵਨ ਬਸਰ ਕਰ ਸਕਦਾ। ਹਾਂ ਅੱਗੇ ਬੰਦੇ ਦੀ ਆਪਣੀ ਡਿਮਾਂਡ ਆ ਜੀ, ਕੋਈ ਅੱਗੇ ਵਧਣਾ ਚਾਹੁੰਦਾ ਹੈ ਉਹ ਵਧਣ ਦੇ ਵੀ ਮੌਕੇ ਬਹੁਤ ਨੇ ਜੀ। ਜੇ ਨਹੀਂ ਵੀ ਵਧਣਾ ਚਾਹੁੰਦਾ ਵੀ ਇੱਕ ਈਜੀ ਲਾਈਫ ਜੀਉਣੀ ਆ, ਉਹ ਵੀ ਇੱਥੇ ਜੀ ਪੂਰੀ ਜੀਉ ਸਕਦਾ ਜੀ। ਚੀਮਾ ਸਾਹਿਬ, ਕਿਸੇ ਵੀ ਕਮਿਊਨਿਟੀ ਦਾ ਜਦੋਂ ਕਿਤੇ ਪਤਾ ਲੱਗਦਾ ਆ ਵੀ ਇਹ ਵੱਧ ਰਹੀ ਹੈ, ਫੁੱਲ ਰਹੀ ਹੈ, ਅਸੀਂ ਹੁਣ ਜਦੋਂ ਕਿਤੇ ਨਵੇਂ ਸ਼ਹਿਰ 'ਚ ਜਾਣਾ ਹੁੰਦਾ ਨਾ, ਸਾਡੀ ਟੀਮ ਨੇ, ਅਸੀਂ ਜਾਂ ਹੋਰ ਕਿਸੇ ਨੇ ਵੀ, ਜਾਂ ਕਿਤੇ ਵੀ, ਚਾਹੇ ਕੈਨੇਡਾ 'ਚ ਚਾਹੇ ਅਮਰੀਕਾ 'ਚ, ਅਸੀਂ ਨਾ ਗੁਰਦੁਆਰੇ ਸਰਚ ਕਰੀਦੇ ਆ ਸ਼ਹਿਰ ਦੇ ਵਿੱਚ ਕਿੰਨੇ ਆ, ਇੱਕ ਆਈਡੀਆ ਹੋ ਜਾਂਦਾ ਕਿ ਕਮਿਊਨਿਟੀ ਕਿਹੜੇ ਇਲਾਕਿਆਂ ਦੇ ਵਿੱਚ ਰਹਿ ਰਹੀ ਹੈ ਤੇ ਕਿੰਨੀ ਕੁ ਗਿਣਤੀ ਦੇ ਵਿੱਚ ਆ। ਹੁਣ ਤੁਸੀਂ ਦੱਸਿਆ ਇੱਥੇ ਜਿਸ ਤਰੀਕੇ ਨਾਲ ਕਮਿਊਨਿਟੀ ਵੱਧ ਰਹੀ ਆ, ਜਾਂ ਜਿੰਨੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ 35, 40, 50 ਹਜ਼ਾਰ ਤੱਕ ਪਹੁੰਚ ਗਈ, ਗੁਰਦੁਆਰਾ ਸਾਹਿਬ ਕਿੰਨੇ ਧਾਰਮਿਕ ਸਥਾਨ ਹੋਰ ਕਿੰਨੇ ਇੱਥੇ ਜਿਹੜੇ ਇੰਡੀਅਨ ਲੋਕਾਂ ਦੇ ਨੇ? ਇੱਥੇ ਬਾਈ ਜੀ ਜਦੋਂ ਨਾ ਅਸੀਂ ਇੱਥੇ ਆਏ ਹਾਂ ਤਾਂ ਇੱਥੇ ਜੀ 2 ਗੁਰਦੁਆਰਾ ਸਾਹਿਬਾਨ ਸੀਗੇ ਜੀ ਇੱਥੇ, ਤੇ ਤਕਰੀਬਨ ਸਾਨੂੰ ਸਾਰਿਆਂ ਨੂੰ ਸਭ ਤੋਂ ਪਹਿਲਾਂ ਉਤਸੁਕਤਾ ਹੁੰਦੀ ਆਪਣਾ ਧਾਰਮਿਕ ਸਥਾਨ ਜਾਣਨ ਦੀ ਵੀ ਸਾਡੇ ਹੈ ਕਿੱਥੇ ਕਾ। ਜਦੋਂ ਅਸੀਂ ਇਕੱਠੇ ਹੋਣਾ, ਸਟਰੀਟ ਤੋਂ ਪੁੱਛਣਾ ਵੀ ਕਿੱਥੇ, ਪਹਿਲਾਂ ਤਾਂ ਐਡਰੈਸ ਦਾ ਨਹੀਂ ਪਤਾ ਹੁੰਦਾ, ਚਲੋ ਲੱਭ ਲਵਾ ਕੇ ਚਲੇ ਜਾਣਾ, ਉੱਥੇ ਬੜਾ ਖੁਸ਼ੀ ਹੋਣਾ ਮਨ ਨੂੰ ਵੀ ਇੱਥੇ ਯਾਰ ਆਪਣੀ ਪੰਜਾਬੀ ਕਮਿਊਨਿਟੀ ਰਹਿ ਰਹੀ ਹੈ। ਤੇ 2 ਗੁਰਦੁਆਰਾ ਸਾਹਿਬ ਸੀਗੇ, ਕਦੇ ਆਏ ਸੰਡੇ ਕਿਸੇ ਦੂਜੇ ਗੁਰਦੁਆਰਾ ਸਾਹਿਬ 'ਚ, ਕਦੇ ਦੂਜੇ ਗੁਰਦੁਆਰਾ ਸਾਹਿਬ 'ਚ ਚਲੇ ਗਏ ਜੀ। ਪਰ ਇਹ ਜਿੱਦਾਂ ਸਭ ਤੋਂ ਨਾਰਥ ਨੂੰ ਪੈ ਜਾਂਦੇ ਸੀ, ਜ਼ਿਆਦਾਤਰ ਜਿਹੜੀ ਆਪਣੀ ਕਮਿਊਨਿਟੀ ਸੀ ਨਾ, ਪੰਜਾਬੀ ਕਮਿਊਨਿਟੀ, ਉਹ ਮੂਵ ਹੋਈ ਸੀ ਸਾਊਥ ਸਾਈਡ ਨੂੰ, ਜਿਵੇਂ ਗ੍ਰੀਨਵੁੱਡ ਏਰੀਆ, ਜਿਵੇਂ ਮੰਨ ਲਓ ਆਪਣੀ ਬਰੈਂਪਟਨ ਤੁਹਾਡੇ ਕਾਫੀ ਮਸ਼ਹੂਰ ਹੋ ਜਾਂਦਾ ਜੀ। ਤੇ ਉਸ ਕਰਕੇ ਪੰਜਾਬੀ ਕਮਿਊਨਿਟੀ ਨੂੰ ਉਦੋਂ ਮਹਿਸੂਸ ਹੋਇਆ ਵੀ ਆਪਾਂ ਨੂੰ ਇੱਕ ਗੁਰਦੁਆਰਾ ਸਾਹਿਬਾਨ ਹੋਰ ਚਾਹੀਦਾ ਜੀ। ਤਾਂ ਉੱਥੇ ਜੀ ਸਾਰੇ ਹੀ ਤਕਰੀਬਨ ਸਾਰੀ ਕਮਿਊਨਿਟੀ ਦਾ ਅਸੀਂ ਧੰਨਵਾਦ ਕਰਦੇ, ਸਾਰਿਆਂ ਨੇ ਰਲ ਮਿਲ ਕੇ ਹੰਭਲਾ ਮਾਰ ਕੇ ਜਿੱਥੇ ਗੁਰਦੁਆਰਾ ਸਾਹਿਬ ਬਣਾਇਆ ਸੀਗਾ ਜੀ। ਤੇ ਫਿਰ ਉੱਥੇ ਜੀ ਚਲੋ ਨੇੜੇ ਹੋਣ ਕਰਕੇ ਜ਼ਿਆਦਾ ਸੰਗਤ ਹੋਣ ਲੱਗ ਗਈ, ਦੂਜੇ ਗੁਰਦੁਆਰਾ ਸਾਹਿਬ ਬਸੋਂ ਵੱਧਦੀ ਗਈ। ਤੇ ਅੱਜ ਦੀ ਡੇਟ 'ਚ ਜੀ ਸਾਡੇ ਇੱਥੇ 10 ਗੁਰਦੁਆਰਾ ਸਾਹਿਬਾਨ ਨੇ। ਹਰ ਇੱਕ ਜਿੱਦਾਂ ਮੰਨ ਲਓ ਜਿਹੜੇ ਸਵਰਬਨ ਕਹਿ ਲਈਏ ਨਾ, ਜਿਵੇਂ ਹੁਣ ਇੰਡੀਅਨੈਪੋਲਿਸ ਤਾਂ ਮੇਨ ਆ ਜਾਂਦਾ ਗਾ, ਜਿਵੇਂ ਤੁਹਾਡੇ ਆ ਵੀ ਟੋਰਾਂਟੋ ਮੇਨ ਮੰਨਿਆ ਜਾਂਦਾ, ਨਾਲ ਬਰੈਂਪਟਨ ਆ ਗਿਆ, ਮਿਸੀਸ ਆ ਗਿਆ, ਸਾਡੇ ਵੀ ਇੱਦਾਂ ਹੀ ਆ ਜੀ, ਇੱਕ ਸਰਕਲ ਦੇ ਆਲੇ ਦੁਆਲੇ ਨੇ ਸਿਟੀ ਜ਼ਿਆਦਾ ਹੈਗੇ ਆ। ਸਾਡਾ ਗ੍ਰੀਨਵੁੱਡ ਪੈ ਜਾਂਦਾ ਜੀ। ਹੁਣ ਫਿਸ਼ਰ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਬਣ ਗਿਆ ਜੀ, ਪਲੇਨਫੀਲਡ ਗੁਰਦੁਆਰਾ ਬਣ ਗਿਆ, ਤੇ ਮੇਰਾ ਖਿਆਲ ਐਵਨ ਦੇ ਵਿੱਚ ਵੀ ਹੈਗਾ। ਫਿਸ਼ਰ ਦੇ ਵਿੱਚ ਬਾਈ ਜੀ 2 ਗੁਰਦੁਆਰਾ ਸਾਹਿਬਾਨ ਨੇ। ਜਿਹੜੀ ਹੁਣ ਤੁਸੀਂ ਇੱਥੋਂ ਹਿਸਾਬ ਲਾ ਲਓ ਵੀ ਜਿੱਦਾਂ, ਹਾਂਜੀ ਟੋਟਲ 10 ਗੁਰਦੁਆਰਾ ਸਾਹਿਬਾਨ ਨੇ ਜੀ ਇੱਥੇ। ਤੇ ਸਾਰੇ ਹੀ ਗੁਰਦੁਆਰਿਆਂ ਦੇ ਗੁਰਦੁਆਰੇ ਸਾਹਿਬ ਦੇ ਵਿੱਚ ਜੀ ਸੰਗਤ ਪੂਰੀ ਭਰੀ ਹੁੰਦੀ ਹੈ ਜੀ। ਹਿੰਦੂ ਭਾਈਚਾਰਾ ਜਾਂ ਫਿਰ ਸਾਊਥ ਏਸ਼ੀਅਨ ਵੀ ਹੈਗੇ ਜਿਵੇਂ ਦੱਸਿਆ, ਉਹਨਾਂ ਦੇ ਵੀ ਕੋਈ ਧਰਮ? ਹਾਂਜੀ ਬਾਈ ਜੀ, ਹਿੰਦੂ ਜਿਹੜਾ ਭਾਈਚਾਰਾ ਜੀ, ਉਹਨਾਂ ਦਾ ਇੱਕ ਮੰਦਿਰ ਇੱਥੇ, ਮੰਦਿਰ ਬਹੁਤ ਸੋਹਣਾ ਬਣਾਇਆ ਹੋਇਆ। ਉਹ ਕਿਤੇ ਵੀ ਮੰਨ ਲਓ ਕੋਈ ਸਾਡੀ ਇਕੱਤਰਤਾ ਹੁੰਦੀ ਹੈ, ਖੇਡ ਮੇਲਾ ਹੁੰਦਾ ਕਿਤੇ ਵੀ ਆ, ਉਹ ਹੁੰਦੇ ਆ, ਜਾਂ ਸਾਨੂੰ ਵੀ ਸੱਦਾ ਪੱਤਰ ਮਿਲਦਾ ਤੇ ਅਸੀਂ ਵੀ ਉੱਥੇ ਜਾਂਦੇ ਹਾਂ। ਬੜਾ ਸੋਹਣਾ ਲੱਗਦਾ ਕਿ ਸਾਰਿਆਂ ਨੂੰ ਮਿਲ ਜੁਲ ਕੇ ਜੀ। ਬਹੁਤ ਵਧੀਆ ਮੰਦਿਰ ਆ, ਇੱਕੋ ਮੰਦਿਰ ਆ ਜੀ ਇੱਥੇ। ਹਾਂ ਵੀ ਉਹ ਜਿਵੇਂ ਆਪਣੇ ਗੁਰਦੁਆਰਾ ਸਾਹਿਬਾਨ ਤਾਂ 10 ਨਹੀਂ ਜੀ, ਉਹਨਾਂ ਦਾ ਮੰਦਿਰ ਇੱਕ ਆ, ਪਰ ਹਾਂਜੀ 6 ਮਿਲੀਅਨ 9 ਮਿਲੀਅਨ ਡਾਲਰ ਬਣਿਆ ਹੋਇਆ ਵੀ ਦੇਖੋ ਜੀ। ਹਾਂ 9 ਮਿਲੀਅਨ ਦਾ ਉਹਨਾਂ ਨੇ ਬਣਾਇਆ ਜੀ। ਪਰ ਹਾਂਜੀ ਜਿਹੜਾ ਮੰਦਿਰ ਬਣਾਇਆ ਜੀ ਇਹਨਾਂ ਨੇ, ਹਿੰਦੂ ਭਾਈਚਾਰੇ ਨੇ ਜੀ, 9 ਮਿਲੀਅਨ ਦਾ। ਹਰ ਬਹੁਤ ਸੋਹਣਾ ਮੰਦਿਰ ਹੈ ਜੀ, ਬਹੁਤ ਵਧੀਆ। ਉਹ ਵੀ ਚੰਗੇ ਤਰੀਕੇ ਨਾਲ ਆਪਰੇਟ ਕਰ ਰਿਹਾ ਜੀ, ਜਾਂਦੇ ਆ ਸ਼ਰਧਾ ਦੇ ਨਾਲ ਉੱਥੇ ਜਾਂਦੇ ਆ। ਆਈ ਸੰਡੇ ਜੀ ਉੱਥੇ ਵੀ ਗੈਟ ਟੂਗੇਦਰ ਹੁੰਦਾ ਜੀ। ਸੋ ਸੋਢੀ ਸਾਹਿਬ ਤੁਹਾਡਾ, ਚੀਮਾ ਸਾਹਿਬ ਤੁਹਾਡਾ, ਤੇ ਬਾਸ਼ਲ ਸਾਹਿਬ ਤੁਹਾਡਾ ਬਹੁਤ ਧੰਨਵਾਦ। ਇੰਡੀਅਨੈਪੋਲਿਸ ਦੇ ਵਿੱਚ ਸਾਡਾ ਗੇੜਾ ਪ੍ਰਾਈਮ ਮਿਨਿਸਟਰ ਦੀ ਟੀਮ ਦਾ ਲੱਗਦਾ ਰਹਿਣਾ। ਤੁਸੀਂ ਸਾਡੇ ਤੱਕ ਸੁਝਾਅ ਪਹੁੰਚਦੇ ਕਰਦੇ ਰਹੋ। ਅਸੀਂ ਜਿਹੜਾ ਇੱਥੋਂ ਦੇ ਇਸ਼ੂਜ਼ ਨੇ, ਮੁੱਦੇ ਨੇ, ਉਹਨਾਂ ਬਾਰੇ ਲੋਕਾਂ ਤੱਕ ਅਵੇਅਰਨੈਸ ਪਹੁੰਚਾਉਂਦੇ ਰਹਾਂਗੇ, ਜਾਣਕਾਰੀਆਂ ਸਾਂਝੀਆਂ ਕਰਦੇ ਰਹਾਂਗੇ। ਤੁਹਾਡਾ ਸਾਰਿਆਂ ਸੱਜਣਾਂ ਦਾ ਇਹਨਾਂ ਪਿਆਰ ਦੇਣ ਲਈ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਸਾਰਿਆਂ, ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸੋ ਇੰਡੀਅਨੈਪੋਲਿਸ ਦੇ ਵਿੱਚ ਇਹ ਖਾਸ ਜਿਹੜੀ ਪੇਸ਼ਕਸ਼ ਤੁਹਾਡੇ ਵਾਸਤੇ ਕੀਤੀ ਹੈ। ਜੇ ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ ਜੋ ਸਮੇਂ ਦੇ ਕਾਰਨ ਪੁੱਛੀਆਂ ਨਾ ਗਈਆਂ ਹੋਣ, ਤੁਹਾਨੂੰ ਕੋਈ ਵੀ ਜਾਣਕਾਰੀ ਇੱਥੋਂ ਬਾਰੇ ਚਾਹੀਦੀ ਹੋਏ, ਤੁਸੀਂ ਟਿੱਪਣੀ ਕਰ ਦਿਓ। ਅਸੀਂ ਲੋਕਲ ਸੱਜਣਾਂ ਦੇ ਨਾਲ ਤੁਹਾਡਾ ਰਾਬਤਾ ਕਰਾ ਦਾਂਗੇ, ਜਿਹੜੇ ਵੀ ਚਾਹੁੰਦੇ ਨੇ ਕਿ ਅਜਿਹੀਆਂ ਸ਼ਹਿਰਾਂ ਦੇ ਵਿੱਚ, ਅਜਿਹੀਆਂ ਕਮਿਊਨਿਟੀਜ਼ ਦੇ ਵਿੱਚ ਜਿੱਥੇ ਘੱਟ ਖਰਚੇ 'ਚ ਰਹਿ ਸਕੀਏ, ਇੱਥੇ ਮੂਵ ਹੋਣਾ ਚਾਹੁੰਦੇ ਹੋ, ਕੋਸ਼ਿਸ਼ ਕਰਾਂਗੇ ਅਸੀਂ ਭਾਈਚਾਰੇ ਦੇ ਤੌਰ 'ਤੇ ਇੱਕ ਦੂਜੇ ਦੀ ਮਦਦ ਜਿੰਨੀ ਵੱਧ ਕਰ ਸਕੀਏ। ਮੈਨੂੰ ਜੋਗਰਾਜ ਸਿੰਘ ਕਾਲੂ ਨੂੰ ਤੇ ਸਾਡੀ ਸਾਰੀ ਬਾਕੀ ਪ੍ਰਾਈਮ ਏਸ਼ੀਆ ਦੀ ਟੀਮ ਨੂੰ ਇੱਥੇ ਦੇ ਆ ਗਿਆ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।